ਜਦੋਂ ਤੁਸੀਂ ਮੰਗਾਂ ਸੁਣੋਗੇ ਤੇ ਸ਼ਾਇਦ ਸਾਨੂੰ ਆਪਣੇ ਆਪ ਤੇ ਵੀ ਸ਼ਰਮ ਆਏਗੀ ਵੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਗਾਂ ਨਹੀਂ, ਸ਼੍ਰੋਮਣੀ ਕਮੇਟੀ ਦੇ ਫਰਜ਼ ਸਨ ਜੋ ਅਸੀਂ ਇੱਥੇ ਮੰਗਣ ਵਾਸਤੇ ਬੈਠੇ ਆ। ਪਹਿਲਾਂ ਜਿਹੜਾ ਮੱਕੂ ਸਾਹਿਬ ਨੇ ਕੀਤਾ ਵੀ ਮੈਂ ਜਿਹੜੇ ਸਾਡੀਆਂ ਮੰਗਾਂ ਸੀ ਉਹ ਮੈਂ ਬੋਲਾਂਗਾ ਤੇ ਮੱਕੂ ਸਾਹਿਬ ਉਹਦਾ ਜਵਾਬ ਨਾਲ ਨਾਲ ਦੇ ਜਾਣਗੇ ਉਹਨਾਂ ਨੇ ਕੀ ਕਿਹਾ। ਅੱਜ ਸਵੇਰੇ ਜਿਹੜਾ ਦਰਦਨਾਕ ਹਾਦਸਾ ਸਿੱਖ ਸੰਗਤ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਲੋਂਗੋਵਾਲ ਦੇ ਗੁੰਡਿਆਂ ਨੇ ਜਿਹੜਾ ਕੀਤਾ ਉਹ ਇਹ ਜਗ੍ਹਾ ਹੈ ਨੇ ਮਤਲਬ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਦੁਮਾਲਿਆਂ ਦੀ ਬੇਅਦਬੀ ਕੀਤੀ ਤੇ ਸਭ ਤੋਂ ਵੱਡਾ ਦੁੱਖ ਵੀ ਇੱਥੇ ਹੀ ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਦੁਮਾਲਾ ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜਾ ਸਜਾਉਂਦੀਆਂ ਨੇ ਫਰਲਾ ਉਹਨਾਂ ਦੀ ਬੇਅਦਬੀ ਜਿਹੜੀ ਆ ਜੁੱਤੀਆਂ ਦੇ ਨਾਲ ਮਤਲਬ ਥੱਲੇ ਸੱਟ ਕੇ ਸਿੰਘ ਨੂੰ ਦੇ ਦੁਮਾਲੇ ਦੇ ਉੱਪਰ ਜੁੱਤੀਆਂ ਇਹਨਾਂ ਨੇ ਮਤਲਬ ਮਾਰੀਆਂ ਤੇ ਉਹਦੇ ਫਰਲੇ ਦੀ ਬੇਅਦਬੀ ਕੀਤੀ। ਸਾਨੂੰ 1920 ਦੇ ਵਿੱਚ ਤਿਆਰ ਹੋਈ ਹੈ ਤੇ 1925 ਦੇ ਵਿੱਚ ਕਾਨੂੰਨੀ ਮਾਨਤਾ ਮਿਲੀ ਹੈ। ਇਹ ਕੁਰਬਾਨੀਆਂ ਦੇ ਵਿੱਚੋਂ ਲਈ ਸੀ, ਪਰ ਸਾਨੂੰ ਕੀ ਪਤਾ ਸੀ ਕਿ ਬਾਅਦ ਵਿੱਚ ਆ ਕੇ ਕੁਝ ਕਾਬਜ਼ ਐਸੇ ਹੋ ਜਾਣਗੇ ਜਿਹੜੇ ਕਿਤੇ ਨਾ ਕਿਤੇ ਆਪਣਾ ਨਾਤਾ ਉਹਨਾਂ ਦੇ ਨਾਲ ਕੀ ਜੋੜ ਕੇ ਰੱਖਣਗੇ ਜਿਨ੍ਹਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਕੱਢਿਆ ਗਿਆ ਸੀ। ਜਿਸ ਤਰ੍ਹਾਂ ਗੱਲ ਭਾਈ ਸਾਹਿਬ ਨੇ ਕੀਤੀ ਕਿ ਟਕਰਾਅ ਦੀ ਗੱਲ ਹੋਈ, ਸਵੇਰੇ ਅਸੀਂ ਬਕਰਮਾਂ ਦੇ ਵਿੱਚ 2:30 ਵਜੇ ਦੇ ਆ ਕੇ ਅਸੀਂ ਬੈਠੇ ਹਾਂ ਬਕਰਮਾਂ ਦੇ ਵਿੱਚ ਬੈਠੇ। ਇਹ ਭਾਈ ਸਾਹਿਬ ਪ੍ਰਸ਼ਾਸਨ ਵਾਲੇ ਵੀ ਆਏ ਤੇ ਇਹਨਾਂ ਦਾ ਸਟਾਫ ਵੀ ਆਇਆ ਸਾਰਾ ਸ਼੍ਰੋਮਣੀ ਕਮੇਟੀ ਦਾ। ਇਹਨਾਂ ਗੱਲ ਦੱਸ ਨਾ ਕੀਤੀ ਤੇ ਇੰਨੀ ਗੱਲ ਇਹਨਾਂ ਜ਼ਰੂਰ ਕੀਤੀ ਕਿ ਤੁਸੀਂ ਸਾਡੇ ਨਾਲ ਟਕਰਾਅ ਕਰਨ ਆਏ ਜੋ। ਉਹ ਕਹਿੰਦੇ ਸੀ ਨਹੀਂ ਜਾਣ ਦੇਣਾ, ਆਪਾਂ ਕਹਿੰਦੇ ਸੀ ਗੁਰਦੁਆਰਾ ਸਾਹਿਬ ਸਾਡਾ ਹੈ ਅਸੀਂ ਜਾਣਾ ਤੇ ਮੰਜੀ ਸਾਹਿਬ ਦੀ ਮਰਜ਼ਾਦਾ ਦਾ ਸਾਨੂੰ ਪਤਾ ਆ, ਅਸੀਂ ਆਹ ਕੰਮ ਮੰਜੀ ਸਾਹਿਬ 'ਚ ਕਰਨਾ ਹੀ ਨਹੀਂ ਸੀ, ਸਾਡੇ ਵਰਕੇ 'ਤੇ ਹੀ ਨਹੀਂ ਸੀ ਲਿਖਿਆ। ਸਵੇਰੇ ਅਰਦਾਸ ਵਿੱਚ ਵੀ ਕਿਹਾ ਸੀ, ਸਮਝ ਨਹੀਂ ਲੱਗੀ ਇਹਨਾਂ ਨੂੰ। ਤੇ ਜਿਹੜੇ ਜਿੰਦਾ ਲਾਉਂਦੇ ਨੇ ਹੁਣ ਭਾਈ ਜਿਹੜੇ ਸਰੂਪ ਗੁਰਬਾਣੀ ਵੇਚ ਸਕਦੇ ਨੇ ਜਿੰਦਾ ਵੀ ਲਾ ਹੀ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੰਘਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਕਿ ਆਖਿਰ ਉਹ ਜ਼ਿੰਮੇਵਾਰ ਬੇਨਕਾਬ ਕੀਤੇ ਜਾਣ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਕੀਤੇ। ਪਰ ਜੋ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਇਆ ਉਸ ਨੇ ਇੱਕ ਵਾਰ ਮੁੜ ਹਰ ਕਿਸੇ ਨੂੰ ਸ਼ਰਮਸਾਰ ਕਰ ਦਿੱਤਾ। ਨਿਹੰਗ ਸਿੰਘ ਦਾ ਦੁਮਾਲਾ ਉਤਾਰਿਆ ਗਿਆ, ਚਾਂਦਰਾ ਵਾਂਗ ਧੌਣ ਤੋਂ ਫੜ ਕੇ ਧੱਕੇ ਮਾਰੇ ਗਏ, ਦਸਤਾਰਾਂ ਉਛਲੀਆਂ ਅਤੇ ਇਤਿਹਾਸਿਕ ਸਥਾਨ ਤੇ ਸਿੰਘਾਂ ਵੱਲੋਂ ਹੀ ਸਿੰਘਾਂ ਨਾਲ ਅਜਿਹਾ ਵਿਵਹਾਰ ਕੀਤਾ ਗਿਆ, ਕਕਾਰਾਂ ਦੀ ਬੇਅਦਬੀ ਕੀਤੀ ਗਈ, ਜਿਸ ਨੇ ਇੱਕ ਵਾਰ ਮੁੜ ਉੱਚ ਅਹੁਦਿਆਂ ਤੇ ਵਿਰਾਜਮਾਨ ਆਪਣੇ ਆਪ ਨੂੰ ਜਥੇਦਾਰ ਤੇ ਪ੍ਰਧਾਨ ਅਖਵਾਉਣ ਵਾਲੇ ਅਖੌਤੀਆਂ ਦੀ ਅਸਲੀਅਤ ਜੱਗ ਜ਼ਾਹਿਰ ਕਰ ਦਿੱਤੀ। ਆਖਿਰ ਕੀ ਮੰਗਾਂ ਸਨ ਸਿੱਖ ਜਥੇਬੰਦੀਆਂ ਦੀਆਂ ਅਤੇ ਕੀ SGPC ਵੱਲੋਂ ਜਵਾਬ ਸਿੰਘਾਂ ਨੂੰ ਦਿੱਤਾ ਗਿਆ। ਆਓ ਮਾਰਦੇ ਇੱਕ ਨਜ਼ਰ। ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਗੱਜ ਕੇ ਬੁਲਾ ਦਿਓ, ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ। ਪਹਿਲਾਂ ਵੀਰ ਸੁਖਜੀਤ ਸਿੰਘ ਖੋਸਾ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਜੋ ਵੀ ਬਿਆਨ ਦੇਵੇਗੀ ਉਹਨੂੰ ਸਟੇਟਮੈਂਟ ਮੰਨਿਆ ਜਾਵੇ। ਬਾਕੀ ਦਰਦੀ ਸਾਰੇ ਨੇ, ਦਰਦ ਸਾਰਿਆਂ ਦੇ ਅੰਦਰ ਹੈ ਔਰ ਦਰਦ ਦੇ ਵਿੱਚ ਅਸੀਂ ਨਿੱਕੀਆਂ ਗੱਲਾਂ ਦੀ ਪਰਵਾਹ ਵੀ ਨਹੀਂ ਕਰਨੀ। ਮੈਂ ਹੁਣੇ ਦੇਖ ਰਿਹਾ ਸਾਂ ਮੀਡੀਆ ਵਾਲੇ ਮੇਰੇ ਭਰਾ ਪੁੱਛ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਜਿਹੜੇ ਸਿੱਖ ਆਏ ਨੇ ਇਹਨਾਂ ਨੂੰ ਦਰੀਆਂ ਤੱਕ ਵੀ ਨਹੀਂ ਦਿੱਤੀਆਂ ਗਈਆਂ, ਪਰ ਅਸੀਂ ਦਰੀਆਂ ਦੀ ਮੰਗ ਨਹੀਂ ਕਰਨੀ। ਇੱਕ ਚੇਤੇ ਰੱਖਿਆ ਜੇ ਕਾਬਜ਼ ਇੱਕ ਧਿਰ ਹੋ ਸਕਦੀ ਹੈ ਪਰ ਸ਼੍ਰੋਮਣੀ ਕਮੇਟੀ ਤੁਹਾਡੀ ਹੈ, ਇਹ ਚੀਜ਼ ਖਾਸ ਕਰਕੇ ਚੇਤੇ ਰੱਖਿਆ ਜੇ। ਕਾਬਜ਼ ਇੱਕ ਧਿਰ ਹੋ ਸਕਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਵਿੱਚੋਂ ਨਿਕਲੀ ਕੋਈ ਪਾਰਟੀ ਹੈ। ਇਹ ਵੀਰ ਭਾਵੇਂ ਦੱਸਣ ਨਾ ਦੱਸਣ, ਗਦਰ ਲਹਿਰ ਕੀ ਸੀ, ਗੁਰਦੁਆਰਾ ਸੁਧਾਰ ਲਹਿਰ ਕੀ ਸੀ, ਸਿੰਘ ਸਭਾ ਲਹਿਰ ਮੂਵਮੈਂਟ ਕੀ ਸੀ, ਉਸ ਤੋਂ ਬਾਅਦ ਜਾ ਕੇ 1920 ਦੇ ਵਿੱਚ ਤਿਆਰ ਹੋਈ ਹੈ ਤੇ 1925 ਦੇ ਵਿੱਚ ਕਾਨੂੰਨੀ ਮਾਨਤਾ ਮਿਲੀ ਹੈ। ਇਹ ਕੁਰਬਾਨੀਆਂ ਦੇ ਵਿੱਚੋਂ ਲਈ ਸੀ, ਪਰ ਸਾਨੂੰ ਕੀ ਪਤਾ ਸੀ ਕਿ ਬਾਅਦ ਵਿੱਚ ਆ ਕੇ ਕੁਝ ਕਾਬਜ਼ ਐਸੇ ਹੋ ਜਾਣਗੇ ਜਿਹੜੇ ਕਿਤੇ ਨਾ ਕਿਤੇ ਆਪਣਾ ਨਾਤਾ ਉਹਨਾਂ ਦੇ ਨਾਲ ਕੀ ਜੋੜ ਕੇ ਰੱਖਣਗੇ ਜਿਨ੍ਹਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਕੱਢਿਆ ਗਿਆ ਸੀ। ਪਰ ਖੈਰ ਫਿਰ ਵੀ 7 ਮੈਂਬਰੀ ਜੋ ਸਟੇਟਮੈਂਟ ਦੇਵੇਗੀ ਉਹ ਤੁਸੀਂ ਮੰਨਣੀ ਹੈ। ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਲਾਨੀਆਂ, ਮੈਂ ਗੱਲ ਕਹਿ ਰਿਹਾ ਐਲਾਨੀਆਂ, ਇਹਨਾਂ ਨੇ ਕੋਈ ਵੀ ਗੱਲ, ਕਿਉਂਕਿ ਮੇਰੇ ਤੱਕ ਨਿੱਕੀ ਗੱਲ ਇਸ ਤਰੀਕੇ ਦੀ ਆਈ ਹੈ, ਵੀਰ ਸੁਖਜੀਤ ਸਿੰਘ ਖੋਸਾ ਨੂੰ ਪਤਾ ਹੈ ਵੀ ਦੇਖੋ ਜੀ ਆਪਾਂ ਗੁਰੂ ਘਰ ਦੇ ਵਿੱਚ ਬਦਨਾਮੀ ਨਹੀਂ ਕਰਵਾਉਣੀ। ਮੈਂ ਕਹਿੰਦਾ ਵੀ ਬਦਨਾਮੀ ਕਰਵਾਈ ਕਿੰਨੇ ਹੈ, ਸਾਨੂੰ ਇਹੀ ਚੀਜ਼ ਤਾਂ ਤੁਹਾਨੂੰ ਪੁੱਛਣ ਦੇ ਲਈ ਆਏ ਆ, ਬਦਨਾਮੀ ਕਰਵਾਈ ਕਿੰਨੇ ਹੈ। 328 ਸਵਰੂਪ ਤੁਸੀਂ ਆਪਣੇ ਮੂੰਹ ਤੋਂ ਕਹੇ ਆ, ਅਸੀਂ 328 ਸਵਰੂਪਾਂ ਦਾ 329 ਨਹੀਂ ਕਹਿੰਦੇ ਪਏ।
ਅਸੀਂ ਕਹਿੰਦੇ ਵੀ 328 ਦਾ ਸਾਨੂੰ ਹਰ ਇੱਕ ਬੋਲਣਾ ਚਾਹੁੰਦਾ ਹੈ, ਪਰ ਉਹ ਕਿਸੇ ਦੇ ਨਿੱਜੀ ਜਜ਼ਬਾਤ ਹੋ ਸਕਦੇ ਨੇ। ਜਿਹੜੀ ਸਟੇਟਮੈਂਟ ਹੈ ਉਹ ਆਪਣੀ 7 ਮੈਂਬਰੀ ਕਮੇਟੀ ਦੇਵੇਗੀ, ਇਹਨਾਂ ਵੀਰਾਂ ਦੀ ਸਟੇਟਮੈਂਟ ਮੰਨੀ ਜਾਵੇਗੀ। ਹੁਣ ਸਾਡੇ ਵੀਰ ਦਿਲਬਾਗ ਸਿੰਘ ਤੁਹਾਡੇ ਨਾਲ ਕੁਝ ਵਿਚਾਰਾਂ ਦੀ ਸਾਂਝ ਕਰਨਗੇ, ਆਓ ਉਹਨਾਂ ਦੇ ਕੋਲੋਂ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਹਰਪ੍ਰੀਤ ਸਿੰਘ ਮੱਖੂ ਜੀ ਨੇ ਆਖਿਆ ਕਿ 7 ਮੈਂਬਰੀ ਕਮੇਟੀ ਜਿਹੜੀ ਆ ਉਹ ਥਾਪੀ ਗਈ ਆ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ 7 ਮੈਂਬਰੀ ਕਮੇਟੀ ਦੀ ਮੰਨਣੀ ਵੀ ਪੈਣੀ ਆ। ਸਾਧ ਸੰਗਤ ਜੀ, 7 ਮੈਂਬਰੀ ਕਮੇਟੀ ਦੀ ਮੰਨਣੀ ਵੀ ਪੈਣੀ ਆ। ਪਹਿਲਾਂ ਤਾਂ ਆਪਣਾ ਜਿਹੜਾ ਮੁੱਖ ਆ ਗੁਰੂ ਸਾਹਿਬ ਵੱਲ ਨੂੰ ਕਰੋ, ਸਾਰੇ ਪਿੱਠ ਕਰਕੇ ਨਾ ਖਲੋਈਏ। ਸਭ ਤੋਂ ਪਹਿਲਾਂ ਐਸੇਡ ਹੋ ਜਾਓ, ਕਿਉਂਕਿ ਗੁਰੂ ਸਾਹਿਬ ਵੱਲ ਨੂੰ ਆਪਾਂ ਮੁੱਖ ਰੱਖਣਾ ਸਾਰੀ ਸੰਗਤ ਨੇ, ਜਾਂ ਸੰਗਤ ਸਾਰੀ ਬੈਠ ਜੇ। ਦੂਜੀ ਗੱਲ, ਜਿਸ ਤਰ੍ਹਾਂ ਗੱਲ ਭਾਈ ਸਾਹਿਬ ਨੇ ਕੀਤੀ ਕਿ ਟਕਰਾਅ ਦੀ ਗੱਲ ਹੋਈ, ਸਵੇਰੇ ਅਸੀਂ ਬਕਰਮਾਂ ਦੇ ਵਿੱਚ 2:30 ਵਜੇ ਦੇ ਆ ਕੇ ਅਸੀਂ ਬੈਠੇ ਹਾਂ। ਬਕਰਮਾਂ ਦੇ ਵਿੱਚ ਬੈਠੇ ਇਹ ਭਾਈ ਸਾਹਿਬ ਪ੍ਰਸ਼ਾਸਨ ਵਾਲੇ ਵੀ ਆਏ ਤੇ ਇਹਨਾਂ ਦਾ ਸਟਾਫ ਵੀ ਆਇਆ, ਸਾਰਾ ਸ਼੍ਰੋਮਣੀ ਕਮੇਟੀ ਦਾ। ਇਹਨਾਂ ਗੱਲ ਦੱਸ ਨਾ ਕੀਤੀ ਤੇ ਇੰਨੀ ਗੱਲ ਇਹਨਾਂ ਜ਼ਰੂਰ ਕੀਤੀ ਕਿ ਤੁਸੀਂ ਸਾਡੇ ਨਾਲ ਟਕਰਾਅ ਕਰਨ ਆਏ ਜੋ। ਅਸੀਂ ਉੱਥੇ ਭਾਈ ਸਾਹਿਬ ਉਹਨਾਂ ਨੂੰ ਹੱਥ ਜੋੜੇ ਕਿ ਅਸੀਂ ਟਕਰਾਅ ਕਰਨ ਹੀ ਆਏ, ਇਸ ਚੀਜ਼ ਦਾ ਤੁਹਾਨੂੰ ਪੈ ਗਿਆ ਭੁਲੇਖਾ। ਅਸੀਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਪੱਗ ਦਾ ਹਿਸਾਬ ਲੈਣਾ ਆ। ਅਸੀਂ ਉਹ ਕੱਲਾ ਹਿਸਾਬ ਜਿਹੜਾ ਉਹ ਲੈ ਕੇ ਜਾਵਾਂਗੇ। ਅੰਤਰਿਕ ਕਮੇਟੀ ਆ ਜਿਹੜੀ, ਤੇ ਨਾਲ ਜਿਹੜਾ ਲੌਂਗੋਵਾਲ ਆ, ਜਿੰਨਾ ਚਿਰ ਇਹਨੂੰ ਕੱਢਿਆ ਨਹੀਂ ਜਾਂਦਾ, ਇਹਨੂੰ ਸਸਪੈਂਡ ਨਹੀਂ ਕੀਤਾ ਜਾਂਦਾ, ਇਹਨੂੰ ਬੰਨੇ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਤੱਕ ਇਹ ਜਿਹੜੇ ਧਰਨੇ ਆ ਇਦਾਂ ਲੱਗੇ ਰਹਿਣਗੇ। ਦੂਜੀ ਗੱਲ, ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਕਿਉਂ ਨਾ ਆਪਾਂ ਇੱਥੋਂ ਇੰਨੀ ਕੁ TRP ਲਈਏ, ਜਾਂ ਬੋਲ ਕੇ ਮੀਡੀਆ ਦੇ ਕੋਈ ਇੱਥੋਂ ਇਹਨੂੰ ਹੋ ਜੇ, ਕੋਈ ਦੂਜਾ ਆਇਆ ਤੇ ਉੱਥੋਂ ਉਹਨੂੰ ਹੋ ਜੇ। ਇਹ ਗੱਲ ਵੀਰ ਮੇਰੇ ਉਹ ਨਾ ਕਰਿਓ। ਇਹ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਆ। ਇਹ ਗੁਰੂ ਸਾਹਿਬ ਵੱਲ ਪਿੱਠ ਕਰਕੇ ਨਾ ਇੱਥੋਂ ਜਾਇਓ। ਜਿੰਨੀਆਂ ਵੀ ਜਥੇਬੰਦੀਆਂ ਵਾ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਇੱਥੇ ਆਪੋ ਆਪਣਾ ਨਾਂ ਲਿਖਵਾਓ ਤੇ ਆਪਣੀ ਡਿਊਟੀ ਆ ਜਿਹੜੀ, ਇਹ ਜਿੰਨਾ ਚਿਰ ਵੀ ਮੋਰਚਾ ਚੱਲੂਗਾ ਕਿ ਉਹ 2-2 ਜਥੇਬੰਦੀਆਂ ਦੀ ਇੱਥੇ ਡਿਊਟੀ ਲੱਗੂਗੀ। ਉਹ ਸੰਗਤ ਲੈ ਕੇ ਬੈਠਣਗੀਆਂ ਤੇ ਉਸ ਹਿਸਾਬ ਨਾਲ ਜਿਹੜਾ ਵਾ ਜੋ ਵੀ ਡਾਟਾ ਜਿਹੜਾ 7 ਮੈਂਬਰੀ ਕਮੇਟੀ ਕੱਢੇਗੀ ਉਹ ਤੁਹਾਨੂੰ ਦੱਸਿਆ ਜਾਊਗਾ। ਤੁਹਾਡੇ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜਿਹੜੇ ਵੀਰ ਕੋਈ ਜਥੇਬੰਦੀਆਂ ਦੇ ਆਗੂ ਨਹੀਂ, ਉੱਦਾਂ ਸੰਗਤ 'ਚ ਵੀ ਵੀਰ ਕੋਈ ਸੇਵਾ ਲੈਣੀ ਚਾਹੁੰਦਾ ਵਾ ਤੇ ਉਹ ਵੀ ਵੀਰ ਆਪਣਾ ਇੱਥੇ ਨਾਂ ਲਿਖਾ ਸਕਦਾ ਵਾ ਕਿ ਮੈਂ ਆ ਤੁਹਾਡੇ ਨਾਲ ਜਥੇਬੰਦੀਆਂ ਦੇ ਇੰਨੇ ਬੰਦੇ ਖੜ ਕੇ ਮੈਂ ਸੇਵਾ ਜਿਹੜੀ ਨਾਲ ਲਊਂਗਾ। ਤੇ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਕੋਈ ਵੀ ਕਰਿੰਤੂ ਜਾਂ ਸ਼੍ਰੋਮਣੀ ਕਮੇਟੀ ਵਾਲੇ ਵੀਰਾਂ ਨੂੰ ਜਾਂ ਹੋਰ ਕਿਸੇ ਨੂੰ ਆਪਾਂ ਨਹੀਂ ਕਰਨਾ। ਆਪਾਂ ਜਿੰਨਾ ਵੀ ਆ ਸਤਿਕਾਰ ਨਾਲ ਬਹਿਣਾ ਤੇ ਪਿਆਰ ਨਾਲ ਹਿਸਾਬ ਲੈਣਾ ਇਹਨਾਂ ਕੋ। ਜੇ ਤਾਂ ਦੇ ਦੇਣਗੇ ਠੀਕ ਆ, ਨਹੀਂ ਤਾਂ ਭਾਵੇਂ ਇੱਥੇ ਜਿੰਨਾ ਚਿਰ ਮਰਜ਼ੀ ਬੈਠਾ ਰਹਿਣਾ ਚਾਹੀਦਾ। ਆਪਾਂ ਨੂੰ ਬਹਿਣਾ ਚਾਹੀਦਾ। ਗੁਰੂ ਸਾਹਿਬ ਦਾ ਹਿਸਾਬ ਜਿਹੜਾ ਅਸੀਂ ਲੈ ਕੇ ਜਾਵਾਂਗੇ ਜੀ ਇੱਥੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਦੇ ਵਿੱਚ ਸਰਦਾਰ ਦਿਲਬਾਗ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ ਵੀਰ ਨੇ, ਦਰਦ ਰੱਖਦੇ ਨੇ। ਉਹਨਾਂ ਨੇ ਤੁਹਾਨੂੰ ਇੱਕ ਸੰਕੇਤ ਦੇ ਦਿੱਤਾ ਹੈ। ਇੱਕ ਵਾਰੀ ਫਿਰ ਸਮਝ ਲਓ ਵੀਰੋ, ਤੁਹਾਨੂੰ ਇੱਕ ਸੰਕੇਤ ਦੇ ਦਿੱਤਾ ਹੈ ਕਿ ਮੋਰਚਾ ਲੰਮਾ ਵੀ ਜਾ ਸਕਦਾ ਹੈ। ਇਹ ਫੈਸਲਾਕੁਨ ਜੰਗ ਹੈ। ਇਹ ਮੋਰਚਾ ਲੰਮਾ ਜਾ ਸਕਦਾ ਹੈ। ਉਸ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਕੀ ਹੋਣੀਆਂ ਨੇ, ਜਿਹੜੇ ਅਸੀਂ ਅੱਜ ਅਤਾਬਲੇ ਹਾਂ, ਬਿਲਕੁਲ ਤੁਹਾਡਾ ਦਰਦ ਹੈ। ਉਸ ਤੋਂ ਬਾਅਦ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਸੰਗਤ ਤੁਸੀਂ ਕਿੰਨੀ ਦੀ ਕਿੰਨੀ ਲੈ ਕੇ ਆਉਣੀ ਹੈ, ਕਿਵੇਂ ਸਮਰਥਨ ਕਰਨਾ ਹੈ, ਇੱਕ ਸੰਕੇਤ ਤੁਹਾਨੂੰ ਦੇ ਦਿੱਤਾ ਹੈ। ਇਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਹਿਸਾਬ ਦੇ ਦਿੰਦੀ ਹੈ ਕਿ ਲੰਮਾ ਸਮਾਂ ਆਪਣਾ ਜਲੂਸ ਕਢਾ ਕੇ ਹਿਸਾਬ ਦਿੰਦੀ ਹੈ। ਇਹ ਹੁਣ ਇਹਨਾਂ ਤੇ ਡਿਪੈਂਡ ਹੈ। ਇਹ ਹੁਣ ਆਪਾਂ ਤੇ ਸਵਾਲ ਕਰ ਸਕਦੇ ਆ ਨਾ। ਵੀਰਾਂ ਨੇ ਸੰਕੇਤ ਦੇ ਦਿੱਤਾ ਵੀ ਇਹ ਜੰਗ ਬੜੀ ਵੀ ਦਰਬਾਰ ਸਾਹਿਬ ਨਾਲ ਮੱਥਾ, ਅਸੀਂ ਸਿਸਟਮ ਦੇ ਨਾਲ ਮੱਥਾ ਲਾਇਆ, ਅਸੀਂ ਦਰਬਾਰ ਸਾਹਿਬ ਨਾਲ ਮੱਥਾ ਨਾ ਲਾ ਸਕਦੇ ਆ, ਨਾ ਇਹਨੇ ਜੋਗੇ ਆ। ਦਰਬਾਰ ਸਾਹਿਬ ਦੀ ਮਰਿਆਦਾ ਦੇ ਲਈ, ਗੁਰੂ ਘਰ ਦੀ ਮਰਿਆਦਾ ਦੇ ਲਈ ਅਸੀਂ ਆਪਣੀਆਂ ਜਾਨਾਂ ਵੀ ਦੇ ਦਿਆਂਗੇ। ਕਿਉਂ ਸਾਰੇ ਸਹਿਮਤ ਹੋ ਇਸ ਗੱਲ ਦੀ? ਜਕਾਰੇ ਨਾਲ ਇਹ ਹੁਣ ਮੇਰੇ ਵੀਰ ਇਹ ਦੱਸ ਦੇਣ ਵੀ ਇਹ 328 ਸਰੂਪਾਂ ਦਾ ਹਿਸਾਬ ਅੱਜ ਦਿੰਦੇ ਆ ਕਿ ਮੋਰਚਾ ਕਿੰਨਾ ਲੰਮਾ ਚੱਲਦਾ ਉਦੋਂ ਦਿੰਦੇ ਆ। ਆਓ ਹੁਣ ਬਾਕੀ ਗੱਲਾਂ ਤੁਹਾਡੇ ਨਾਲ ਸਾਡੇ ਬੜੇ ਸਤਿਕਾਰਯੋਗ ਵੀਰ ਸੁਖਜੀਤ ਸਿੰਘ ਜੀ ਖੋਸਾ, ਜੋ ਬੜਾ ਦਰਦ ਰੱਖਦੇ ਨੇ। ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ, ਸਾਡੇ ਵੀਰ ਮਹਾਲਮ ਜੀ ਹੋ ਗਏ, ਮੁੱਛਲ ਜੀ ਹੋ ਗਏ, ਇਹ ਸਾਰੇ ਮੇਰੇ ਭਰਾ ਆਏ ਨੇ ਬੁਲਾਰੇ ਥੋੜਾ ਸਮਾਂ ਬੋਲਣਗੇ। ਆਓ ਵੀਰ ਸੁਖਜੀਤ ਸਿੰਘ ਖੋਸਾ ਤੇ ਇਸ ਮੁੱਦੇ ਨੂੰ ਲੈ ਕੇ, ਇਸ ਮੋਰਚੇ ਨੂੰ ਲੈ ਕੇ ਕੀ ਖਿਆਲ ਨੇ ਆਪਾਂ ਸਾਂਝੇ ਕਰਦੇ ਹਾਂ।
ਪਰ ਇੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸ ਦਿਆਂ ਜੀ, ਜੇ ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਤੇ ਇਹਨਾਂ ਨੂੰ ਮੈਂ ਦੱਸ ਦਿਆਂ। ਆਵਾਜ਼ ਨਾ ਆਵੇ, ਆਵਾਜ਼ ਨਾ ਆਵੇ, ਆਵਾਜ਼ ਨਾ ਆਵੇ। ਇਹ ਕਹਿੰਦੇ ਅੰਦਰ ਨਹੀਂ ਆਉਣ ਦੇਣੇ। ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਧਰਮ ਯੁੱਧ ਮੋਰਚਾ ਲੱਗਾ ਸੀ ਕਿੱਥੋਂ ਲੱਗਾ ਸੀ? ਸ਼੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਮੈਨੂੰ ਜਵਾਬ ਦੇ ਦੇਵੇ, ਕੋਈ ਵੀ ਜਵਾਬ ਦੇਵੇ। ਔਰ ਮੰਜੀ ਸਾਹਿਬ ਤੋਂ ਜਿਹੜੇ ਪ੍ਰਚਾਰਕ ਰਾਗੀਆਂ ਬਾਰੇ ਬੋਲਦੇ ਹੁੰਦੇ ਆ, ਮੈਂ ਕਹਿੰਦਾ ਉਹਨਾਂ ਨੂੰ ਵੀ ਇੱਥੇ ਲਿਆਓ, ਉਹ ਸਾਡੇ ਨਾਲ ਬਕਾਇਦਾ ਟਾਕ ਤੇ ਕਰਨ ਨਾ ਇਹਨਾਂ ਗੱਲਾਂ ਦਾ। ਅਸੀਂ ਪੁੱਛੀਏ ਵੀ ਮੰਜੀ ਸਾਹਿਬ ਦੀ ਸਟੇਜ ਦੂਸ਼ਣਬਾਜ਼ੀਆਂ ਵਾਸਤੇ ਨਹੀਂ ਹੈ। ਮੰਜੀ ਸਾਹਿਬ ਤੋਂ ਕਿਸੇ ਬੁਲਾਰੇ ਨੇ 328 ਸਵਰੂਪਾਂ ਦੀ ਗੱਲ ਕੀਤੀ ਹੈ? ਬੋਲੋ ਸਿੱਖੋ, ਨਹੀਂ ਕੀਤੀ। ਕੀ ਬਾਬਾ ਜਰਨੈਲ ਸਿੰਘ ਜੀ ਇੱਥੋਂ ਪੰਥ ਦੇ ਮੁੱਦਿਆਂ ਦੀ ਗੱਲ ਕਰਦੇ ਸੀ ਕਿ ਨਹੀਂ ਸੀ ਕਰਦੇ? ਬਸ ਫਿਰ ਆਹ ਫਰਕ ਰਹਿ ਗਿਆ। ਇਹ ਚੜ੍ਹਦੇ ਤੇ ਲਹਿੰਦੇ ਦਾ ਅੰਤਰ ਹੈ। ਇਹ ਕਹਿੰਦੇ ਵੀ ਅਸੀਂ ਮੰਜੀ ਸਾਹਿਬ ਕੋਈ ਵੀ ਆ ਕੇ ਪ੍ਰੋਟੈਸਟ ਨਹੀਂ ਕਰ ਸਕਦਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਮੋਰਚੇ ਕਿੱਥੋਂ ਲੱਗੇ ਸੀ? ਧਰਮ ਯੁੱਧ ਮੋਰਚਾ ਕਿੱਥੋਂ ਲੱਗਾ ਸੀ? ਜਵਾਬ ਦੇ ਦਿਓ ਬਾਈ। ਮੀਟਿੰਗਸ ਕਿੱਥੇ ਹੁੰਦੀਆਂ ਸੀ? ਸਾਰਾ ਕੁਝ ਤੁਹਾਨੂੰ ਪਤਾ ਹੈ, ਪਰ ਅੱਜ ਤੁਹਾਡੇ ਤੇ ਰੋਕ ਲਾਈ ਗਈ ਹੈ। ਆਓ ਹੁਣ ਵੀਰ ਸੁਖਜੀਤ ਸਿੰਘ ਖੋਸਾ ਤੇ ਇਸ ਚੀਜ਼ ਬਾਰੇ ਆਪਾਂ ਬਿਆਨ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਨਾਮ ਹਰਪ੍ਰੀਤ ਸਿੰਘ ਮੱਗੂ ਹੈ ਜੀ, ਤੇ ਮੈਂ ਕੌਮ ਦਾ ਇੱਕ ਚਾਕਰ ਹਾਂ, ਤੇ ਇੱਥੇ ਮੈਂ ਇਹਨਾਂ ਦੇ ਕੋਲੋਂ ਹਿਸਾਬ ਮੰਗਣ ਦੇ ਲਈ ਆਇਆ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਬਾਅਦ ਕਿੰਨੇ ਬੋਲਣਾ ਉਹਨਾਂ ਨੂੰ ਨਾਮ ਦੱਸਣਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸਭ ਤੋਂ ਪਹਿਲਾਂ ਮੈਂ ਜਿਹੜੀ ਗੱਲ ਜੇ ਰੱਖੂੰਗਾ ਤਾਂ ਜੇ ਤੁਸੀਂ ਬਹੋਗੇ। ਸਾਰੇ ਮੇਰੇ ਭਰਾ ਬਹਿ ਜਾਓ ਸਾਰੇ। ਨੌਜਵਾਨ ਵੀਰੋ, ਤੁਹਾਨੂੰ ਠੀਕ ਨਹੀਂ ਲੱਗਦੀ ਗੱਲ, ਫਿਰ ਮੈਂ ਨਾ ਬੋਲਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਆਪਣੇ ਜਿਹੜੇ ਦਸਤਾਰਿਆ ਆ ਜਾਂ ਦਾੜਾ ਆ, ਇਹ ਦਰਬਾਰ ਸਾਹਿਬ ਵੱਲ ਨੂੰ ਕਰੀਏ। ਮਾਰੇ ਕਹਿੰਦੇ ਸੇ ਦਾੜੀਆਂ ਸੁੱਚੀਆਂ ਜੇ ਗੁਰਚਰਨੀ ਲਗਨ, ਤੇ ਆਪਾਂ ਤਾਂ ਖੌਤੀ ਆਗੂ ਵੱਲ ਨੂੰ ਮੂੰਹ ਕਰਕੇ ਬੈਠੇ ਆ। ਉਧਰ ਨੂੰ ਇਹਨਾਂ ਨੂੰ ਪਿੱਠ ਕਰਨੀ ਆਪਾਂ। ਜਿੱਦਣ ਇਹ ਖਾਲਸਾ ਪੰਥ 'ਚ ਸ਼ਾਮਲ ਹੋ ਜਾਣਗੇ ਉਦੋਂ ਇਹਨਾਂ ਨੂੰ ਮੂੰਹ ਕਰਾਂਗੇ। ਤੇ ਦੂਜੀ ਬੇਨਤੀ ਆ ਵੀ ਪ੍ਰਕਰਮਾ ਨਾ ਬਲੌਕ ਕੀਤੀ, ਆਪਣਾ ਰਸਤਾ ਨਾ ਸੰਗਤ ਦਾ ਰੋਕਿਆ ਜਾਵੇ। ਪਿੱਛੇ ਨੂੰ ਹਟ ਕੇ ਲੰਮੇ ਹੋ ਜਾਓ। ਸਾਰਾ ਥਾਂ ਗੁਰੂ ਰਾਮਦਾਸ ਮਹਾਰਾਜ ਦਾ ਪਿਛਾਂਹ ਨੂੰ ਹੋ ਜਾਓ, ਇਧਰੋਂ ਵੀ ਪਿਛਾਂਹ ਨੂੰ ਹੋ ਜਾਓ। ਪ੍ਰਕਰਮਾ ਚੱਲਦੀ ਰਹਿਣੀ ਚਾਹੀਦੀ ਆ, ਰਸਤਾ ਚੱਲਦਾ ਰਹਿਣਾ ਚਾਹੀਦਾ ਆ। ਵੀਰਾਂ ਨੇ ਮੈਨੂੰ ਦੱਸਿਆ ਕਿ ਮੰਜੀ ਸਾਹਿਬ ਨੂੰ ਜਿੰਦਾ ਮਾਰ ਦਿੱਤਾ ਗਿਆ ਹੈ। ਦੇਖੋ ਹੁਣ ਇਦੋਂ ਗਾਂ ਕੀ ਹੋ ਸਕਦਾ ਹੈ? ਜੇ ਗੁਰੂ ਦੇ ਘਰ ਨੂੰ ਤਾਲੇ ਮਾਰਨ ਵਾਲਿਆਂ ਦਾ ਪੰਥ ਕੀ ਸਤਿਕਾਰ ਕਰੇ, ਪੰਥ ਨੇ ਡਿਸਾਈਡ ਕਰਨਾ ਆ। ਕਿਉਂਕਿ ਗੁਰੂ ਦੇ ਘਰ ਨੂੰ ਤੇ ਜਿੰਦੇ ਅਰੰਗੇ ਨੇ ਵੀ ਨਹੀਂ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਅੰਗਰੇਜ਼ਾਂ ਨੇ ਵੀ ਇਹੋ ਜੀ ਗੱਲ ਨਹੀਂ ਸੀ ਕੀਤੀ, ਪਰੰਤੂ ਨਰੈਣੂ ਮਹੰਤ ਨੇ ਗੁਸਤਾਖੀ ਜ਼ਰੂਰ ਕੀਤੀ ਸੀ। ਤੋ ਅਸੀਂ ਇਹਨਾਂ ਨੂੰ ਸਵੇਰੇ ਅਰਦਾਸ ਵਿੱਚ ਅੰਮ੍ਰਿਤ ਵੇਲੇ ਇਹ ਦੱਸਿਆ ਸੀਗਾ ਸੋਸ਼ਲ ਮੀਡੀਆ ਰਾਹੀਂ ਅਰਦਾਸ ਬੇਨਤੀ ਕਰਕੇ। ਕਈਆਂ ਨੇ ਮੈਨੂੰ ਇਹ ਵੀ ਸਵਾਲ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਦਾ ਤੇ ਹਜੇ ਪ੍ਰਕਾਸ਼ ਨਹੀਂ ਹੋਇਆ। ਇਤਿਹਾਸਕ ਸਥਾਨ ਆ, ਇੱਥੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਹੋਈ ਆ, ਇਹਨਾਂ ਮਹਾਂਪੁਰਖਾਂ ਦੀ, ਇਹਨਾਂ ਗੁਰੂ ਸਾਹਿਬਾਨਾਂ ਦੀ। ਇੱਥੇ ਜ਼ਰਾ ਵਿੱਚ ਗੁਰਬਾਣੀ ਹੈ। ਜੇ ਮੈਂ ਗੁਸਤਾਖੀ ਕੀਤੀ ਆ ਮੰਜੀ ਸਾਹਿਬ ਅਰਦਾਸ ਕਰਨ ਦੀ, ਮੈਂ ਕੌਮ ਕੋ ਮਾਫੀ ਮੰਗਦਾ, ਪਰੰਤੂ ਮੈਂ ਦੱਸਣਾ ਚਾਹੁੰਦਾ ਆ ਕਿ ਮੋਰਚਿਆਂ ਦੀਆਂ ਅਰਦਾਸਾਂ ਸਤਿਗੁਰ ਜਾਗਤਾ ਹੈ, ਦਿਓ ਨਹੀਂ ਹੈ।
ਅਸੀਂ ਪੜ੍ਹਦੇ ਹਾਂ ਸਤਿਗੁਰ ਜਾਗਤਾ ਹੈ ਦਿਓ। ਫਿਰ ਮੈਂ ਤਾਂ ਬਈ ਉਹ ਕਹਿੰਦੇ ਸੀ ਨਹੀਂ ਜਾਣ ਦੇਣਾ, ਆਪਾਂ ਕਹਿੰਦੇ ਸੀ ਗੁਰਦੁਆਰਾ ਸਾਹਿਬ ਸਾਡਾ ਹੈ, ਅਸੀਂ ਜਾਣਾ ਹੈ। ਤੇ ਮੰਜੀ ਸਾਹਿਬ ਦੀ ਮਰਜ਼ਾਦਾ ਦਾ ਸਾਨੂੰ ਪਤਾ ਆ, ਅਸੀਂ ਆਹ ਕੰਮ ਮੰਜੀ ਸਾਹਿਬ 'ਚ ਕਰਨਾ ਹੀ ਨਹੀਂ ਸੀ, ਸਾਡੇ ਵਰਕੇ ਤੇ ਹੀ ਨਹੀਂ ਸੀ ਲਿਖਿਆ। ਸਵੇਰੇ ਅਰਦਾਸ ਵਿੱਚ ਵੀ ਕਿਹਾ ਸੀ, ਸਮਝ ਨਹੀਂ ਲੱਗੀ ਇਹਨਾਂ ਨੂੰ। ਤੇ ਜਿਹੜੇ ਜਿੰਦਾ ਲਾਉਂਦੇ ਨੇ ਹੁਣ ਭਾਈ, ਜਿਹੜੇ ਸਰੂਪ ਗੁਰਬਾਣੀ ਵੇਚ ਸਕਦੇ ਨੇ, ਜਿੰਦਾ ਵੀ ਲਾ ਹੀ ਸਕਦੇ ਨੇ। ਤੇ ਜਿਨ੍ਹਾਂ ਨੇ ਜਿੰਦਾ ਗੁਰੂ ਨੂੰ ਲਾਇਆ, ਗੁਰੂ ਦੇ ਘਰ ਨੂੰ ਲਾਇਆ, ਗੁਰੂ ਨਾਨਕ ਦੇ ਘਰ ਦੀ ਚੱਕੀ ਵੀਰੋ ਚੱਲਦੀ ਹੌਲੀ ਆ, ਪੀਂਦੀ ਬੜਾ ਬਰੀਕ ਹੈ। ਇੱਥੇ ਦਫਾਕੜਾਂ ਨਹੀਂ ਹੁੰਦੀਆਂ, ਦਲੀਆ ਨਹੀਂ ਹੁੰਦਾ, ਆਟਾ ਹੀ ਬਣਦਾ। ਭਰੋਸਾ ਰੱਖੀਏ, ਅਤਾਵਲੇ ਨਾ ਗੱਲ ਹੈਗੀ। ਇੱਥੇ ਆਈ ਗੱਲ, ਵੈਸੇ ਤਾਂ ਆਪਾਂ ਖੰਡੇ ਬਾਟੇ ਦੇ ਧਾਰਨੀ ਆ, ਸਾਡਾ ਬਾਪੂ ਇੱਕ ਹੈ, ਸਾਡਾ ਇਸ਼ਟ ਇੱਕ ਹੈ, ਤੇ ਸਾਡੀ ਜਥੇਬੰਦੀ ਵੀ ਕਿਹੜੀ ਆ? ਪੰਥ ਖਾਲਸਾ। ਕਿਹੜੀ ਹੈਗੀ ਆ? ਫੇਰ ਤਾਂ ਲੋੜ ਪੈਣੀ ਨਹੀਂ ਚਾਹੀਦੀ। ਪਰੰਤੂ ਜੇ ਫੇਰ ਵੀ ਵੀਰ ਚਾਹੁੰਦੇ ਹੈਗੇ ਆ, ਮਿਸਲਾਂ ਆ, ਤੇ ਇਹ ਆਪਣੇ ਆਪਣੇ ਨਾਂ ਬੜੇ ਪ੍ਰੇਮ ਨਾਲ, ਚਾਅ ਨਾਲ, ਉਹ ਸਾਡਾ ਮਰਦੇ ਮਜਾਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਧਰਮ ਯੁੱਧ ਮੋਰਚਾ ਲੱਗਾ ਸੀ, ਅੱਜ ਬੇਅਦਬੀ ਇਨਸਾਫ ਮੋਰਚਾ ਲੱਗਿਆ। ਤੇ ਚਾਅ ਨਾਲ ਖਾ ਸਕਦੇ ਆ ਨਾ। ਤੇ ਘਰ ਨੂੰ ਜਾਣ ਦੀ ਗੱਲ ਮੇਰੇ ਖਿਆਲ ਕਰਦੇ ਸੀ, ਮੈਨੂੰ ਲੱਗਦਾ ਘਰ ਨੂੰ ਜਾਓਗੇ ਤੁਸੀਂ, ਜੇ ਜਾਣਾ ਤੇ ਹੱਥ ਖੜੇ ਕਰ ਨਾ ਕਰਿਓ, ਤੇ ਜੇ ਇੱਥੇ ਰਹਿਣਾ ਗੁਰੂ ਰਾਮਦਾਸ ਦੇ ਚਰਨਾਂ 'ਚ ਤੇ ਹੱਥ ਖੜੇ ਕਰ ਦਿਓ, ਪਤਾ ਲੱਗ ਜੂ ਕਿਹਨੇ ਨਹੀਂ ਜਾਣਾ। ਨਹੀਂ ਜਾਣਾ। ਕਿਉਂਕਿ ਜਿਹੜੀ ਤੁਹਾਨੂੰ ਬੇਨਤੀ ਕੀਤੀ ਸੀ, ਤੁਹਾਨੂੰ ਬੜੇ ਵਾਅਦਾ ਕਰਦੇ ਆ ਵੀ ਆਗੂਆਂ ਵੱਲੋਂ ਨਿਰਾਸ਼ਤਾ ਨਹੀਂ ਹੋਊਗੀ, ਜ਼ਿੰਮੇਵਾਰਾਂ ਵੱਲੋਂ। ਆਗੂ ਨਹੀਂ ਵਾਹਿਗੁਰੂ, ਜ਼ਿੰਮੇਵਾਰਾਂ ਵੱਲੋਂ। ਆਗੂ ਅਸੀਂ ਨਹੀਂ ਹੈਗੇ, ਆਗੂ ਸਾਡਾ ਬਾਬਾ ਦਇਆ ਸਿੰਘ ਜੀ ਹੈਗੇ ਆ। ਸੋ ਇਸ ਕਰਕੇ ਆਰਾਮ ਨਾਲ ਬੈਠੋ। ਕਹਿੰਦੇ ਦਰੀਆਂ ਨਹੀਂ ਦਿੱਤੀਆਂ, ਤੇ ਗੁਰੂ ਦੀ ਸੰਗਤ ਕੀ ਆ? ਕਾਮ ਧੇਨ ਗਊ ਆ। ਤੁਸੀਂ ਇੱਥੇ ਟੈਂਟ ਲਾ ਦੇਣਾ ਆ ਲਿਆ ਕੇ, ਉਹ ਵੀ ਆਪਣਾ ਸੰਗਤ ਦਾ। ਦਰੀਆਂ ਲੈ ਆਓ ਮੁੱਲ, ਸਭ ਤੋਂ ਸਸਤਾ ਕੱਪੜਾ ਵਿਕਦਾ ਹੀ ਗੁਰੂ ਰਾਮਦਾਸ ਦੇ ਘਰੇ ਆ। ਕਰ ਲਓ ਕੋਈ ਸੇਵਾ। ਤੇ ਮਹਾਰਾਜ ਨੇ ਤੇ ਚੰਦੋਆ ਲਾ ਵੀ ਦਿੱਤਾ ਉੱਪਰ, ਕਿਉਂ? ਆਪਦੇ ਖਾਲਸੇ ਦੀ ਫਿਕਰ ਬਹੁਤ ਰੱਖ ਰਿਹਾ। ਸੋ ਇਸ ਕਰਕੇ ਸੱਜਣੋ, ਹੁਣ ਆਪਾਂ ਚਿੰਤਾ ਨਹੀਂ ਕਰਨੀ ਹੈਗੀ। ਹੁਣ ਚਿੰਤਾ ਕੌਣ ਕਰੂਗਾ ਭਲਾ? ਹਾਂਜੀ, ਚਿੰਤਾ ਤਿਸ ਹੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਉਹਨੂੰ ਚਿੰਤਾ ਆ ਭਰਾਵੋ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਸਾਡਾ ਜਿਹੜਾ ਥੋੜਾ ਬਹੁਤਾ ਦਿਮਾਗ ਆ ਜਾਂ ਕੋਈ ਗੱਲ ਸੀ, ਉਹ ਭਾਈ ਇੱਥੇ ਪਹੁੰਚਣ ਤੱਕ ਹੋ ਸਕਦਾ ਸ਼ੈਤਾਨੀਆਂ ਹੋਣ ਕੁਝ। ਹੁਣ ਤੇ ਭਾਈ ਕੁਝ ਨਹੀਂ ਹੈਗਾ ਪੱਲੇ, ਗੁਰੂ ਰਾਮਦਾਸ ਦੇ ਕੋਲੋਂ ਹੀ ਲੈਣਾ, ਆਧਾਰਾ ਲੈਣਾ ਹੈ। ਤੇ ਬਾਪੂ ਕੋਲ ਬੜਾ ਕੁਝ ਹੈ। ਹੁਣ ਉਹਦੀ ਕਿਰਪਾ ਨਹੀਂ ਕੰਮ ਕਰਨਾ। ਹੁਣ ਇੱਥੇ ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ ਜੀ ਸ਼ਹੀਦ, ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ, ਤੇ ਬੁੱਢਾ ਬਾਪੂ ਬਾਬਾ ਦੀਪ ਸਿੰਘ, ਉਹਨਾਂ ਦਾ ਕੰਮ ਆ। ਸ਼ਹੀਦਾਂ ਦਾ ਕੰਮ ਹੈ, ਗੁਰਬਾਣੀ ਦਾ ਕੰਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਤਾਪ ਆ, ਗੁਰੂ ਰਾਮਦਾਸ ਦੇ ਘਰ ਦਾ ਵੱਡਾ ਮਾਣ ਆ। ਤੇ ਆਪਾਂ ਆਏ ਆ ਭਰਾਓ ਸੋਗ 70 ਬੇਅਦਬੀ ਦਾ ਇਨਸਾਫ। ਜੇ ਕਿਸੇ ਇਕੱਲੇ ਵੀਰ ਨੇ ਬੋਲਣਾ ਵੀ ਆ, ਪਾਬੰਦੀ ਨਹੀਂ ਹੈਗੀ ਉੱਤੇ, ਛਾਵੇਂ ਖੜ ਕੇ ਬੋਲੋ। ਧੁੱਪ 'ਚ ਮੁੜਕ ਆ ਜਾਂਦਾ ਹੁੰਦਾ, ਗੱਲ ਕਈ ਵਾਰ ਗਲਤ ਹੋ ਜਾਂਦੀ ਆ। ਛਾਵੇਂ ਖੜੋ ਆਰਾਮ ਨਾਲ, ਜਿੰਨੀਆਂ ਮਰਜ਼ੀ ਸਟੇਟਮੈਂਟਾਂ ਦੇਈ ਚਲੋ, ਪਰੰਤੂ ਕੋਈ ਇਹ ਖੇਚਲ ਨਾ ਕਰੇ ਵੀ ਇਹ ਖਰਿਆ ਸ਼ਾਮ ਨੂੰ ਮੁੱਕ ਜਾਣਾ, ਖਰਿਆ ਘੰਟੇ ਕਿਤੇ ਹੀ ਮੁੱਕ ਜਾਣਾ। ਇਹ ਮੁੱਕਣਾ ਉਦੋਂ ਹੀ ਆ ਜਦੋਂ ਕਾਨੂੰਨ ਦੇ ਤਰੀਕੇ ਨਾਲ ਚੰਦੂ ਦੇ ਵਾਰਸਾਂ ਦੇ ਨੱਕ ਵਿੱਚ ਨਕੇਲ ਪੈ ਗਈ। ਇਹ ਸਾਰੇ ਤੁਸੀਂ ਉਧਰਲੇ ਪਾਸੇ ਨਾ ਚੰਦੂ ਸਮਝੀ ਜਾਓ, ਉਧਰਲੇ ਪਾਸੇ ਵੀ ਬੜੇ ਬੜੇ ਗੁਰਸਿੱਖ ਬੈਠੇ ਆ।
ਜਿਨ੍ਹਾਂ ਨੇ ਅਰਦਾਸ ਕਰਨਾ ਉਹ ਨਹੀਂ ਸਵੇਰੇ ਡੱਕਿਆ। ਕੁਝ ਬੜਾ ਕੁਝ ਆ ਗੁਰੂ ਰਾਮਦਾਸ ਦੇ ਘਰੇ ਉੱਥੇ ਨੂੰ, ਪਰੰਤੂ ਉਹ ਕਾਨੂੰਨ ਵਿੱਚ ਬੱਝੇ ਹੋਏ ਆ ਵਿਚਾਰੇ, ਉਹ ਬੱਝੇ ਹੋਏ ਆ। ਬੜੇ ਅਰਦਾਸਾਂ ਕਰਦੇ ਆ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਖਾਤਰ। ਸੋ ਇਸ ਕਰਕੇ ਪਿਆਰਿਓ, ਜੇ ਕਿਸੇ ਜਥੇ ਨੇ ਵੀ ਬੋਲਣਾ, ਇੱਥੇ ਸਿੰਘ ਨੇ ਬੋਲਣਾ, ਬੋਲ ਵੀ ਸਕਦਾ ਆ, ਪਰੰਤੂ ਜਿਹੜੀ ਇੱਥੋਂ ਬਾਬਾ ਦਿਲਬਾਗ ਸਿੰਘ ਜੀ, ਬਲਬੀਰ ਸਿੰਘ ਜੀ ਮੁੱਛਲ ਸਾਹਿਬ, ਲਖਵੀਰ ਸਿੰਘ ਜੀ ਮਾਲਮ ਜੀ, ਪ੍ਰੋਫੈਸਰ ਬਲਜਿੰਦਰਪਾਲ ਸਿੰਘ ਸ਼ਾਇਦ ਕੰਮ ਪੈ ਗਿਆ ਹੁਣ ਆਏ ਨਹੀਂ, ਜਿਹੜੇ ਜ਼ਿੰਮੇਵਾਰ 7 ਉੱਥੇ ਸਿੰਘ ਸੀਗੇ ਤੇ ਉਹਨਾਂ ਚੋਂ 5 ਦਾ ਜ਼ਰੂਰੀ ਆ, ਉਹ ਜਿਹਦੀ ਡਿਊਟੀ ਲਾਉਣਗੇ ਉਹ ਸਟੇਟਮੈਂਟ ਦਊਗਾ, ਉਹਨੂੰ ਆਖਰੀ ਮੰਨਿਆ ਜਾਵੇ। ਤੇ ਪਰ ਇੱਕ ਮੈਂ ਬੇਨਤੀ ਸਿੰਘਾਂ ਨੂੰ ਕਹਿ ਦਿਆਂ ਵੀ ਸਟੇਟਮੈਂਟ ਕਾਹਦੀ ਦੇਣੀ ਆ, ਜਦੋਂ ਕੰਮ ਬਣੂਗਾ ਫੇਰ ਵੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਵੀ 7 ਮੈਂਬਰੀ ਕਮੇਟੀ ਦੇ ਵਿੱਚ ਕੌਣ ਹੈ, ਪਰ ਜੋ ਉਹ ਤੁਹਾਨੂੰ ਫੈਸਲਾ ਦੇਣਗੇ ਆਪਾਂ ਨੂੰ ਇੱਕ ਵਾਰੀ ਆਗੂਆਂ ਤੇ ਭਰੋਸਾ ਕਰਨਾ ਪੈਣਾ ਹੈ। ਮੈਂ ਮੰਨਦਾ ਹਾਂ ਕਿ ਪਹਿਲਾਂ ਸਾਨੂੰ ਆਗੂਆਂ ਵੱਲੋਂ ਨਿਰਾਸ਼ਾ ਮਿਲਦੀ ਰਹੀ ਹੈ, ਨੋ ਡਾਊਟ ਕਿ ਸੱਚ ਹੈ। ਅਸੀਂ ਆ 2 ਕਿ 3 ਦਿਨ ਪਹਿਲਾਂ ਦੀ ਗੱਲ ਹੈ, ਲੋਹਾਨ ਪਿੰਡ ਪੈ ਜਾਂਦਾ ਹੈ ਬੁੱਧਕੀ ਦੇ ਲਾਗੇ, ਉੱਥੇ ਸਾਂ ਮੈਂ ਸੀ, ਵੀਰ ਸੁਖਜੀਤ ਸਿੰਘ ਖੋਸਾ ਸੀ, ਸਾਡੇ ਵੀਰ ਲਖਵੀਰ ਸਿੰਘ ਜੀ ਮਹਾਲਮ ਸਨ, ਭਾਈ ਅਮਰੀਕ ਸਿੰਘ ਜੀ ਸਨ, ਸਾਰੇ ਅਸੀਂ ਉੱਥੇ ਸਾਂ। ਜਦੋਂ ਲੱਗੇ ਨਾ ਸਿਰੋਂ ਪਾਉਣ ਦੇ ਲਈ ਕਹਿੰਦੇ ਵੀਰ ਸੁਖਜੀਤ ਸਿੰਘ ਖੋਸੇ ਦਾ ਸਨਮਾਨ, ਤੇ ਮੈਂ ਇੱਕ ਵਾਰੀ ਹੱਥ ਫੜਿਆ ਸੀ ਭਾਈ ਅਮਰੀਕ ਸਿੰਘ ਦਾ, ਇੱਥੇ ਬੈਠੇ ਨੇ, ਮੈਂ ਕਿਹਾ ਆਗੂਆਂ ਦਾ ਸਨਮਾਨ ਜਦੋਂ ਮੋਰਚਿਆਂ ਨੂੰ ਇੱਕ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਨੇ ਨਾ, ਮੈਂ ਕਿਹਾ ਉਦੋਂ ਬਾਅਦ ਵਿੱਚ ਹੁੰਦਾ, ਉਦੋਂ ਪਹਿਲਾਂ ਨਹੀਂ ਹੋਇਆ ਕਰਦਾ। ਸੋ ਇਹਨਾਂ ਤੇ ਆਪਾਂ ਨੂੰ ਇੱਕ ਵਾਰੀ ਭਰੋਸਾ ਕਰਨਾ ਪੈਣਾ ਹੈ, ਤੇ ਇਹ ਸਾਨੂੰ ਕੀ ਰਿਜ਼ਲਟ ਦਿੰਦੇ ਨੇ ਉਹ ਅਗਲੀਆਂ ਗੱਲਾਂ ਨੇ। ਤੇ ਮੈਂ ਛੋਟੀ ਜਿਹੀ ਇੱਕ ਬੇਨਤੀ ਕਰਾਂ, ਵੀਰ ਸੁਖਜੀਤ ਸਿੰਘ ਖੋਸਾ ਨੇ ਗੱਲ ਕਹੀ ਸੀ ਕਿ ਜੰਦੇ ਲੱਗ ਗਏ, ਚਲੋ ਖੈਰ ਜੋ ਕੀਤਾ ਹੈ ਚੰਗਾ ਕੀਤਾ ਹੈ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਇੱਕ ਚੀਜ਼ ਚੇਤੇ ਰੱਖਿਆ ਜੇ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਆਏ ਸੀ ਨਾ, ਤੇ ਉਸ ਸਮੇਂ ਦੇ ਕਾਬਜ ਮਸੰਦਾਂ ਨੇ ਦਰਬਾਰ ਸਾਹਿਬ ਨੂੰ ਜੰਦੇ ਲਾਏ ਸਨ ਵੀ ਇਹ ਕਿਤੇ ਕਬਜ਼ਾ ਨਾ ਕਰ ਲੈਣ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਅੰਦਰ ਸੜੀਏ ਮਸੰਦ ਨਹੀਂ ਹੋ ਸਕਦੇ, ਤੁਸੀਂ ਅੰਦਰ ਸੜੀਏ ਹੋ ਸਕਦੇ ਹੋ। ਤੇ ਮੈਨੂੰ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਵਾਰਿਸ ਆ ਤੁਸੀਂ ਸਾਰੇ ਅੱਜ ਫੇਰ ਆਏ ਹੋ, ਤੇ ਜੰਦੇ ਲਾਉਣ ਵਾਲੇ ਕਿਹਨਾਂ ਦੇ ਵਾਰਿਸ ਨੇ ਉਹ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ। ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਇਸ਼ਾਰੇ ਮਾਤਰ ਕੁਝ ਗੱਲਾਂ ਕਰਵਾ ਲਿਆ ਕਰੋ। ਤੁਸੀਂ ਮੁਸਕਰਾਉਂਦੇ ਹੋ ਵੀ ਸਾਰੀ ਗੱਲ ਕਲੀਅਰ ਨਹੀਂ, ਇਸ਼ਾਰੇ ਮਾਤਰ ਕੁਝ ਗੱਲਾਂ ਨੂੰ ਸਮਝ ਲਈਏ, ਸਾਡਾ ਜਿਹੜਾ ਵਿਵੇਕ ਹੈ ਇਹ ਡਿਵੈਲਪ ਹੁੰਦਾ ਹੈ। ਤੇ ਦੂਜੀ ਮੈਂ ਤੁਹਾਨੂੰ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ, ਜਦੋਂ ਹਰਚਰਨ ਸਿੰਘ ਵਾਲਾ ਮਾਮਲਾ ਚੱਲਿਆ ਸੀ ਨਾ, 3 ਲੱਖ ਵਾਲਾ ਵੀ 3 ਲੱਖ ਤਨਖਾਹ, ਤੇ ਤੁਹਾਨੂੰ ਪਤਾ ਹੋਵੇਗਾ ਉਦੋਂ ਵੀ ਆਪਣੇ ਮੋਰਚੇ ਲੱਗੇ ਸੀ ਨਾ ਮੋਰਚੇ। ਤੇ ਹੁਣ ਇਹਨਾਂ ਨੂੰ ਪੁੱਛੋ ਵੀ ਜਿਸ ਕੋਹਲੀ ਨੇ ਆਡਿਟ ਕੀਤਾ ਹੈ ਉਹ 1 ਕਰੋੜ ਰੁਪਈਆ ਲੈਂਦਾ ਸੀ, ਉਦੋਂ ਆਪਾਂ ਸਾਰੇ ਕਿਉਂ ਨਹੀਂ ਬੋਲੇ ਬਈ? ਇਸ ਕਰਕੇ ਅੱਜ ਤੁਹਾਡੇ ਕੋਲ ਮੌਕੇ ਬੜੇ ਥੇ। ਕਾਰਨ ਤੁਹਾਨੂੰ ਮੈਂ ਦੱਸਦਾ ਰਹਾਂਗਾ, ਬੇਫਿਕਰੇ ਹੋ ਜਾਓ ਵੀ ਆਹ ਵੀ ਕਾਰਨ ਹੈ, ਆਹ ਵੀ ਕਾਰਨ ਹੈ, ਆਹ ਵੀ ਕਾਰਨ ਹੈ, ਆਹ ਵੀ ਕਾਰਨ ਹੈ। SGPC ਦੇ ਸੰਵਿਧਾਨ ਦੇ ਵਿੱਚ ਇਹ ਮੈਨੂੰ ਦੱਸ ਦੇਣ, ਸਾਰੀ SGPC ਦੇ ਬਾਹਰ ਖੜਾ ਮੈਂ, ਇਹ ਦੱਸ ਦੇਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਕੋਲ ਕਮਰਾ ਵੀ ਰੱਖਣ ਦੀ ਪਰਮਿਸ਼ਨ ਹੋਵੇ। ਬਿਲਕੁਲ ਕੋਈ ਪਰਮਿਸ਼ਨ ਨਹੀਂ ਹੈ। ਇੱਥੇ 2-2 3-3 ਕਮਰਿਆਂ ਤੇ ਕਬਜ਼ੇ ਕੀਤੇ ਹੁੰਦੇ ਨੇ। ਸੋ ਬੜਾ ਕੁਝ ਹੋਇਆ ਹੈ, ਆਪਾਂ ਸਾਰੇ ਮੁੱਦੇ ਫਿਰ ਚੱਕਾਂਗੇ। ਅੱਜ ਦਾ ਮਾਮਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਮੈਂ ਚਾਹਾਂਗਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਬਲਵੀਰ ਸਿੰਘ ਜੀ ਮੁੱਛਲ ਬੜੇ ਸਤਿਕਾਰਯੋਗ ਆਗੂ ਨੇ, ਦਿਨ ਰਾਤ ਵਿਚਰਦੇ ਨੇ, ਇਹ ਵੀ ਤੁਹਾਡੇ ਨਾਲ 2 ਸ਼ਬਦਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੇਨਤੀ ਹੈ, ਅੱਜ ਆਪਾਂ ਇਕੱਤਰ ਹੋਏ ਹਾਂ ਇੱਕ ਮੋਰਚੇ ਦੇ ਰੂਪ ਵਿੱਚ। ਆਪਾਂ ਨਹੀਂ ਬੈਠੇ, ਇਹਨਾਂ ਨੇ ਸਾਨੂੰ ਬਿਠਾਇਆ ਹੈ। ਆਜੋ ਜਿਹੜੇ ਪ੍ਰਬੰਧ ਲੈ ਕੇ ਬੈਠੇ ਨੇ, ਫੌਜਦਾਰੀ ਪਰਚਿਆਂ ਦਾ ਐਲਾਨ ਕਰ ਦਿੱਤਾ। ਇੱਕ ਦਿਨ ਬੀਤਿਆ, ਦੂਜੇ ਦਿਨ ਬਦਲ ਗਏ। ਛੋਟੇ ਨੇ ਕਿਹਾ ਹੋਊਗਾ ਕਿ ਕੋਈ ਗੱਲ ਨਹੀਂ, ਤੁਸੀਂ ਮੇਰਾ ਤੇ ਪਰਚਾ ਮੇਰੇ ਤੇ ਦਰਜ ਕਰਾਉਣੇ ਜੀ, ਇਹਦੇ ਤੁਹਾਡਾ ਵੀ ਮੈਂ ਸਾਰਾ ਜ਼ਾਹਰ ਕਰੂੰਗਾ ਮੀਡੀਆ ਦੇ ਵਿੱਚ। ਤੇ ਉਹਨਾਂ ਨੇ ਕਹਿਣਾ ਚਲੋ ਗੱਲ ਠੱਪ ਦਈਏ। ਗੱਲਬਾਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸਾਡੀ ਮੰਗ ਇੱਕ ਜਿੰਨੀਆਂ ਵੀ ਜਿੱਥੇ ਪ੍ਰੈਸਾਂ ਲੱਗੀਆਂ ਹੋਈਆਂ ਨੇ, ਕਿਉਂਕਿ ਪਾਵਨ ਪਵਿੱਤਰ ਗੁਰਬਾਣੀ ਮਨਮੁਖ ਨੂੰ ਜੀਵਨ ਦਿੰਦੀ ਹੈ, ਗੁਰਸਿੱਖ ਬਣਾ ਦਿੰਦੀ ਹੈ। ਹਰਿਮੰਦਰ ਸਾਹਿਬ ਵਿੱਚ ਬਾਹਰਲੇ ਦੇਸ਼ਾਂ ਤੋਂ
ਬਹੁਤ ਲੋਕ ਆਉਂਦੇ ਨੇ ਜਿਹੜੇ ਆਣ ਕੇ ਕਹਿੰਦੇ ਨੇ ਕਿ ਇੱਥੇ ਆਣ ਕੇ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਇੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦੇ ਨੇ ਸਤਿਗੁਰਾਂ ਦੇ। ਲੋਕ ਦੂਰੋਂ ਦਰਾਡਿਆਂ ਤੋਂ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਖੁਸ਼ੀਆਂ ਲੈ ਕੇ ਜਾਂਦੇ ਨੇ। ਉਹੋ ਹੀ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ, ਭਾਵੇਂ ਇੱਕ ਓਂਕਾਰ ਹੈ, ਭਾਵੇਂ ਸਤਿਨਾਮ ਸ਼ਬਦ ਹੈ ਤੇ ਗੁਰਬਾਣੀ। ਮੇਰੇ ਕੋਲ ਪੋਥੀ ਆਈ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਸਾਹਿਬ ਜੀ, ਪਹਿਲਾ ਭਾਗ 20 ਦਿਨ ਭਾਈ ਜਿਹੜੇ ਸੁਖਦੇਵ ਸਿੰਘ ਜੀ ਪੂਰਾ ਕੋਨਾ ਵਾਲੇ ਨੇ, ਇਹਨਾਂ ਨੂੰ ਸੁਖਦੇਵ ਸਿੰਘ ਜੀ ਮਿਲਿਆ ਆਣ ਕੇ, ਜਿਹੜਾ ਪੋਥੀ ਲੈ ਕੇ ਗਿਆ ਕਿ ਭਾਈ ਸਾਹਿਬ ਆਹ ਪੋਥੀ ਲਈ ਹੈ। ਉਸ ਪੋਥੀ ਦੇ ਵਿੱਚ ਬਹੁਤ ਗੁਰਬਾਣੀ ਦੀ ਬਾਤ ਘੱਟ, ਕੁਝ ਅੰਗ ਨਹੀਂ ਲੱਗੇ। ਉਹਨੂੰ ਤੇ ਗੁਰਬਾਣੀ ਦੀ ਸੰਖਿਆ ਸੀ, ਉਹਨੇ ਤੇ ਉਹ ਆਣ ਕੇ ਪੋਥੀ ਵਾਪਸ ਕਰਕੇ ਨੇ ਤੇ ਮੈਨੂੰ ਉਹਨੇ ਲਿਖ ਕੇ ਭੇਜਿਆ ਹੈ। ਸਾਰਾ ਮੇਰੇ ਕੋਲ ਉਹ ਡਿਟੇਲ ਹੈ। ਅਸੀਂ ਫੌਜਦਾਰੀ ਪਰਚੇ ਦੀ ਗੱਲ ਕੀਤੀ, ਕਹਿੰਦੇ ਕਾਲਿਆਂ ਕਾਗਜ਼ਾਂ 'ਚ ਲਿਖਿਆ ਜਾਣਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਪਰਚਾ ਹੋਇਆ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਗੁਲਾਰਾ ਚੌਕੀ ਲੱਗਿਆ, ਇੱਥੇ ਇਹਨਾਂ ਨੇ ਹੀ ਅਹੁਦੇਦਾਰਾਂ ਨੇ ਸਕੱਤਰ ਸਾਹਿਬ ਪ੍ਰਧਾਨਾਂ ਵੱਲੋਂ ਕਿੰਨਿਆਂ ਮੁਲਾਜ਼ਮਾਂ ਦੇ ਉੱਤੇ FIR ਦਰਜ ਕਰਾਈਆਂ ਨੇ। ਮੈਂ ਇੱਕ ਸੇਵਾਦਾਰ ਦੀ ਬੇਨਤੀ ਕਰਾਂ ਕਿ ਜਾ ਕੇ ਤੁਸੀਂ ਗੁਲਾਰੇ ਦੇ ਵਿੱਚੋਂ FIR'ਆਂ ਲੈ ਆਓ। ਇਹਨਾਂ ਨੇ ਸੀਮਿੰਟ ਵਿੱਚ ਘਵੜਾ ਕੀਤਾ, ਉਹਦੇ ਤੇ ਪਰਚਾ ਦਰਜ ਕਰਵਾਇਆ। ਇੱਥੋਂ ਹੀ ਦਫ਼ਤਰੋਂ ਗਿਆ, ਜੇਕਰ ਇੱਕ ਨੇ ਜਾਲੀ ਸਰਟੀਫਿਕੇਟ ਲਾ ਕੇ ਤੇ ਆਪਣੀ ਨੌਕਰੀ ਲਈ, ਉਹਦੇ ਉੱਤੇ ਵੀ 420 ਦਾ ਪਰਚਾ ਦਰਜ ਕਰਾਇਆ। ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਕਹਿੰਦੇ ਅਸੀਂ ਹਿੰਮਤ ਰੱਖਦੇ ਹਾਂ। ਹਿੰਮਤ ਆਪਣੇ ਵਾਸਤੇ ਰੱਖਦੇ ਜੇ, ਤੇ ਜਿਹੜਾ ਛੋਟਾ ਮੁਲਾਜ਼ਮ ਆ ਉਹਦਾ ਪਰਿਵਾਰ ਵੀ ਨਹੀਂ ਵੇਂਦੇ, ਤੇ ਜਿਹੜੀ ਧਾਰਾ ਨਹੀਂ ਲੱਗਦੀ ਉਹ ਵੀ ਲਾ ਦਿੰਦੇ ਨੇ, ਉਹ ਵੀ ਲਵਾ ਦਿੰਦੇ ਨੇ। ਤੇ ਮੈਂ ਬੇਨਤੀ ਕਰਾਂ ਕਿ ਸਾਡੀ ਇੱਕੋ ਇਹ ਮੰਗ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਪੂਰਨ ਤੌਰ ਤੇ ਬੰਦ ਕੀਤੀ ਜਾਵੇ। 7-8 ਇਹੋ ਇੱਕ ਪ੍ਰਸ਼ਨ ਲਿਖ ਕੇ ਇਹਨਾਂ ਦੇ ਅੱਗੇ ਤੇ ਤੁਹਾਡੇ ਅੱਗੇ ਰੱਖ ਰਹੇ ਹਾਂ ਕਿ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਭਾਵੇਂ ਕੋਈ ਪ੍ਰਾਈਵੇਟ ਪ੍ਰੈਸ ਹੈ, ਉਹ ਵੀ ਪੂਰਨ ਤੌਰ ਤੇ ਬੰਦ ਕੀਤੀ ਜਾਵੇ। ਇਹਨਾਂ ਕੋਲ ਸਮਰੱਥਾ ਹੈ ਕਰਨ ਦੀ, ਪਰ ਸਭ ਤੋਂ ਪਹਿਲਾਂ ਇਹ ਆਪਣੀ ਪ੍ਰੈਸ ਤੇ ਪਾਬੰਦੀ ਲਾਉਣ। ਤੇ ਅੱਜ ਜਿਹੜੇ ਪ੍ਰਚਾਰਕ ਪਿੰਡਾਂ ਦੇ ਵਿੱਚ ਇੱਕ ਪ੍ਰਚਾਰਕ ਦੀ ਸਟੇਟਮੈਂਟ ਆਈ ਕਿ ਸਾਨੂੰ ਇਹਨਾਂ ਨੇ ਕਹਿਤਾ ਹਰ ਇੱਕ ਪ੍ਰਚਾਰਕ ਹਫ਼ਤੇ ਦੇ ਵਿੱਚ ਸਾਨੂੰ ਰਿਪੋਰਟ ਭੇਜਣ ਕਿ ਕਿੰਨੇ ਇੱਕ ਥਾਣੇ ਵਿੱਚ ਗੁਰੂ ਘਰ ਨੇ ਤੇ ਕਿੰਨੇ ਗੁਰੂਆਂ ਘਰਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਪ੍ਰਚਾਰਕ ਨੇ ਬਾਹਾਂ ਖੜੀਆਂ ਕਰਤੀਆਂ। ਅਸੀਂ ਇੱਕ ਹਫ਼ਤੇ 'ਚ ਨਹੀਂ ਦੇ ਸਕਦੇ। ਅੱਜ ਚੇਤਾ ਆ ਗਿਆ ਇਹਨਾਂ ਨੂੰ, ਪਤਾ ਸਾਰਾ ਹੀ ਹੈ ਇਹਨਾਂ ਨੂੰ। ਵਡਭਾਗ ਸੋਧੇ ਡੇਰੇ ਕਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਸਾਲ ਬਾਅਦ ਪ੍ਰਕਾਸ਼ ਹੁੰਦੇ ਨੇ, ਪਤਾ ਸਾਰਾ ਹੀ ਹੈ। ਜਿਹੜੇ ਪੰਜਾਬ ਦੇ ਵਿੱਚ ਡੇਰੇ ਨੇ ਜਿਹੜੇ ਲੜੀਆਂ ਆਰੰਭ ਕਰਾਉਂਦੇ ਨੇ। ਮੈਂ ਬੇਨਤੀ ਕਰਾਂ ਸਾਰੀ ਸੰਗਤ ਨੂੰ ਕਿ ਜਿਹੜੀ ਪਵਿੱਤਰ ਗੁਰਬਾਣੀ, ਭਾਵੇਂ ਅਖਬਾਰਾਂ ਦੇ ਸ਼ਬਦ ਹੀ ਹੈ ਗੁਰਬਾਣੀ, ਪੈਰਾਂ 'ਚ ਰੋਲਦੀ ਹੈ, ਅਸੀਂ ਇਹ ਰੋਲ ਨਹੀਂ ਦੇਵਾਂਗੇ। ਸਾਨੂੰ ਬਚਨ ਸੁਣਾਇਆ ਕਿ ਮਹਾਰਾਜ ਰਣਜੀਤ ਸਿੰਘ ਜੀ ਨੇ, ਜਥੇਦਾਰ ਬਾਬਾ ਗੱਜਣ ਸਿੰਘ ਜੀ ਕਹਿੰਦੇ ਕਿ ਉਹਨਾਂ ਨੇ ਸੇਵਾਦਾਰ ਰੱਖੇ ਹੁੰਦੇ ਸਨ, ਪਿੰਡਾਂ ਵਿੱਚ ਭੇਜਦੇ ਸਨ। ਪੰਜਾਬੀ ਮਾਂ ਬੋਲੀ ਜਿਹੜੀ ਪੈਰਾਂ 'ਚ ਪਈ ਹੁੰਦੀ ਸੀ, ਉਹਨਾਂ ਨੂੰ ਲੈ ਕਰਕੇ ਇੱਕ ਜਗ੍ਹਾ ਦੇ ਸੰਸਕਾਰ ਕਰਕੇ ਉਹਨੂੰ ਜਲ ਦੇ ਵਗਦੇ ਪਾਣੀ ਜਾਂ ਖੂਹ ਵਿੱਚ ਜਲ ਪ੍ਰਵਾਹ ਕਰ ਦਿੰਦੇ ਹੁੰਦੇ ਸਨ। ਇਹ ਤੇ ਉਹ ਸਤਿਗੁਰ ਦੀ ਬਾਣੀ ਆਈ ਜਿਹੜੀ ਧੁਰੋਂ ਆਈ ਹੈ, ਜਿਹੜੀ ਜੀਵਨ ਦਿੰਦੀ ਹੈ। ਤੇ ਅਸੀਂ ਚਾਹੁੰਦੇ ਹਾਂ ਇਹ ਸਾਡੀ ਕੋਈ ਹੋਰ ਮੰਗ ਨਹੀਂ ਹੈ ਕਿ ਤੁਸੀਂ ਇਹ ਅਹੁਦੇ ਛੱਡ ਕੇ ਤੇ ਘਰੋਂ ਚਲ ਜਾਓ। ਨਹੀਂ, ਅਸੀਂ ਸੰਭਾਲਣਾ ਚਾਹੁੰਦੇ ਹਾਂ। ਸੰਭਾਲੋ ਤੁਸੀਂ, ਪਰ ਜਿਹੜੇ ਦੋਸ਼ੀ ਨੇ ਉਹ ਸੰਗਤ ਦੇ ਕਟਹਿਰੇ ਦੇ ਸਾਹਮਣੇ ਲਿਆਂਦੇ ਜਾਣ ਤੇ ਪਾਵਨ ਪਵਿੱਤਰ ਗੁਰਬਾਣੀ ਦੀ ਜਿਹੜੀ ਛਪਾਈ ਆ ਉਹ ਅੱਜ ਤੋਂ ਬੰਦ ਕਰ ਦਿੱਤੀ ਜਾਵੇ। ਇਹ ਸਾਡੀਆਂ ਮੰਗਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਇੰਨੀ ਵੀ ਧੁੱਪ ਨਹੀਂ ਪਈ ਜਿੰਨੇ ਕਿ ਢਿੱਲੇ ਜਿਹੇ ਹੋ ਗਏ ਹੋ। ਕੱਢੋ ਆਵਾਜ਼, ਮੱਥਾ ਕਿਹਨਾਂ ਨਾਲ ਆ? ਵਾਹਿਗੁਰੂ ਜੀ ਕਾ ਖਾਲਸਾ, ਉਧਰ ਕੋਧਰ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੁਦ ਰੱਖਾ। ਇਹ ਹੰਸ ਕਿਸੇ ਦੇ ਖੇਤ ਵਿੱਚ ਚਲਾ ਜਾਵੇ ਕਿ ਉਹ ਕਿਸਾਨ ਭੱਜ ਕੇ ਡਾਉਣ ਜਾਵੇ ਵੀ ਮੈਂ ਹੰਸ ਡਾ ਦਿਆਂ ਕਿਤੇ ਕੋਧਰਾ ਨਾ ਖਾ ਜੇ। ਸਤਿਗੁਰੂ ਕਹਿੰਦੇ ਨਹੀਂ, ਇਹਨੇ ਕੋਧਰਾ ਨਹੀਂ ਖਾਣਾ, ਇਹ ਤੇ ਤੇਰੇ ਸਗੋਂ ਬਾਗਾਂ ਦੇ ਅੰਦਰ ਤੇਰੇ ਖੇਤਾਂ ਦਾ ਮਾਣ ਵਧਾਉਣ ਲਈ ਆਇਆ ਹੈ।
ਸ਼ਾਇਦ ਇਹਨਾਂ ਨੂੰ ਭੁਲੇਖਾ ਪੈ ਗਿਆ ਵੀ ਇਹਨਾਂ ਦੀਆਂ ਕੁਰਸੀਆਂ ਆਪਾਂ ਲੈਣ ਆਏ ਆ। ਬੋਲੋ ਬਈ, ਹੈਗਾ ਨਾ ਭੁਲੇਖਾ ਵੀ ਇਹਨਾਂ ਦੀਆਂ ਕੁਰਸੀਆਂ ਲੈਣ ਦੇ ਲਈ ਆਏ ਆ। ਨਹੀਂ, ਅਸੀਂ ਤੁਹਾਡੀਆਂ ਕੁਰਸੀਆਂ ਲੈਣ ਨਹੀਂ ਆਏ, ਅਸੀਂ ਤੇ ਬਾਪੂ ਦੇ 328 ਸਵਰੂਪਾਂ ਦਾ ਹਿਸਾਬ ਲੈਣ ਦੇ ਲਈ ਆਏ ਆ। ਤੇ ਭਾਈ ਸਾਨੂੰ ਹਿਸਾਬ ਦੇ ਦਿਓ, ਕਿੰਨਾ ਕੁ ਵੱਡਾ ਕੰਮ ਹੈ। ਤੁਸੀਂ ਮੈਨੂੰ ਦੱਸੋ ਜਵਾਬ ਇਹਨਾਂ ਨੂੰ ਦੇਣਾ ਬਣਦਾ ਹੈ ਕਿ ਨਹੀਂ ਬਣਦਾ? ਹੁਣ ਤੁਸੀਂ ਸਾਰੇ ਕੋਈ ਆਪਦਾ ਬੱਚਾ ਲਵਾਉਣ ਤੇ ਨਹੀਂ ਆਏ, ਬੋਲੋ ਬਈ, ਕਿਸੇ ਦੀ ਪ੍ਰਮੋਸ਼ਨ ਕਰਵਾਉਣ ਤੇ ਨਹੀਂ ਆਏ, ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਘਪਲਾ ਕਰਨ ਆਏ ਹੋ, ਕੋਈ ਕਮਰਿਆਂ ਦਾ ਰੌਲਾ ਆਏ ਹੋ। ਤੁਸੀਂ ਸਾਰੇ ਕੀ ਆਏ ਹੋ? ਆਪਣੇ ਬਾਪੂ ਦੇ 328 ਸਵਰੂਪ ਜਿਹੜੇ ਕਹਿੰਦੇ ਗਾਇਬ ਹੋ ਗਏ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਈ ਵਾਰੀ ਮੈਂ ਸ਼ਬਦ ਕਿਹੜਾ ਵਰਤਾਂ, ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ, ਤੁਸੀਂ ਸਾਕੇ ਨਨਕਾਣੇ ਦਾ ਨਾਮ ਸੁਣਿਆ? ਬੋਲੋ ਬਈ। ਹਾਂ, ਬਿਨਾਂ ਸਪੀਕਰ ਦੇ ਆਵਾਜ਼ ਆਵੇ ਆਪਣੀ। ਸਾਕੇ ਨਨਕਾਣੇ ਦਾ ਨਾਂ ਸੁਣਿਆ? ਹੁਣ ਸਾਕਾ ਨਨਕਾਣਾ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਵੀ 2021 ਦੇ ਵਿੱਚ ਆਪਾਂ 100 ਸਾਲਾ ਮਨਾਉਣਾ। ਤੇ ਨਰੈਣੂ ਮਹੰਤ ਨੇ ਗੋਲਕਾਂ ਦੀ ਦੁਰਵਰਤੋਂ ਕੀਤੀ ਸੀ, ਜ਼ਮੀਨਾਂ ਦੀ ਦੁਰਵਰਤੋਂ ਕੀਤੀ ਸੀ, ਪਰ ਚੇਤੇ ਰੱਖਿਆ ਜੇ ਉਹਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਖੁਰਦ-ਬੁਰਦ ਨਹੀਂ ਸੀ ਕੀਤੇ। ਬੋਲੋ ਵੀ ਸੱਚ ਹੈ ਕਿ ਨਹੀਂ ਸੱਚ? ਸਾਕਾ ਨਨਕਾਣਾ SGPC ਨੇ ਛਪਾਇਆ ਜੀ, ਤੇ ਇਹ ਕਿਤੇ ਤੁਸੀਂ ਬਾਹਰ ਜਾ ਕੇ ਲੈ ਲਿਆ ਜੇ ਆਪਣੇ ਆਪ ਕਲੀਅਰ ਹੋ ਜਾਏਗਾ। ਇਸ ਕਰਕੇ ਛੋਟਾ ਮਾਮਲਾ ਨਹੀਂ ਹੈ। ਜੇ ਇਹਨੂੰ ਮੈਂ ਇਸ ਢੰਗ ਦੇ ਵਿੱਚ ਪੇਸ਼ ਕਰਦੇ ਆ, ਉਹ ਵੀ ਸੁਣ ਲਵੋ ਵੀ ਜਦੋਂ ਤੋਂ ਸਿੱਖੀ ਦਾ ਜਨਮ ਹੋਇਆ, ਜਦੋਂ ਤੋਂ ਸਿੱਖੀ ਦਾ ਜਨਮ ਹੋਇਆ, ਇਹ ਜਨਮ ਆਪਾਂ ਨਾਨਕਸ਼ਾਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਗਿਣਦੇ ਆ, ਬਾਈਬਲ ਤੋਂ ਗਿਣਦੇ ਆ। ਇੱਕ ਚੇਤੇ ਰੱਖਿਆ ਜੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਅੱਜ ਤੱਕ ਦੀ ਸਭ ਤੋਂ ਵੱਡੀ ਜਿਹੜੀ ਬੇਅਦਬੀ ਹੈ ਉਹ 328 ਸਰੂਪਾਂ ਦੀ ਬੇਅਦਬੀ ਹੈ। ਇਹ ਹਕੀਕਤ ਹੈ, ਇਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ। ਇਸ ਕਰਕੇ ਮੋਰਚਾ ਜੇ ਲੰਮਾ ਚੱਲਦਾ ਹੈ ਤੇ ਮੈਂ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰਾਂਗਾ, ਸਾਡੇ ਨਾਲ ਭਾਈ ਗੁਰਜੰਟ ਸਿੰਘ ਜੀ ਰੂਪੋ ਵਾਲੀ ਸਿੱਖੀ ਲਹਿਰ ਤੋਂ ਵੀ ਨੇ, ਹੋਰ ਸਾਰੇ ਬੜੇ ਬੁਲਾਰੇ ਆਏ ਨੇ। ਮੈਂ ਕਿਹਦਾ ਨਾਮ ਲਵਾਂ, ਸਾਰੇ ਬੜੇ ਪਿਆਰੇ ਵੀਰ ਨੇ, ਜਾਣਦੇ ਨੇ। ਫਿਰ ਆਪਾਂ ਜ਼ਿੰਮੇਵਾਰੀਆਂ ਸਾਂਭਣੀਆਂ ਨੇ ਪਿੰਡਾਂ ਦੇ ਵਿੱਚੋਂ ਸੰਗਤ ਨੂੰ ਲਿਆ ਕੇ। ਜਿਵੇਂ ਇਸ ਤੋਂ ਪਹਿਲਾਂ ਬਰਗਾੜੀ ਮੋਰਚੇ ਦੇ ਵਿੱਚ ਆਪਾਂ ਜਾਂਦੇ ਰਹੇ ਹਾਂ, ਆਪਾਂ ਤੇ ਦੇਖੋ ਜੀ ਮੋਰਚਿਆਂ ਦਾ ਸਮਰਥਨ ਹੀ ਕਰਦੇ ਆ ਨਾ, ਬਾਅਦ ਵਿੱਚ ਕੋਈ ਮੋਰਚੇ ਦਾ ਮੁੱਲ ਵੱਟ ਜੇ ਜਾਂ ਵੱਖਰਾ, ਪਰ ਮੈਂ ਇੱਥੇ ਵੀ ਕੋਈ ਐਸਾ ਸ਼ਬਦ ਨਹੀਂ ਵਰਤਦਾ। ਪਰ ਮੈਨੂੰ ਇਸ ਗੱਲ ਦਾ ਵੀ ਆਪਾਂ ਜਿਹੜਾ ਇਹ ਮੋਰਚਾ ਲੈ ਕੇ ਜਾਣਾ ਹੈ, ਇਸ ਮੋਰਚੇ ਦਾ ਆਪਾਂ ਇੱਕ ਫੈਸਲਾਕੁਨ ਜੰਗ ਹੈ ਵੀ ਸਾਨੂੰ 328 ਸਰੂਪਾਂ ਦਾ ਸਾਥ ਦੇ ਦਿਓ। ਜੇ ਦੂਜੇ ਨੰਬਰ ਦੇ ਉੱਪਰ ਜਿਨ੍ਹਾਂ ਤੇ ਫੌਜਦਾਰੀ ਮੁਕੱਦਮੇ ਸੀ, ਮੁਕੱਦਮੇ ਦਰਜ ਕਰ ਦਿਓ ਤੇ ਉਹਨਾਂ ਦੇ ਬਿਆਨ ਵੀ ਲਓ ਵੀ ਤੁਹਾਡੇ ਕੋਲੋਂ ਇਹ ਕੰਮ ਕਿੰਨੇ ਪ੍ਰੈਸ਼ਰ ਦੇ ਕੇ ਕਰਵਾਇਆ, ਤੇ ਤੁਹਾਡੇ ਆਖਾ ਵੀ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ। ਬੋਲੋ ਵੀ ਕਿਤੇ ਇਹ ਨਾ ਹੋਵੇ ਵੀ 10 ਰੁਪਏ ਦੀ ਕੜਾਹ ਪ੍ਰਸ਼ਾਦ ਵਾਲੀ ਪਰਚੀ ਵਾਲਾ ਤੇ ਫੜਿਆ ਜਾਵੇ, ਜਿਹੜਾ 10 ਰੁਪਏ ਦੀ ਕੜਾਹ ਪ੍ਰਸ਼ਾਦ ਵਾਲੀ ਪਰਚੀ ਵਾਲਾ ਫੜਿਆ ਜਾਵੇ, ਤੇ ਜਿਹੜਾ 10 ਲੱਖ ਦਾ ਵਿੱਚ ਘਪਲਾ ਕਰਦੇ ਉਹ ਫੜਿਆ ਨਾ ਜਾਵੇ। ਇਸ ਕਰਕੇ ਅਸੀਂ ਕਹਿੰਦੇ ਵੀ ਛੋਟੇ ਮੁਲਾਜ਼ਮ ਫੜੋ ਜਿਨ੍ਹਾਂ ਦੇ ਨਾਮ ਲਏ ਨੇ, ਪਰ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਇਹ ਦੇਖੋ ਵੀ ਤੁਹਾਡੇ ਵੱਡੇ ਕਿਹੜੇ ਵਿੱਚ ਆਉਂਦੇ ਨੇ। ਇਸ ਕਰਕੇ ਬਈ ਇੰਜ ਨਹੀਂ, ਜਜ਼ਬਾਤੀ ਹੋ ਕੇ ਨਹੀਂ ਚੱਲਣਾ, ਵਿਵੇਕੀ ਹੋ ਕੇ ਚੱਲਣਾ ਪੈਣਾ। ਜਦੋਂ ਵਿਵੇਕ ਦੇ ਵਿੱਚੋਂ ਲਵਾਂਗੇ ਫੈਸਲੇ ਤੇ ਮੇਰੇ ਖਿਆਲ ਦੇ ਵਿੱਚ ਮਸਲੇ ਹੱਲ ਹੋ ਜਾਣਗੇ। ਆਓ ਹੁਣ ਸਾਡੇ ਨਾਲ ਬੜੇ ਸਤਿਕਾਰਯੋਗ ਵੀਰ, ਸਾਡੀ 7 ਮੈਂਬਰੀ ਕਮੇਟੀ ਦੇ ਵਿੱਚੋਂ ਸਰਦਾਰ ਤਰਲੋਚਨ ਸਿੰਘ ਜੀ ਸੋਲ, ਉਹ ਤੁਹਾਡੇ ਨਾਲ ਕੁਝ ਸ਼ਬਦਾਂ ਦੀ ਸਾਂਝ ਕਰਨਗੇ। ਆਓ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਰੱਖ ਲਓ, ਮੈਂ ਅੱਜ ਤੁਹਾਡੀ ਇਹ ਗੱਲ ਸੁਣ ਕੇ ਫਿਰ ਜਾਵਾਂਗਾ ਔਰ ਵੀਡੀਓ ਪਾਵਾਂਗਾ ਤੁਹਾਡੇ ਨਾਲ, ਕਿਉਂਕਿ ਜਿਹਦੇ ਨਾਲ ਧੱਕਾ ਹੋਇਆ ਹੁੰਦਾ ਅਗਲਾ ਆਉਂਦਾ ਹੈ। ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਸਮੁੰਦਰੀ ਹਾਲ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਕੋਈ ਧੁੱਪ ਦੇ ਵਿੱਚ ਚਾਂ ਨੂੰ ਨਹੀਂ ਬੈਠੇ, ਇੱਕ ਦਰਦ ਲੈ ਕੇ ਉਸ ਦਰਦ ਨੂੰ, ਉਸ ਗੁਰੂ ਸਾਹਿਬ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਕੋਲ ਆਏ ਆ ਜਿਨ੍ਹਾਂ ਦੀ ਪਿਆਰਿਓ ਡਿਊਟੀ ਬਣਦੀ ਸੀ। ਜਦੋਂ ਸਿਆਣੇ ਕਹਿੰਦੇ ਆ ਵਾੜ ਖੇਤ ਨੂੰ ਖਾਣ ਲੱਗ ਪਵੇ, ਫਿਰ ਉਸ ਵਾੜ ਦਾ ਕੀ ਕਰਨਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਾਖੀ ਕਰਨੀ ਸੀ, ਜਿਨ੍ਹਾਂ ਨੇ ਮਾਣ ਸਤਿਕਾਰ ਦੀ ਗੱਲ ਕਰਨੀ ਸੀ, ਜਿਨ੍ਹਾਂ ਨੇ ਆਪਾਂ ਨੂੰ ਦੱਸਣਾ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਕਲਗੀਧਰ ਨੇ ਦੁਰਤਾ ਗੱਦੀ ਦੇ ਕੇ ਸਿੱਖਾਂ ਦੇ ਗੁਰੂ ਥਾਪਿਆ, ਤੇ ਉਹ ਸਾਡੇ ਗੁਰੂ ਨੇ ਉਹਨਾਂ ਦੀ ਮਾਣ ਮਰਜ਼ਾਦਾ ਕਿਵੇਂ ਰੱਖਣੀ ਆ, ਉਹਨਾਂ ਦਾ ਮਾਣ ਸਤਿਕਾਰ ਕਿਵੇਂ ਕਰਨਾ, ਉਹ ਸਾਡੀ ਜਿਹੜੀ ਸ਼ਹੀਦਾਂ ਦੀ
ਬਣੀ ਹੋਈ ਸੰਸਥਾ ਵਾ ਉਹਨਾਂ ਨੇ ਸਾਨੂੰ ਦੱਸਣਾ ਸੀ। ਪਰ ਅਫਸੋਸ ਇਸ ਗੱਲ ਦਾ ਕਿ ਪਿਆਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਪਾਈ ਕੀਤੀ ਜਾਵੇ ਤੇ ਮਹਾਰਾਜ ਦੇ ਪਾਵਨ ਸਰੂਪਾਂ ਦੀ ਦੇਖ ਰੇਖ ਦੇ ਵਿੱਚ ਐਡੀਆਂ ਵੱਡੀਆਂ ਕੁਤਾਹੀਆਂ ਵਰਤੀਆਂ ਜਾਣ। ਐਡੀ ਸ਼ਰਮਨਾਕ ਗੱਲ ਹੋਵੇ ਕਿ ਸਾਨੂੰ ਪਤਾ ਨਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕਿੱਥੇ ਨੇ, ਕੌਣ ਲੈ ਗਿਆ। ਇਹ ਸਾਡੇ ਵਾਸਤੇ ਬੜਾ ਵੱਡਾ, ਸਮੁੱਚੇ ਸਿੱਖ ਜਗਤ ਵਾਸਤੇ ਬੜਾ ਵੱਡਾ ਸਵਾਲ ਆ। ਗੱਲ ਛੋਟੀ ਨਹੀਂ। ਉਸ ਤੋਂ ਵੀ ਵੱਡੀ ਗੱਲ, ਗੁਰੂ ਕੇ ਪਿਆਰ ਵਾਲਿਓ, ਸੰਗਤ ਆ ਰਹੀ ਹੈ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਵੀਰ ਪਿੱਛੇ ਸੀ ਜਿਉਂ ਆਇਆ ਆਖਦੇ ਆ ਸਾਰਿਆਂ ਨੂੰ ਕਿ ਮੇਰੇ ਵੀਰ ਬਹੁਤ ਬਹੁਤ ਤੁਹਾਡਾ ਧੰਨਵਾਦ। ਜਥਾ ਕਾਫਲਾ ਵੱਡਾ ਹੁੰਦਾ ਜਾਂਦਾ ਜੀ, ਇਹ ਬਹੁਤ ਵੱਡਾ ਕਾਫਲਾ, ਤੇ ਇਸ ਕਰਕੇ ਆਓ ਆਪਾਂ ਸਰਦਾਰ ਤਰਲੋਚਨ ਸਿੰਘ ਜੀ ਦੇ ਬਚਨਾਂ ਵਾਲੇ ਪਾਸੇ ਪੂਰਾ ਧਿਆਨ ਦਈਏ। ਜਦੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ, ਅਫਸੋਸ ਦੀ ਗੱਲ ਇਹ ਕਿ ਤੁਸੀਂ ਨਹੀਂ ਪੁੱਛਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਜਿਹੜੇ ਸਿੰਘ ਸੇਵਾ ਕਰਦੇ ਸੀ, ਉਹਨਾਂ ਨੂੰ ਕੁਝ ਖੁਤਾਈਆਂ ਦਾ ਪਤਾ ਸੀ। ਮੌਕੇ ਤੇ ਆਵਾਜ਼ ਉਠਾਉਂਦੇ ਰਹੇ, ਪਰ ਆਵਾਜ਼ ਕਿਸੇ ਨੇ ਸੁਣੀ ਨਹੀਂ। ਉਸ ਤੋਂ ਬਾਅਦ ਸਮਾਂ ਆਪ ਜੀ ਦੇ ਸਾਰਿਆਂ ਦੇ ਸਾਹਮਣੇ ਆਇਆ ਕਿ 267 ਸਰੂਪ, ਪਾਵਨ ਸਰੂਪ ਸਤਿਗੁਰਾਂ ਦੇ ਜਿਹੜਾ ਕਿ ਲਾਪਤਾ ਨੇ, ਪਤਾ ਨਹੀਂ ਲੱਗ ਰਿਹਾ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਜੀ ਤੋਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਉਂਦੀ ਆ ਕਿ 267 ਸਰੂਪਾਂ ਤੋਂ ਵੱਧ ਕੇ 328 ਹੋ ਜਾਣੇ, ਜਾਂ ਬਾਹਰ ਇੰਗਲੈਂਡ ਦੇ ਵਿੱਚ 450 ਪਾਵਨ ਸਰੂਪ ਭੇਜਣੇ। ਇਹ ਸਾਰੇ ਹਾਲਾਤ। ਉਸ ਤੋਂ ਬਾਅਦ ਇੱਕ ਸਾਡੀ ਜ਼ਿੰਮੇਵਾਰ ਸੰਸਥਾ ਵੱਲੋਂ ਫੈਸਲਾ ਕੀਤਾ ਜਾਣਾ ਕਿ ਜਿਹੜੇ ਇਸ ਉਕਤਾਈ ਦੇ ਵਿੱਚ ਜਿਹੜੇ ਦੋਸ਼ੀ ਨੇ, ਉਹਨਾਂ ਤੇ ਫੌਜਦਾਰੀ ਮੁਕੱਦਮੇ ਦਰਜ ਹੋਣਗੇ। ਇਹ ਵੀ ਸਾਡੀ ਸੰਸਥਾ ਦੇ ਜ਼ਿੰਮੇਵਾਰਾਂ ਨੇ ਕੀਤਾ। ਪਰ ਦੁੱਖ ਦੀ ਗੱਲ, ਜਿਨ੍ਹਾਂ ਦੇ ਨਾਮ ਦਿੱਤੇ ਸੀ ਇਹਨਾਂ ਨੇ, ਹੋ ਸਕਦਾ ਇਹਨਾਂ ਨੂੰ ਉਹਨਾਂ ਨੇ ਕੁਝ ਕਿਹਾ ਹੋਵੇ ਕਿ ਭਾਈ ਜੇ ਤੁਸੀਂ ਸਾਡੇ ਨਾਂ ਲੈਂਦੇ ਆ ਤੇ ਜਿਹੜੇ ਸਾਡੇ ਕੋਲ ਕਰਾਉਣ ਵਾਲੇ ਅਸੀਂ ਉਹਨਾਂ ਦੇ ਨਾਂ ਲਵਾਂਗੇ। ਇਹਨਾਂ ਨੇ ਇਸ ਚੀਜ਼ ਨੂੰ ਵਿਚਾਰ ਕੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਮਨ ਬਣਾ ਲਿਆ, ਫੈਸਲਾ ਕਰ ਲਿਆ। ਅੱਜ ਸਿੱਖ ਕੌਮ, ਗੁਰਮੁਖ ਪਿਆਰੇ, ਗੁਰੂ ਸਾਹਿਬ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਆਪਾਂ ਇੱਥੇ ਅੱਜ ਇਹਨਾਂ ਨੂੰ ਪੁੱਛਣ ਵਾਸਤੇ ਆਏ ਆ। ਸਾਨੂੰ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਜਾਵੇ, ਸੰਗਤ ਨੂੰ ਸਾਡੀ ਤਸੱਲੀ ਕਰਾਈ ਜਾਵੇ। ਇਹਨਾਂ ਸੰਗਤਾਂ ਦੀ, ਗੁਰਮੁਖ ਪਿਆਰਿਆਂ ਦੀ, ਇਹ ਕਿਰਤੀ ਸਿੰਘ ਨੇ ਸਾਰੇ, ਇਹ ਆਪਣੀ ਕਿਰਤ ਦੇ ਵਿੱਚੋਂ ਸਮਾਂ ਕੱਢ ਕੇ ਆਏ ਨੇ। ਇਹ ਸਿੰਘੋ ਗੁਰਮੁਖ ਪਿਆਰਿਓ, ਮਹਿਸੂਸ ਕਰਿਓ ਕੋਈ ਵੱਡੀ ਸੰਪਰਦਾ ਨਹੀਂ ਆਈ, ਕਿਉਂਕਿ ਇਹ ਮਹਿਸੂਸ ਕਰਿਓ ਕਿ ਗੁਰੂ ਸਾਹਿਬ ਤੁਹਾਡੇ ਕੱਲਿਆਂ ਦੇ ਨੇ। ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਵੱਡੇ ਵੱਡੇ ਥਾਵਾਂ ਤੇ ਗੁਰੂ ਸਾਹਿਬ ਦੀ ਕਾਰ ਭੇਟਾ ਲੈ ਕੇ ਵੱਡੀਆਂ ਵੱਡੀਆਂ ਗੱਡੀਆਂ ਚਲਾਉਣ ਵਾਲੇ, ਜਾਂ ਇਹ ਜਿਹੜੇ ਮੇਰੇ ਵੀਰ ਦਫ਼ਤਰਾਂ 'ਚ ਬੈਠੇ ਆ, ਪਾਇਲਟ ਗੱਡੀਆਂ ਗਾੜੀ ਲਾ ਕੇ ਗੁਰੂ ਦੇ ਜਿਹੜਾ ਧਾਣਿਆਂ ਜਿਹਦੇ ਤੇ ਆਪ ਐਸ ਪ੍ਰਸਤੀਆਂ ਕਰਕੇ ਏਸੀ ਵਾਲਿਆਂ ਕਮਰਿਆਂ ਦੇ ਵਿੱਚ ਬੈਠ ਕੇ ਉਹ ਗੁਰੂ ਦੀ ਗੱਲ ਨਹੀਂ ਕਰ ਰਹੇ। ਗੁਰੂ ਸਾਹਿਬ ਨੂੰ ਇੱਥੋਂ ਤੱਕ ਕਰ ਦਿੱਤਾ ਗਿਆ ਹੈ। ਮਹਿਸੂਸ ਕਰਕੇ ਵੇਖਿਓ, ਗੁਰੂ ਸਾਹਿਬਾਂ ਦੇ ਪਾਵਨ ਸਰੂਪ ਬਹੁ ਗਿਣਤੀ 'ਚ ਛਾਪ ਕੇ, ਜਿਵੇਂ ਕਿ ਪਤਾ ਹੀ ਨਹੀਂ ਵੀ ਕੌਣ ਕਿੱਥੇ ਲੈ ਗਿਆ, ਇੰਨੀ ਵਾਧੂ ਗੱਲ ਕਰ ਦਿੱਤੀ। ਇੱਕ ਬੜੀ ਸ਼ਰਮਨਾਕ ਗੱਲ ਆ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੱਦ ਤੋਂ ਵੱਧ, ਜਾਂ ਅਸੀਂ ਉਹਦੇ ਤੇ ਕੋਈ ਕੰਟਰੋਲ, ਕੋਈ ਤਰੀਕਾ, ਕੋਈ ਉਹਦੇ ਤੇ ਅਸੀਂ ਵਿਚਾਰ ਨਹੀਂ ਕਰਦੇ, ਤੇ ਇਹ ਅਕਸਰ ਮੁੱਦੇ ਸਾਹਮਣੇ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ
ਪੋਥੀਆਂ ਤੇ ਗੁਰਕੇ ਸਾਹਿਬ ਤੁਸੀਂ ਪਿਆਰਿਓ ਵੇਖ ਸਕਦੇ ਜੇ ਦੁਕਾਨਾਂ ਭਰੀਆਂ ਪਈਆਂ ਵਾ, ਟਰੱਕਾਂ ਦੇ ਟਰੱਕ ਗੁਰਬਾਣੀ ਦੇ ਕਈਆਂ ਥਾਵਾਂ ਤੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਨਾਲੀਆਂ 'ਚ ਗਲੀਆਂ ਦੇ ਵਿੱਚ ਖਿਲਾਰੇ ਗਏ। ਭਾਈ ਸਾਹਿਬ ਰਹਿਣ ਦਿਓ ਭਾਜੀ, ਕੈਮਰੇ ਅੱਗੇ ਵੇਖ ਲਓ ਮਾੜਾ ਜੀ। ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਇਹਦੀ ਸੰਸਥਾ ਦੀ ਬਣਦੀ ਆ। ਅੱਜ ਆਪਾਂ ਇਹਨਾਂ ਨੂੰ ਉਸ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਇੱਥੇ ਆਏ ਆ ਕਿ ਅਸੀਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਸੰਸਥਾ ਦੀ। ਤੁਸੀਂ ਸਾਨੂੰ ਦੱਸ ਦਿਓ, ਤੁਸੀਂ ਹੁਣ ਹੀ ਸਾਨੂੰ ਦੱਸ ਦਿਓ ਕਿ ਉਹ ਪਾਵਨ ਸਰੂਪ ਕਿੱਥੇ ਨੇ, ਉਹ ਕਿਹਨਾਂ ਨੂੰ ਦਿੱਤੇ ਗਏ ਨੇ। ਜਿਨ੍ਹਾਂ ਨੇ ਕਟਾਈ ਕੀਤੀ ਆ ਉਹਨਾਂ ਤੇ ਮੁਕੱਦਮਾ ਦਰਜ ਕਰ ਦਿਓਗੇ ਤੇ ਆਉਣ ਵਾਲੇ ਸਮੇਂ 'ਚ ਸਾਡਾ ਵਿਸ਼ਵਾਸ ਉੱਠ ਚੁੱਕਾ ਵਾ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਪਾਵਨ ਸਰੂਪ ਦੀਆਂ ਛਪਾਈ ਕਰਨ ਵਾਲੀਆਂ ਪ੍ਰੈਸਾਂ ਵਾ, ਉਹ ਜਿੰਨਾ ਚਿਰ ਸੰਗਤ ਬੁੱਧੀਜੀਵੀ ਲੋਕ ਉਹ ਫੈਸਲਾ ਨਹੀਂ ਕਰ ਲੈਂਦੇ, ਉਹਨਾਂ ਦੀ ਤਸੱਲੀ ਨਹੀਂ ਹੁੰਦੀ, ਉਹਨਾਂ ਚਿਰ ਇਹ ਬੰਦ ਕੀਤੀਆਂ ਜਾਣ। ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਿਛਲੇ ਸਮੇਂ ਸਿੰਘ ਸਾਹਿਬ ਰਣਜੀਤ ਸਿੰਘ ਜੀ ਦੇ ਸਮੇਂ ਕਿਹੜੀਆਂ ਪ੍ਰੈਸਾਂ ਨੇ ਬਾਹਰ ਪੋਥੀਆਂ ਗੁਟਕੇ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਛਾਪਦੀਆਂ ਬੰਦ ਕੀਤੀਆਂ ਜਾਣ। ਜੇ ਤੇ ਇਹ ਸੰਸਥਾ ਨੇ ਉਹਨਾਂ ਨੂੰ ਬੰਦ ਕਰਾਇਆ, ਅੱਜ ਕੀ ਹੋ ਰਿਹਾ? ਗੁਟਕੇ ਸਾਹਿਬ ਤੇ ਪੋਥੀਆਂ ਤੇ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ, ਆਪਣੀ ਮਰਜ਼ੀ ਨਾਲ ਛਾਪੇ ਜਾ ਰਹੇ ਆ। ਕੋਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਉਠਾਉਣ ਵਾਲਾ ਕੋਈ ਨਹੀਂ। ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਇੱਥੋਂ ਭੱਜ ਚੁੱਕੇ ਆ। ਉਹਨਾਂ ਨੇ ਬਾਹਰ ਤੇ ਕੀ ਜ਼ਿੰਮੇਵਾਰੀ ਨਿਭਾਉਣੀ ਆ? ਹੋਰ ਤੇ ਪ੍ਰੈਸ ਵਾਲੇ ਨੂੰ ਕਿਸੇ ਨੂੰ ਕੀ ਕਹਿਣਾ? ਉਹਨਾਂ ਦੀ ਖੁਦ ਹੀ ਆਪਣੀ ਪ੍ਰੈਸ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਪਾਈ ਕਰਦੀ ਆ ਜਾਂ ਪੋਥੀਆਂ ਤੇ ਗੁਟਕੇ ਸਾਹਿਬ ਦੀ ਛਪਾਈ ਕਰਦੀ ਆ, ਉਹ ਵੀ ਡਾਵਾਂਡੋਲ ਆ। ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਕਿ ਸਾਡਾ ਕਿੰਨਾ ਪੈਸਾ ਕਿੱਥੋਂ ਆਉਂਦਾ, ਸਾਡੀ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਕਿਹੜੀ ਆ, ਦੂਜੇ ਡੇਰੇ ਵਾਲੇ ਨੇ ਜਿਹੜਾ ਉਹ ਅਸੀਂ ਛਡਾਉਣੀ ਕਿਵੇਂ ਆ, ਉਹਨਾਂ ਸਾਰੀਆਂ ਗੱਲਾਂ ਦੇ ਪਤਾ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਣ ਸਤਿਕਾਰ ਵਾਸਤੇ, ਪਾਵਨ ਸਰੂਪਾਂ ਵਾਸਤੇ ਇਹਨਾਂ ਨੂੰ ਕੋਈ ਪਤਾ ਨਹੀਂ। ਉਹ ਇਹਨਾਂ ਕੋਲ ਜਵਾਬ ਲੈਣ ਵਾਸਤੇ ਆਪਾਂ ਇੱਥੇ ਆਏ ਆ। ਇੰਨੀਆਂ ਕੁ ਬੇਨਤੀਆਂ ਕਰਦਾ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇੱਕ ਬੇਨਤੀ ਆ ਕਿ ਆਪਾਂ ਸਾਰੇ ਸੰਗਤੀ ਰੂਪ 'ਚ ਇਕੱਠੇ ਹੋਏ ਆ, ਪਰ ਫਿਰ ਵੀ ਪੰਜਾਬ ਦੇ ਵਿੱਚੋਂ ਜਿੱਥੋਂ ਵੀ ਸੰਗਤਾਂ ਆਈਆਂ ਵਾ, ਜਿਹੜੀ ਸੰਸਥਾ ਆਈਆਂ ਨੇ, ਆਪਣਾ ਨਾਮ ਤੇ ਆਪਣਾ ਨੰਬਰ ਆ ਨੁੱਕਰ ਜਾਣ ਕੇ ਮੈਨੂੰ ਕਿਤੇ ਲਿਖਾ ਸਕਦਾ ਵਾ ਕੋਈ। ਦੁਬਾਰਾ ਫੇਰ ਬੇਨਤੀ ਕਰਦਾ ਵਾਂ ਕਿ ਪੰਜਾਬ ਤੋਂ ਜਿਹੜੇ ਨਗਰਾਂ ਤੋਂ ਸੰਗਤਾਂ ਆਈਆਂ ਨੇ, ਜਥਿਆਂ ਸਮੇਤ ਆਪਣੇ ਜਥੇ ਦਾ ਨਾਮ ਤੇ ਆਪਣਾ ਨੰਬਰ ਆਣ ਕੇ ਇੱਥੇ ਮੈਨੂੰ ਮੇਰਾ ਵੀਰ ਲਿਖਾ ਸਕਦਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੋ ਕੈਮੋ ਆਵਾਜ਼ ਕੱਢੋ ਮਾੜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬੇਨਤੀ ਮੈਂ ਕਰਨ ਲੱਗਾ, ਬੜੇ ਧਿਆਨ ਦੇ ਨਾਲ ਸੁਣਿਆ ਜੀ। ਅੰਦਰੋਂ ਸੁਨੇਹਾ ਆ ਰਹੇ ਨੇ ਕਿ ਸਾਡੇ ਨਾਲ 5 ਮੈਂਬਰੀ, 7 ਮੈਂਬਰੀ ਜਾਂ 11 ਮੈਂਬਰੀ ਕੋਈ ਆਓ, ਸਾਨੂੰ ਆਪਦੀਆਂ ਮੰਗਾਂ ਦੱਸੋ, ਅਸੀਂ ਉਹਦਾ ਹੱਲ ਕਰਦੇ ਹਾਂ। ਤੇ ਬਿਲਕੁਲ ਉਹ ਜਿਹੜੇ 7 ਮੈਂਬਰੀ ਕਮੇਟੀ ਆਪਾਂ ਬਣਾਈ ਹੈ, ਇਹ ਹੀ ਆਗੂ ਗੱਲ ਕਰਨਗੇ। ਤੇ ਇਹਨਾਂ ਆਗੂਆਂ ਦੇ ਵਿੱਚੋਂ ਜਿਹੜੇ ਇਹ ਆਪਣੇ ਨਾਲ 1-2 ਸਣੇ ਲਿਜਾ ਸਕਦੇ ਆ। ਇਕਾਗਰਤਾ ਪੂਰੀ ਜੀ, ਆਵਾਜ਼ ਨਾ ਆਵੇ, ਵਾਹਿਗੁਰੂ ਜੀ ਆਵਾਜ਼ ਨਾ ਆਵੇ, ਗੁਰਮੁਖੋ ਆਵਾਜ਼ ਨਾ ਆਵੇ। ਜਜ਼ਬਾਤੀ ਹੋ ਕੇ ਮਸਲੇ ਨਹੀਂ ਹੱਲ ਹੁੰਦੇ, ਵਿਵੇਕੀ ਹੋ ਕੇ ਹੁੰਦੇ ਨੇ। ਬੜੇ ਧਿਆਨ ਦੇ ਨਾਲ ਬੇਨਤੀ ਅਗਲੀ ਸੁਣਿਆ ਜੇ। ਸ਼ਬਦ ਇਹ ਬਾਰ-ਬਾਰ ਵਰਤੇ ਜਾ ਰਹੇ ਨੇ, ਲਾਪਤਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੀ ਜੀ? ਲਾਪਤਾ। ਉਹ ਆਪਣੇ ਵਾਸਤੇ ਲਾਪਤਾ ਨੇ, ਇਹਨਾਂ ਨੂੰ ਤਾਂ ਪਤਾ ਨੇ ਨਾ, ਇਹਨਾਂ ਨੂੰ ਤਾਂ ਪਤਾ ਨੇ ਵੀ ਕਿੱਥੇ ਨੇ। ਇਹਨਾਂ ਵਾਸਤੇ ਥੋੜਾ ਲਾਪਤਾ ਨੇ, ਲਾਪਤਾ ਨੇ ਤੁਹਾਡੇ ਵਾਸਤੇ। ਹੁਣ ਏਡੀ ਵੱਡੀ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਛੋਟੀ ਨਹੀਂ ਹੈ। ਮੈਂ ਦੇਖੋ ਆਪ ਕਹਿ ਰਿਹਾ, ਮੈਂ 3 ਸਾਲ ਵਿੱਚ ਰਿਹਾ, ਮੈਨੂੰ ਪਤਾ ਹੈ ਇੱਕ ਪ੍ਰੋਸੀਜਰ ਚੱਲਦਾ ਹੈ ਕਿਸ ਤਰੀਕੇ ਨਾਲ। ਏਡੀ ਵੱਡੀ ਸੰਸਥਾ ਦੇ ਕੋਲੋਂ ਏਡੀ ਵੱਡੀ ਕਤਾਈ ਹੋ ਜਾਣੀ, ਇਸ ਕਰਕੇ ਬਈ ਪੁੱਛਣਾ ਤੇ ਸਾਡਾ ਫਿਰ ਫਰਜ਼ ਹੈ ਨਾ। ਲਾਪਤਾ ਤੁਹਾਡੇ ਲਈ ਨੇ,
ਇਹਨਾਂ ਵਾਸਤੇ ਉਹ ਲਾਪਤਾ ਨਹੀਂ, ਇਹਨਾਂ ਨੂੰ ਪਤਾ ਨੇ, ਤੇ ਜੇ ਪਤਾ ਨੇ ਤੇ ਭਾਈ ਸਾਨੂੰ ਦੱਸ ਦਿਓ। ਹੁਣ ਇਹ ਕਹਿ ਰਹੇ ਨੇ ਵੀ ਅਗਲੇ ਮੁਲਾਜ਼ਮਾਂ ਨੂੰ ਉਹਨਾਂ ਦੇ ਕੋਲੋਂ ਤੁਸੀਂ ਪੁੱਛਦੇ ਹੋ, ਸਾਨੂੰ ਤੇ ਮਸਲਾ ਹੱਲ ਕਰਕੇ ਦੱਸੋ ਨਾ। ਸੋ ਆਓ, ਹੋਰ ਬੜੀਆਂ ਸ਼ਖਸੀਅਤਾਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਮੈਂ ਇੱਕ ਜ਼ਿਕਰ ਕਰਾਂਗਾ, ਸਾਡੇ ਭਾਈ ਲਖਬੀਰ ਸਿੰਘ ਜੀ ਮਹਾਲਮ। ਇਹ ਵੀ ਦਿਨ ਰਾਤ ਇੱਕ ਕਰਦੇ ਨੇ, ਜਿੱਥੇ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ, ਨਾ ਰਾਤ ਦੀ ਪਰਵਾਹ ਨਾ ਦਿਨ ਦੀ ਪਰਵਾਹ। ਜੀ ਔਰ ਲਖਬੀਰ ਸਿੰਘ ਮਹਾਲਮ ਜੀ ਨੂੰ ਸਮਾਂ ਬਾਅਦ ਵਿੱਚ ਦਿੰਦੇ ਆ ਜੀ। ਤੇ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ ਸਿੱਖੀ ਲਹਿਰ ਦੇ ਵਿੱਚੋਂ ਇਹ ਤੁਹਾਡੇ ਨਾਲ ਵਿਚਾਰਕ ਸਾਂਝਾ ਰੱਖਦੇ ਨੇ। ਤੇ ਬੇਨਤੀ ਇਹ ਆ ਵੀ ਅੱਜ ਆਪਾਂ ਸਿੱਖੋ, ਸੁਣ ਲਓ ਇੱਕ ਵਾਰੀ, ਅੱਜ ਆਪਾਂ ਧੜਿਆਂ ਦੀ ਲੜਾਈ ਨਹੀਂ ਲੜ ਰਹੇ। ਕੋਈ ਕਿਸੇ ਸੰਸਥਾ ਦੇ ਵਿੱਚੋਂ ਹੈ, ਮੁਬਾਰਕ ਬਈ, ਬੋਲੋ ਬਈ, ਇਸੇ ਪ੍ਰਕਾਰ ਹੈ, ਗੁਰੂ ਨਾਨਕ ਦੇ ਘਰ ਹੈ। ਕੋਈ ਕਿਸੇ ਸੰਸਥਾ ਚੋਂ ਹੈ, ਕਿਸੇ ਸੰਪਰਦਾ ਦੇ ਵਿੱਚੋਂ ਹੈ, ਕਿਸੇ ਧੜੇ ਵਿੱਚੋਂ ਹੈ, ਕਿਸੇ ਜਥੇਬੰਦੀ ਵਿੱਚੋਂ ਹੈ, ਕਿਸੇ ਕਾਲਜ ਵਿੱਚੋਂ ਹੈ, ਕਿਸੇ ਵਿਦਿਆਲਿਆ ਵਿੱਚੋਂ ਹੈ। ਭਾਈ ਉਹ ਜਿਵੇਂ ਕਿਸੇ ਨੇ ਕਿਹਾ ਸੀ ਨਾ ਵੀ ਗੁਰੂ ਨਾਨਕ ਦੇ ਵਿਹੜੇ ਦੇ ਵਿੱਚ ਸਾਰਾ ਕੁਝ ਹੈ। ਸੋ ਅੱਜ ਆਪਾਂ ਗੁਰੂ ਨਾਨਕ ਦੇ ਵਿਹੜੇ ਦੇ ਵਿੱਚ ਇਕੱਠੇ ਹੋਏ ਹਾਂ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦ ਲੈ ਕੇ ਆਇਆ ਹੈ, ਉਹ ਸਾਡਾ ਆਪਣਾ ਹੈ, ਸਾਡੇ ਨਾਲ ਹੈ। ਤੇ ਮੇਰੇ ਪਿਆਰੇ ਵੀਰ ਬੜੇ ਇਕੱਤਰ ਹੋ ਰਹੇ ਨੇ, ਸਾਰਿਆਂ ਦਾ ਧੰਨਵਾਦੀ ਹਾਂ। ਆਓ ਹੁਣ ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਢਿੱਲਿਆਂ ਜੀ, ਵਾਹਿਗੁਰੂ ਜੀ ਕਾ ਖਾਲਸਾ। ਵੀਰ ਹਰਪ੍ਰੀਤ ਸਿੰਘ ਨੇ ਜਿਵੇਂ ਪਹਿਲਾਂ ਦੱਸਿਆ, ਕਿਹਾ ਆ ਕਿ ਅੱਜ ਸਾਰਿਆਂ ਦਾ ਸਾਂਝਾ ਜਿਹੜਾ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਉਹਦੇ ਵਾਸਤੇ ਆਪਾਂ ਇਕੱਤਰ ਹੋਏ ਆ। ਜਥੇਬੰਦੀ ਕੋਈ ਵੀ ਹੋ ਸਕਦੀ ਆ, ਜਾਂ ਇਕੱਲੇ ਤੌਰ ਤੇ ਵੀ ਕੋਈ ਪੰਥ ਵੀ ਹੋ ਸਕਦਾ। ਤੇ ਮੈਂ ਇੱਕੋ ਉਦਾਹਰਨ ਤੁਹਾਡੇ ਸਾਹਮਣੇ ਇਤਿਹਾਸ ਦੀ ਰੱਖਦਾ ਕਿ ਜਦੋਂ ਸਾਡੇ ਸਾਹਮਣੇ ਮਿਸਲਾਂ ਸਨ, ਤਾਂ ਇੱਕ ਐਸਾ ਦੁਸ਼ਟ ਸੀ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਉਹ ਸੀ ਲਖਪਤ ਰਾਏ। ਉਸ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਖੂਹਾਂ ਦੇ ਵਿੱਚ ਸੁਟਾਏ, ਉਹਨਾਂ ਦੇ ਅੱਗਾਂ ਲਾਈਆਂ। ਜੇ ਕੋਈ ਪੋਥੀ ਜਾਂ ਕੋਈ ਗੁਟਕਾ ਨਜ਼ਰ ਆਉਂਦਾ ਸੀ, ਉਹਨੂੰ ਸਾੜ ਦਿੱਤਾ ਜਾਂਦਾ ਸੀ। ਸਭ ਤੋਂ ਪਹਿਲਾਂ ਉਸ ਦੁਸ਼ਟ ਨੇ ਇਹ ਕਾਰਾ ਕੀਤਾ ਸੀ। ਤੇ ਫਿਰ ਉਹ ਪਹਿਲਾ ਘੱਲੂਘਾਰਾ ਵਰਤਾਉਣ ਵਾਲਾ ਜਿਹੜਾ ਕਾਨੂੰਨ ਛੋਟਾ ਘੱਲੂਘਾਰਾ ਜਿਸ ਨੂੰ ਕਿਹਾ ਜਾਂਦਾ, ਤੇ ਅਲੱਗ-ਅਲੱਗ ਜਿਹੜੀਆਂ ਮਿਸਲਾਂ, ਜਥੇਬੰਦੀਆਂ, ਸਾਰਾ ਹੀ ਖਾਲਸਾ ਪੰਥ ਉੱਥੇ ਇਕੱਤਰ ਸੀ। ਤੇ ਸਾਰੇ ਇੱਕੋ ਹੀ ਦੁਸ਼ਮਣ ਦੇ ਸਾਹਮਣੇ ਖਲੋਤੇ ਸਨ ਤੇ ਇੱਕੋ ਹੀ ਉਹਨਾਂ ਦਾ ਨਿਸ਼ਾਨਾ ਸੀ। ਬੇਸ਼ੱਕ ਉਸ ਘੱਲੂਘਾਰੇ ਦੇ ਵਿੱਚ 10 ਤੋਂ 15,000 ਜਿਹੜੇ ਸਿੱਖ ਆ, ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ। ਪਰ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਸ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਇਸ ਤਰ੍ਹਾਂ ਬੇਅਦਬੀ ਕੀਤੀ, ਜਿਹੜਾ ਇਹ ਗੱਲ ਕਹਿੰਦਾ ਸੀ ਕਿ ਕੋਈ ਵੀ ਗੁੜ ਨਾ ਕਵੇ, ਭੇਲੀ ਕਵੇ, ਕਿਉਂਕਿ ਗੁਰੂ ਚੇਤਾ ਆਉਂਦਾ ਗੁੜ ਕਹਿਣ ਦੇ ਨਾਲ, ਜਿਹਨੇ ਇਹ ਪਾਬੰਦੀਆਂ ਲਾਈਆਂ ਸੀ। ਤੇ ਅਖੀਰ ਤੇ ਫਿਰ ਜਿਹੜੀ ਉਹਨੂੰ ਸਜ਼ਾ ਦਿੱਤੀ, ਖਾਲਸਾ ਪੰਥ ਨੇ ਕੁੰਭੀ ਨਰਕ ਉਸ ਨੂੰ ਦਿੱਤਾ ਗਿਆ ਸੀ। ਟੋਆ ਪੁੱਟ ਕੇ ਉੱਤੇ ਮਿੱਟੀ ਪਾ ਦਿੱਤੀ ਗਈ ਤੇ ਇੱਕ ਛੇਕ ਰੱਖਿਆ ਗਿਆ ਤੇ ਹਰ ਰੋਜ਼ ਉਹਦੇ ਸਿਰ ਤੇ ਗੰਦਗੀ ਪੈਂਦੀ ਸੀ। ਇਸ ਤਰ੍ਹਾਂ ਕੀੜੇ ਪੈ ਕੇ ਤੇ ਉਹ ਬੰਦਾ ਮਰਿਆ ਸੀ। ਤੇ ਅੱਜ ਜਿਸ ਵਾਸਤੇ ਆਪਾਂ ਇਕੱਠੇ ਹੋਏ ਆ, ਇਹ ਲੋਕ ਜਿਨ੍ਹਾਂ ਨੂੰ ਅਸੀਂ ਸਿੱਖ ਸਮਝਦੇ ਆ, ਜਿਨ੍ਹਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਇਹ ਲਖਪਤ ਰਾਏ ਤੋਂ ਵੀ ਅਗਾਂਹ ਗਿਰ ਚੁੱਕੇ ਨੇ। ਆਪਾਂ ਇੱਥੇ ਗੱਲ ਕਰ ਰਹੇ ਆ, ਸਵਾਲ ਉਠਾ ਰਹੇ ਆ ਕਿ ਸਾਨੂੰ ਇਨਸਾਫ ਚਾਹੀਦਾ ਜੀ। ਉਹ 328 ਸਰੂਪ ਕਿਹਨਾਂ ਨੂੰ ਦਿੱਤੇ ਗਏ, ਕਿੱਥੇ ਦਿੱਤੇ ਗਏ? ਕਿ ਮੈਂ ਇਹ ਸਮਝਦਾ ਕਿ ਇਹਨਾਂ ਲੋਕਾਂ ਦੀ ਸੋਚ ਇੱਥੋਂ ਤੱਕ ਗਿਰ ਚੁੱਕੀ ਆ ਕਿ ਇਹ ਵੀ ਹੋ ਸਕਦਾ ਕਿ ਕੱਲ ਤੱਕ ਸਾਨੂੰ ਹਿਸਾਬ ਦੇ ਦੇਣ, ਕਿਉਂਕਿ ਇਹਨਾਂ ਦੇ ਕੋਲ ਜਿੰਨੇ ਮੁਲਾਜ਼ਮ ਨੇ, ਜਿੰਨੇ ਸੇਵਾਦਾਰ ਨੇ, ਉਹਨਾਂ ਨੂੰ ਨੌਕਰੀਆਂ ਦਾ ਡਰਾਵਾ ਦੇ ਕੇ ਜਿਵੇਂ ਪਹਿਲਾਂ ਕੀਤਾ ਗਿਆ, ਤੇ ਉਹਨਾਂ ਦੇ ਨਾਮ ਹੀ ਸਾਹਮਣੇ ਰੱਖ ਦੇਣ ਕਿ ਫਲਾਣੇ ਘਰ ਵਿੱਚ ਸਰੂਪ ਗਿਆ, ਫਲਾਣੇ ਡੇਰੇ ਦੇ ਵਿੱਚ ਗਿਆ, ਉਹ ਵੀ ਹਿਸਾਬ ਦਿੱਤਾ ਜਾ ਸਕਦਾ। ਚਾਹੀਦਾ ਤਾਂ ਇਹ ਆ ਕਿ ਕਿਹਨਾਂ ਨੇ ਦਵਾਏ ਉਹ ਸਰੂਪ, ਕਿੱਥੇ ਚਲੇ ਗਏ, ਕਿਵੇਂ ਚਲੇ ਗਏ। ਇਹ ਤਾਂ ਅਜੇ ਆਪਣੇ ਮੂੰਹ ਇਹਨਾਂ ਨੇ ਗੱਲ ਕਹੀ ਆ। ਧੰਨਵਾਦ ਹੈ ਭਾਈ ਹਰਪ੍ਰੀਤ ਸਿੰਘ ਹੋਣਾ ਦਾ, ਜਥੇਦਾਰ ਦਾ, ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਕਿ 328 ਸਰੂਪਾਂ ਤੱਕ ਤਾਂ ਗੱਲ ਲੈ ਆਂਦੀ। ਪਰ ਉਹਨਾਂ ਨੇ ਆਪ ਹੀ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਕਿ ਜੇ ਇਸ ਦਾ ਹਿਸਾਬ ਨਾ ਦਿੱਤਾ ਗਿਆ ਤਾਂ ਮੈਂ ਇਹ ਸਾਰਾ ਕੁਝ ਛੱਡ ਦੇਵਾਂਗਾ। ਤੇ ਉਹਨਾਂ ਦੇ ਸਾਹਮਣੇ ਵੀ ਇਹ ਚੁਣੌਤੀ ਆ, ਸਵਾਲ ਆ ਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਦੇ ਸਾਹਮਣੇ ਸਾਰੀ ਰਿਪੋਰਟ ਆ, ਤੇ ਫਿਰ ਹੁਣ ਉਹਨਾਂ ਦਾ ਅਗਲਾ ਫਰਜ਼ ਵੀ ਬਣਦਾ ਕਿ ਉਹ ਦੱਸੇ ਜਾਣ ਕਿ ਕਿਹੜੇ-ਕਿਹੜੇ ਬੰਦੇ ਨੇ। ਦੂਸਰੀ ਗੱਲ, ਸਰਦਾਰ ਰੂਪ ਸਿੰਘ ਮੁੱਖ ਸਕੱਤਰ, ਉਹਨਾਂ ਨੇ ਕਿਹਾ ਕਿ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਪਤਾ ਉਹਨਾਂ ਨੂੰ ਸਾਰਾ ਕੁਝ ਆ
ਤੇ ਉਹਨਾਂ ਨੂੰ ਵੀ ਗੁਰੂ ਦਾ ਵਾਸਤਾ ਕਿ ਉਹ ਵੀ ਸੱਚੇ ਸਿੱਖ ਵਾਂਗ ਸਾਹਮਣੇ ਆਣ ਕੇ ਜਿਹੜਾ ਸੱਚ ਝੂਠ ਆ ਉਹ ਸੰਗਤ ਦੇ ਸਾਹਮਣੇ ਰੱਖ ਦੇਵੇ। ਤੇ ਅੱਜ ਦਾ ਜਿਹੜਾ ਇਕੱਠ ਆ, ਜਿੰਨੀਆਂ ਵੀ ਜਥੇਬੰਦੀਆਂ, ਜਿੰਨੇ ਵੀ ਪੰਥਦਰਦੀ ਵੀਰ ਆਏ ਆ, ਸਭਨਾਂ ਨੂੰ ਜੀ ਆਇਆਂ ਤੇ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਵਾਰੀ ਨਾ ਕਹਿਣਾ ਪਿਆ ਕਰੇ ਵਾਹਿਗੁਰੂ ਜੀ ਕਾ ਖਾਲਸਾ। ਮੇਰੀ ਬੁਲਾਰੇ ਦੀ ਡਿਊਟੀ ਹੁੰਦੀ ਵੀ ਸ਼ਾਮ ਤੱਕ ਸੰਗਤ ਦਾ ਜੋਸ਼ ਵੀ ਨਹੀਂ ਮੱਠਾ ਪੈਣ ਦੇਣਾ, ਤੇ ਮੈਂ ਤੁਹਾਨੂੰ ਹਿਸਟਰੀ ਵੀ ਨਾਲ ਸੁਣਾਉਂਦਾ ਜਾਵਾਂਗਾ, ਜਾਣਕਾਰੀਆਂ ਦਿੰਦਾ ਜਾਵਾਂਗਾ, ਜਿਹੜੀਆਂ ਕੁਰੀਤੀਆਂ ਹੋਈਆਂ ਨੇ ਵੱਡੀਆਂ ਸੰਸਥਾਵਾਂ ਵੱਲੋਂ ਉਹ ਵੀ ਸਾਰੀਆਂ ਨਸ਼ਰ ਕਰਦਾ ਜਾਵਾਂਗਾ। ਬੜੀ ਖੁਸ਼ੀ ਹੋਈ ਵੀ ਗੁਰੂ ਨਾਨਕ ਦੀ ਬਗੀਚੀ ਦੇ ਸਾਰੇ ਫੁੱਲ ਬੜੇ ਖਿੜੇ ਨੇ। ਉਹ ਕਿਸੇ ਨੇ ਪੁੱਛਿਆ ਸੀ ਗੁਰੂ ਨਾਨਕ ਦਾ ਘਰ ਕਿਹੜਾ, ਕਹਿੰਦੇ ਜਿਹਦਾ ਖੁੱਲਾ ਵਿਹੜਾ। ਬੋਲੋ ਵੀ ਸੱਚ ਹੈ ਨਾ? ਗੁਰੂ ਨਾਨਕ ਦਾ ਘਰ ਕਿਹੜਾ, ਜਿਹਦਾ ਖੁੱਲਾ ਵਿਹੜਾ। ਇਹ ਬੜਾ ਵਿਹੜਾ ਖੁੱਲਾ ਹੈ, ਇਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਗੁਰੂ ਨਾਨਕ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੇ ਨੇ। ਧੰਨਵਾਦੀਆਂ ਸਾਰੀਆਂ ਜਥੇਬੰਦੀਆਂ ਦਾ, ਸਭਨਾਂ ਦਾ। ਸਾਡੇ ਕੋਲੇ ਬੁਲਾਰੇ ਬੜੇ ਨੇ, ਸ਼ਖਸੀਅਤਾਂ ਬੜੀਆਂ ਨੇ, ਪਰ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, ਜੇ ਕੋਈ ਸਾਨੂੰ, ਇੱਕ ਵਾਰੀ ਫਿਰ ਸੁਣ ਲਓ, ਜੇ ਕੋਈ ਸਾਨੂੰ ਤੁਹਾਨੂੰ ਇੱਥੇ ਕਮਜ਼ੋਰ ਸਮਝੇ, ਨਿਮਰਤਾ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਮੈਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਸਾਡੇ ਭਰਾ ਨੇ, ਮੁਲਾਜ਼ਮ ਨੇ, ਮੈਂ ਵੱਡਿਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵਾਂ, ਜਿਹੜੇ ਸਾਰਿਆਂ ਤੋਂ ਉੱਤੇ ਨੇ, ਸਾਡੀ ਨਿਮਰਤਾ ਨੂੰ ਕਮਜ਼ੋਰੀ ਨਾ ਕੋਈ ਸਮਝ ਲਵੇ। ਬੋਲੋ ਵੀ ਨਿਮਰਤਾ ਨੂੰ ਕਮਜ਼ੋਰੀ ਨਾ ਸਮਝ ਲਵੇ। ਜੇ ਕਿਸੇ ਨੂੰ ਭੁਲੇਖਾ ਹੋਵੇ ਤੇ ਬੜੇ ਆਰਾਮ ਨਾਲ ਕੱਢ ਸਕਦੇ ਨੇ। ਬੁੰਗਾ ਰਾਮਗੜੀਆ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿ ਦਿੱਲੀ ਦਾ ਤਖਤ ਪਿਆ ਹੋਇਆ, ਉਹ ਪੱਥਰ ਪਿਆ ਹੋਇਆ। ਕਈਆਂ ਦੇ ਮਨ ਤੇ ਖਿਆਲ ਆਵੇਗਾ ਵੀ ਕਿਹੜਾ ਪੱਥਰ ਹੈ। ਮੈਂ ਥੋੜੇ ਸ਼ਬਦਾਂ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਹੁਣ ਪਿੰਡਾਂ ਦੇ ਵਿੱਚੋਂ ਸੰਗਤਾਂ ਲੈ ਕੇ ਵੀ ਆਇਆ ਕਰਨਾ ਹੈ, ਫਿਰ ਤੁਹਾਨੂੰ ਦੱਸਣਾ ਹੈ। ਦਿੱਲੀ ਦੇ ਤਖਤ ਨਾਲ ਸਾਡਾ ਰੇੜਕਾ ਪਿਆ ਸੀ ਤੇ ਸਿੱਖਾਂ ਨੇ ਕਿਹਾ ਸੀ ਵੀ ਇੰਜ ਕਰੋ, ਆਪਾਂ ਤਖਤ ਨੂੰ ਘੜੀਸ ਕੇ ਲੈ ਆਵਾਂਗੇ। ਆਖਰਕਾਰ ਸਮਾਂ ਆਣ ਵੱਜਾ, ਤਖਤ ਘੜੀਸਿਆ ਗਿਆ, ਚੁੱਕ ਕੇ ਨਹੀਂ ਲੈ ਕੇ ਆਏ, ਘੋੜੀਆਂ ਮਗਰ ਪਾ ਕੇ ਘੜੀਸ ਕੇ ਲੈ ਕੇ ਆਏ। ਜਿੱਥੇ ਬਾਂਹ ਡਿੱਗਦੀ ਹੈ ਡਿੱਗੇ, ਜਿੱਥੇ ਉਹਦੀ ਲੱਤ ਡਿੱਗਦੀ ਹੈ ਡਿੱਗੇ। ਜਦੋਂ ਇੱਥੇ ਤੱਕ ਆਇਆ ਤੇ ਸਿਰਫ ਇੱਕ ਪੱਥਰ ਦੀ ਲੰਬੀ ਸਿਲਾ ਤੱਕ ਰਹਿ ਗਈ ਸੀ। ਤੇ ਜਦੋਂ ਅੰਦਰ ਲੱਗੇ ਨਾ ਲਿਆਉਣ ਤੇ ਸਿੰਘਾਂ ਦੀ ਆਵਾਜ਼ ਆਈ। ਮੈਂ ਕਹਿੰਦਾ ਐਡੀ ਚੜ੍ਹਦੀ ਕਲਾ ਵਾਲੇ ਸੀ। ਸਿੰਘਾਂ ਦੀ ਅੰਦਰੋਂ ਆਵਾਜ਼ ਆਈ, ਕਹਿਣ ਲੱਗੇ ਖਾਲਸਾ ਜੀ ਪਰਿਕਰਮਾ ਤੋਂ ਅੰਦਰ ਨਹੀਂ ਲੈ ਕੇ ਆਉਣਾ। ਉਹ ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਅੰਦਰ ਅਕਾਲ ਦਾ ਤਖਤ ਹੈ ਤੇ ਅਕਾਲ ਦੇ ਤਖਤ ਦੇ ਸਾਹਮਣੇ ਦਿੱਲੀ ਦੇ ਤਖਤ ਦੀ ਕੋਈ ਔਕਾਤ ਨਹੀਂ ਹੈ। ਮੁਗਲ ਕਾਲ ਵੇਲੇ ਦੀ ਗੱਲ ਹੈ ਤੇ ਅੱਜ ਵੀ ਤਖਤ ਪਿਆ ਹੋਇਆ ਸਾਨੂੰ ਇਸ ਗੱਲ ਦੀ ਗਵਾਹੀ ਦਿੰਦਾ ਵੀ ਅਸੀਂ ਤਖਤਾਂ ਵਾਲੇ ਹਾਂ। ਭੁਲੇਖਾ ਨਾ ਸਾਡੇ ਮਨ ਦੇ ਵਿੱਚ ਕੋਈ ਰੱਖੇ, ਤੁਸੀਂ ਵੀ ਸਾਰੇ, ਪਰ ਉਦੋਂ ਤਖਤਾਂ ਵਾਲੇ ਜਾਵੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਦੋਂ ਅਸੀਂ ਗੁਰੂ ਦੇ ਹਾਂ, ਗੁਰੂ ਦੇ ਸਿਧਾਂਤ ਤੇ ਖਰੇ ਹਾਂ। ਸਿੱਖ ਧਰਮ ਆਦਰਸ਼ਵਾਦੀ ਹੈ, ਸਿੱਖ ਧਰਮ ਸਿਧਾਂਤਵਾਦੀ ਹੈ। ਆਓ ਹੋਰ ਬੜੇ ਆਪਣੇ ਕੋਲ ਬੁਲਾਰੇ ਨੇ, ਮੈਂ ਜ਼ਿਆਦਾ ਸਮਾਂ ਨਾ ਲਵਾਂ ਤੇ ਮੈਂ ਚਾਹਾਂਗਾ ਵੀ ਬਾਕੀ ਸਾਰੇ ਬੁਲਾਰੇ, ਸਾਡੇ ਬੜੇ ਪਿਆਰੇ ਵੀਰ ਭਾਈ ਲਹਿਣਾ ਸਿੰਘ ਜੀ ਉਹ ਵੀ ਆਏ ਨੇ, ਭਾਈ ਬਰਜਿੰਦਰ ਸਿੰਘ ਜੀ ਪਰਵਾਨਾ ਜੀ ਆਏ ਨੇ, ਬੜੀਆਂ ਸ਼ਖਸੀਅਤਾਂ ਨੇ, ਭਾਈ ਹਰਪਾਲ ਸਿੰਘ ਜੀ ਮੱਕੂ ਜੀ ਆਏ ਨੇ। ਸਭਨਾਂ ਦਾ ਧੰਨਵਾਦ ਕਰਦਾ ਵਾਂ। ਵੀ ਜਿਹੜੇ ਆਪਾਂ ਅੱਜ ਇਕੱਤਰ ਹੋਏ ਆ, ਸਾਡੀਆਂ ਕੀ ਕੀ ਮੰਗਾਂ ਸਨ, ਉਹ ਜਦੋਂ ਤੁਸੀਂ ਮੰਗਾਂ ਸੁਣੋਗੇ ਤੇ ਸ਼ਾਇਦ ਸਾਨੂੰ ਆਪਣੇ ਆਪ ਤੇ ਵੀ ਸ਼ਰਮ ਆਏਗੀ ਵੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਗਾਂ ਨਹੀਂ, ਉਹ ਸ਼੍ਰੋਮਣੀ ਕਮੇਟੀ ਦੇ ਫਰਜ਼ ਸਨ ਜੋ ਅਸੀਂ ਇੱਥੇ ਮੰਗਣ ਵਾਸਤੇ ਬੈਠੇ ਆ। ਪਹਿਲਾ ਜਿਹੜਾ ਮੱਖੂ ਸਾਹਿਬ ਨੇ ਕੀਤਾ ਵੀ ਮੈਂ ਜਿਹੜੇ ਸਾਡੀਆਂ ਮੰਗਾਂ ਸੀ ਉਹ ਮੈਂ ਬੋਲਾਂਗਾ ਤੇ ਮੱਖੂ ਸਾਹਿਬ ਉਹਦਾ ਜਵਾਬ ਨਾਲ ਨਾਲ ਦੇਈ ਜਾਣਗੇ। ਉਹਨਾਂ ਨੇ ਕੀ ਕਿਹਾ? ਸਭ ਤੋਂ ਪਹਿਲਾਂ ਸੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਪੜਤਾਲ ਵਿੱਚ ਪਾਏ ਦੋਸ਼ੀਆਂ ਤੇ ਮੁਕੱਦਮਾ ਦਰਜ ਹੋਵੇ। ਵੀ ਜਿਹੜੇ 328 ਸਰੂਪਾਂ ਦੇ ਵਿੱਚ ਦੋਸ਼ੀ ਨੇ ਉਹਨਾਂ ਤੇ ਮੁਕੱਦਮਾ ਦਰਜ ਹੋਵੇ। ਜਵਾਬ ਮੱਖੂ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਦੇ ਵਿੱਚ ਸਵੇਰ ਦੀਆਂ ਤੁਹਾਡੀਆਂ ਨਜ਼ਰਾਂ ਉਡੀਕ ਕਰ ਰਹੀਆਂ ਸਨ ਕਿ ਸਾਡੀ 7 ਮੈਂਬਰੀ ਬਣਾਈ ਹੋਈ ਕਮੇਟੀ ਅੰਦਰ ਗਈ ਹੈ ਤੇ ਇਹ ਕੀ ਰਿਪਲਾਈ ਲੈ ਕੇ ਆਉਂਦੇ ਨੇ। ਅਸੀਂ ਸਵੇਰ ਵੇਲੇ ਜਾਣ ਵੇਲੇ ਮੇਰੇ ਨਾਲ ਵੀਰ ਬਲਜਿੰਦਰ ਸਿੰਘ ਪਰਵਾਨਾ, ਮੈਂ 7 ਮੈਂਬਰੀ ਕਮੇਟੀ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਇਨ ਬਿਨ ਇੰਜ ਅੰਦਰ ਲੈ ਕੇ ਜਾਣੀਆਂ ਨੇ, ਜੋ ਅੰਦਰ ਜਵਾਬ ਆਏਗਾ ਇਨ ਬਿਨ ਤੁਹਾਨੂੰ ਸੁਣਾ ਦੇਣਾ। ਅਸੀਂ ਉਹਦੇ ਵਿੱਚ ਆਪਣੇ ਕੋਲੋਂ ਕੁਝ ਨਹੀਂ ਕਰਨਾ ਤਾਂ ਕਿ ਕੱਲ ਨੂੰ ਅਸੀਂ ਕੌਮ ਦੇ ਗੱਦਾਰ ਗਿਣੇ ਜਾਈਏ ਜਾਂ ਕੌਮ ਸਾਡੇ ਤੇ ਸ਼ੱਕ ਕਰੇ, ਉਹ ਕੰਮ ਨਹੀਂ ਹੋਵੇਗਾ। ਤੇ ਪਹਿਲੀ ਜਿਹੜੀ ਮੰਗ ਸੀ, ਮੈਂ ਕਹਿੰਦਾ ਦੁਬਾਰਾ ਫਿਰ ਇੱਕ ਵਾਰੀ ਪੜ੍ਹ ਦਿਓ, ਉਹਦੇ ਵਿੱਚ ਇਹ ਸੀ ਵੀ ਜਿਹੜੇ ਮੁੱਖ ਦੋਸ਼ੀ ਨੇ ਇਹਨਾਂ ਤੇ ਮੁਕੱਦਮਾ ਦਰਜ ਹੋਵੇ। ਤੇ ਸਾਨੂੰ ਰਿਪਲਾਈ ਕੀਤਾ ਹੈ ਜੋ ਰਿਟਨ ਦੇ ਵਿੱਚ ਆਫਿਸ ਨੋਟ ਹੈ ਜੀ ਮੇਰੇ ਹੱਥ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਬਾਰੇ ਸਿੱਖ ਬੁੱਧੀਜੀਵੀਆਂ
ਅਤੇ ਸਿੱਖ ਸੰਪਰਦਾਵਾਂ ਦੇ ਸੁਝਾਅ ਤੇ ਅਮਲ ਕਰਦਿਆਂ ਕਾਰਵਾਈ ਰੋਕੀ ਗਈ ਸੀ। ਹੁਣ ਸਵਾਲ ਇਹ ਹੈ, ਉਹ ਕਿਹੜੇ ਸਿੱਖ ਬੁੱਧੀਜੀਵੀ ਨੇ, ਉਹ ਕਿਹੜੀਆਂ ਸੰਪਰਦਾਵਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਦੋਸ਼ੀਆਂ ਦੇ ਉੱਪਰ ਕਾਰਵਾਈ ਨਾ ਕੀਤੀ ਜਾਵੇ? ਇੱਕ ਬਹੁਤ ਵੱਡਾ ਸਵਾਲ ਆ ਗਿਆ। ਨੰਬਰ 2 ਦੇ ਉੱਪਰ ਉਹ ਕਹਿੰਦੇ ਪਰੰਤੂ ਹੁਣ ਸਿੱਖ ਸੰਗਤ ਦੇ ਸੁਝਾਵਾਂ ਅਨੁਸਾਰ ਜੋ ਵੀ ਪੰਥਕ ਭਲੇ ਵਿੱਚ ਹੋਵੇਗਾ ਉਸ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਏਗੀ। ਉਹ ਕਹਿੰਦੇ ਵੀ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਹੈ 18 ਤਰੀਕ ਨੂੰ, ਉਹਦੇ ਵਿੱਚ ਪਹਿਲਾ ਜਿਹੜਾ ਮਾਇਆ ਹੋਇਆ ਮਤਾ ਸੀ ਉਹ ਰੱਦ ਕਰਾਂਗੇ ਤੇ ਇਹ ਜਿਹੜੀ ਪ੍ਰਪੋਜ਼ਲ ਹੈ ਰੱਖਾਂਗੇ। ਪਰ ਆਪਣੀ ਮੁੱਖ ਮੰਗ ਸੀ ਅਸਲ ਦੇ ਅੰਦਰ ਇਹੀ ਵੀ ਦੋਸ਼ੀਆਂ ਦੇ ਉੱਪਰ ਜਿਹੜਾ ਉਹ ਪਰਚਾ ਦਰਜ ਹੋਵੇ। ਉਹਨਾਂ ਨੇ ਸਾਨੂੰ ਪਰਚੇ ਦੀ ਸ਼ੋਰਟੀ ਨਹੀਂ ਦਿੱਤੀ, ਇਹ ਅਸੀਂ ਤੁਹਾਡੇ ਅੱਗੇ ਰੱਖ ਦਿੱਤੀ ਹੈ ਇਹ ਗੱਲ। ਸੈਕੰਡ ਪੜੋ ਜੀ। ਦੂਜਾ ਸੀਗਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜਿਹੜੇ ਨੇ ਕਿੰਨੇ ਅਤੇ ਕਿਸ ਨੂੰ ਦਿੱਤੇ, ਕਿੰਨੇ ਦਿੱਤੇ ਤੇ ਕਿਸ ਨੂੰ ਦਿੱਤੇ, ਉਹਦੇ ਬਾਰੇ। ਕਿਉਂਕਿ ਸਾਡੀ ਆਪਣੀ ਜਿਹੜੀ ਜਿਤਨੇ ਤੁਸੀਂ ਆਏ ਹੋ, ਆਪਣੀ ਮੁੱਖ ਮੰਗ ਇਹ ਵੀ ਸੀ ਵੀ ਜਿਹੜੇ 328 ਸਰੂਪ ਨੇ ਉਹ ਕਿੰਨਾਂ ਨੂੰ ਦਿੱਤੇ ਗਏ ਨੇ ਤੇ ਕਿੱਥੇ ਦਿੱਤੇ ਗਏ ਨੇ, ਕਿੰਨੇ ਦਿੱਤੇ ਗਏ ਨੇ। ਕਿਉਂਕਿ ਸਭ ਤੋਂ ਵੱਡਾ ਆਪਣਾ ਖਦਸ਼ਾ ਹੀ ਇਹ ਆ ਵੀ ਹੋ ਸਕਦਾ ਕੱਲ ਨੂੰ ਉਹਨਾਂ ਲੋਕਾਂ ਕੋਲੇ ਚਲੇ ਗਏ ਹੁਣ ਜਿਹੜੇ ਬੇਅਦਬੀਆਂ ਕਰਵਾਉਂਦੇ ਹੋਣ। ਤੇ ਉਹਨਾਂ ਨੇ ਇਹਦਾ ਰਿਪਲਾਈ ਕੀਤਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਜਦੋਂ ਹੀ ਇਹ ਵੇਰਵੇ ਪੂਰੇ ਆ ਜਾਂਦੇ ਨੇ ਤੇ ਸੰਗਤਾਂ ਦੇ ਅੱਗੇ ਰੱਖ ਦਿੱਤੇ ਜਾਣਗੇ। ਤੇ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਰੇ ਸਿਆਣੇ ਹੋ, ਇੱਕ ਗੱਲ ਆਪਣੇ ਮਨ ਦੇ ਵਿੱਚ ਵਿਚਾਰ ਕੇ ਵੇਖਿਆ ਜੇ ਵੀ ਵੇਰਵੇ ਅਜੇ ਇਕੱਠੇ ਕਰਨੇ ਨੇ। ਇਹਦਾ ਮਤਲਬ ਵੇਰਵੇ ਰਿਟਰਨ ਦੇ ਵਿੱਚ ਇਹਨਾਂ ਦੇ ਕੋਲ ਹੈ ਨਹੀਂ, ਪਰ ਇਹ ਕਹਿੰਦੇ ਵੀ ਜਿਹੜੇ ਪ੍ਰਚਾਰਕਾਂ ਦੀ ਡਿਊਟੀ ਲਾਈ ਹੋਈ ਹੈ ਵੀ ਜਿਨ੍ਹਾਂ ਪਿੰਡਾਂ ਦੇ ਅੰਦਰ ਸਰੂਪ ਗਏ ਸਨ, ਕੁਝ ਤੇ ਐਸੇ ਨੇ ਜਿਨ੍ਹਾਂ ਦੀ ਰਸੀਦ ਹੈ, ਜਿਨ੍ਹਾਂ ਦੀ ਰਸੀਦ ਨਹੀਂ ਹੈ। ਕਹਿੰਦੇ ਵੇਰਵੇ ਮੰਗਵਾਏ ਜਾ ਰਹੇ ਨੇ ਤੇ ਉਹ ਜਿਹੜੇ ਨੇ ਅਸੀਂ ਵੇਰਵੇ ਆਉਣ ਦੇ ਉੱਪਰ ਤੁਹਾਡੇ ਅੱਗੇ ਰੱਖ ਦਿਆਂਗੇ। ਤੀਜੀ ਮੰਗ ਜੀ। ਸਮਾਂ ਉਹਨਾਂ ਨੇ ਉਹ ਕਹਿੰਦੇ ਸੀ 2, ਅਸੀਂ ਕਿਹਾ ਵੀ 2 ਮਹੀਨੇ ਨਹੀਂ, ਤੁਸੀਂ 3 ਮਹੀਨੇ ਲਓ, ਬੇਸ਼ੱਕ ਸਮਾਂ ਬੇਸ਼ੱਕ ਵੱਧ ਲਓ, ਪਰ ਕਹਿੰਦੇ 2 ਮਹੀਨੇ 'ਚ ਅਸੀਂ ਕੋਸ਼ਿਸ਼ ਕਰਾਂਗੇ। ਵੀ ਕੋਸ਼ਿਸ਼ ਨਾ ਕਰੋ। ਸਾਡੇ ਝਬਾਲ ਸਾਡੇ ਸਿੰਘ ਸਾਹਿਬ ਬੈਠੇ ਸੀ, ਕਹਿੰਦੇ ਵੀ ਮਹੀਨਾ ਹੋਰ ਵੱਧ ਲੈ ਲਓ ਸਾਡੇ ਵੱਲੋਂ, ਸਾਨੂੰ ਕੋਈ ਪਰੇਸ਼ਾਨੀ ਨਹੀਂ, ਪਰ ਸਾਨੂੰ ਵੇਰਵੇ ਜਿਹੜੇ ਨੇ ਤਰੀਕੇ ਨਾਲ ਚਾਹੀਦੇ ਨੇ। ਅਗਲਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਤੇ ਸ਼੍ਰੋਮਣੀ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਪ੍ਰੈਸਾਂ ਤੇ ਪੂਰਨ ਪਾਬੰਦੀ ਲੱਗੇ। ਪੂਰਨ ਸ਼ਬਦ ਦੀ ਜਿਹੜੀ ਜਾਣਕਾਰੀ ਹੈ ਮੱਖੂ ਸਾਹਿਬ ਦੇਣਗੇ। ਹਾਂਜੀ, ਇਹਦੇ ਵਿੱਚ ਸੀ ਵੀ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਸਰੂਪ ਛਾਪਦੀਆਂ ਨੇ ਉਹਨਾਂ ਦੇ ਉੱਪਰ ਪੂਰਨ ਪਾਬੰਦੀ ਲੱਗੇ। ਉਹਨਾਂ ਨੇ ਸਾਨੂੰ ਇਹ ਰਿਟਨ ਦੇ ਵਿੱਚ ਦਿੱਤਾ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਕੇ ਦੇਸ਼ ਵਿਦੇਸ਼ ਦੀਆਂ ਪ੍ਰੈਸਾਂ ਤੇ ਪਾਬੰਦੀ ਲੱਗ ਚੁੱਕੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿੰਨਾ ਚਿਰ 328 ਸਰੂਪਾਂ ਦੇ ਵੇਰਵੇ ਇਕੱਤਰ ਨਹੀਂ ਹੁੰਦੇ ਉਹਨਾਂ ਚਿਰ ਸਰੂਪ ਨਹੀਂ ਛਾਪੇਗੀ। ਕਹਿਣ ਤੋਂ ਭਾਵ ਤੁਹਾਡੀ ਇੱਕ ਮੰਗ ਸੀ। ਦੇਖੋ, ਜੇ ਸੰਤੁਸ਼ਟੀ ਹੋਣਾ ਨਾ ਹੋਣਾ ਵੱਖਰਾ ਵਿਸ਼ਾ ਹੈ, ਪਰ ਤੁਹਾਨੂੰ ਦੱਸਣਾ ਇਹ ਬੜਾ ਜ਼ਰੂਰੀ ਹੈ। ਇਹ ਆਪਣੀ ਮੁੱਖ ਮੰਗ ਸੀ ਵੀ ਵਕਤੀ ਤੌਰ ਦੇ ਉੱਪਰ ਪਾਬੰਦੀ ਲੱਗੇ। ਉਹਨਾਂ ਨੇ ਵਕਤੀ ਤੌਰ ਦੇ ਉੱਪਰ ਪਾਬੰਦੀ ਲਾ ਦਿੱਤੀ ਹੈ ਵੀ ਜਿੰਨੀ ਦੇਰ ਤੱਕ 328 ਸਰੂਪਾਂ ਦਾ ਤੁਹਾਨੂੰ ਹਿਸਾਬ ਨਹੀਂ ਦੇ ਦਿੰਦੇ ਉਨੀ ਦੇਰ ਤੱਕ ਅੱਗੇ ਛਪਾਈ ਨਹੀਂ ਹੋਵੇਗੀ। ਉਹਦੇ ਵਿੱਚ ਉਹਨਾਂ ਨੇ ਅਗਲੀ ਗੱਲ ਲਿਖੀ ਹੈ, ਕੈਨੇਡਾ ਵਿੱਚ ਰਿਪਦਮਨ ਸਿੰਘ ਮਲਕ ਪਾਸੋਂ ਉਸ ਦੀ ਮਸ਼ੀਨਰੀ ਜ਼ਬਤ ਕਰ ਲਈ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕਰਵਾ ਦਿੱਤੇ ਨੇ। ਤੇ ਉਹਨਾਂ ਨੇ ਕਿਹਾ ਵੀ ਅੱਗੇ ਸਪਸ਼ਟੀਕਰਨ ਵੀ ਮੰਗਿਆ ਗਿਆ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕੈਨੇਡਾ ਦੇ ਵਿੱਚ ਇੱਕ ਐਸੀ ਪ੍ਰੈਸ ਸੀ ਜਿਹਦਾ ਪਰਦਾਫਾਸ਼ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਦੇ ਨੇ। ਇਹ ਕਹਿੰਦੇ ਵੀ ਸਾਰੀ ਮਸ਼ੀਨਰੀ ਜ਼ਬਤ ਕਰ ਲਈਏ, ਸਰੂਪ ਗੁਰਦੁਆਰਾ ਸਾਹਿਬ ਭੇਜ ਦਿੱਤੇ ਨੇ ਤੇ ਉਹਨਾਂ ਨੂੰ ਤਲਬ ਕਰ ਲਿਆ ਗਿਆ। ਪ੍ਰਾਈਵੇਟ ਪ੍ਰੈਸਾਂ 'ਚ ਚੌਥਾ ਨੰਬਰ ਸੀਗਾ, ਪ੍ਰਾਈਵੇਟ ਪ੍ਰੈਸਾਂ ਦੇ ਵਿੱਚ ਛਪਦੇ ਗੁਟਕੇ ਸਾਹਿਬ ਅਤੇ ਪੋਥੀ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਛਾਪਣ ਤੇ ਪਾਬੰਦੀ ਲੱਗੇ। ਧਾਰਮਿਕ ਸਾਹਿਤ ਜਿਵੇਂ ਆਪਾਂ ਕੋਈ ਕਿਸੇ ਦੀ ਕਿਤਾਬ ਛਪਣੀ ਆ ਉਹਦੇ ਵਿੱਚ ਨਹੀਂ, ਲਿਟਰੇਚਰ ਵਿੱਚ ਨਹੀਂ, ਪਰ ਪੂਰਨ ਤੌਰ ਤੇ ਜਿਹੜੀ ਗੁਰਬਾਣੀ ਦੀਆਂ ਪੋਥੀਆਂ ਛਪਦੀਆਂ ਨੇ, ਗੁਟਕਾ ਸਾਹਿਬ, 10 ਗ੍ਰੰਥੀ, 22 ਵਾਰਾਂ, ਭਗਤਾ ਬਾਣੀ, ਸੈਂਚੀਆਂ, ਇਹ ਜਿਹੜੀਆਂ ਵੀ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਤੇ ਪੂਰਨ ਪਾਬੰਦੀ ਲੱਗੇ। ਕਿਸੇ ਵੀ ਪ੍ਰੈਸ ਨੂੰ ਕੋਈ ਅਧਿਕਾਰ ਨਹੀਂ ਹੋਵੇਗਾ ਕੋਈ ਧਾਰਮਿਕ ਪੋਥੀ ਛਾਪਣ ਦਾ। ਕਿਉਂ? ਕਿਉਂਕਿ ਰਿਕਾਰਡ ਨਹੀਂ। ਆਪਾਂ ਨਿੱਤ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀਆਂ ਦੀਆਂ ਗੱਲਾਂ ਸੁਣਦੇ ਆ, ਉੱਥੇ ਇਹ ਵੀ ਸੁਣਦੇ ਆ ਵੀ ਫਲਾਣੀ ਰੂੜੀ ਦੇ ਗੁਟਕਾ ਸਾਹਿਬ ਪਏ ਨੇ, ਫਲਾਣੀ ਜਗ੍ਹਾ ਤੇ ਕੋਈ ਗੁਟਕਾ ਸਾਹਿਬ ਪਾੜ ਕੇ ਛੱਡ ਗਿਆ। ਸੋ ਇਸ ਕਰਕੇ ਸਾਡੀ ਇੱਕ ਇਹ ਮੰਗ ਸੀ ਦਾ ਜਵਾਬ ਮੱਖੂ ਸਾਹਿਬ ਦੇ ਤੇ ਇਹਦਾ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਵੀ ਪ੍ਰਾਈਵੇਟ ਪ੍ਰੈਸਾਂ ਵਿੱਚ ਛਪਦੇ ਗੁਟਕਾ ਸਾਹਿਬਾਨ ਅਤੇ ਗੁਰਬਾਣੀ ਪੋਥੀਆਂ ਸੰਬੰਧੀ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ, ਕਿਉਂਕਿ ਇਹ ਮਾਮਲਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜਦੋਂ ਉਹਨਾਂ ਨੇ ਸਾਨੂੰ ਇਹ ਲਿਖ ਕੇ ਦਿੱਤਾ ਤੇ ਅਸੀਂ ਨਾਲ ਦੀ ਨਾਲ ਹੀ ਸਾਰਿਆਂ ਨੇ ਇਹ ਗੱਲ ਕੀਤੀ ਵੀ ਠੀਕ ਹੈ, ਤੁਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰ ਦਿੱਤੀ ਹੈ, ਪਰ ਇਹਦਾ ਟਾਈਮ ਪੈਣਾ ਚਾਹੀਦਾ ਹੈ ਵੀ 7 ਦਿਨਾਂ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਸਾਨੂੰ ਇਸ ਚੀਜ਼ ਦੀ ਪੂਰਨ ਪਾਬੰਦੀ ਦਾ ਰਿਪਲਾਈ ਆ ਜਾਣਾ ਚਾਹੀਦਾ ਹੈ
ਵੀ ਕੋਈ ਵੀ ਸੰਸਥਾ ਧਾਰਮਿਕ ਲਿਟਰੇਚਰ ਗੁਟਕਾ ਸਹਿਬਾਨ ਇਹ ਚੀਜ਼ਾਂ ਆਪਣੇ ਕੋਲੋਂ ਨਹੀਂ ਛਾਪ ਸਕਦੀ। ਇਹ ਸਾਰਾ ਅਧਿਕਾਰ ਸਿਰਮੌਰ ਸੰਸਥਾ ਦੇ ਕੋਲ ਹੋਣਾ ਚਾਹੀਦਾ ਹੈ। ਅਗਲਾ ਪੰਜਵਾਂ ਮੁੱਦਾ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਵਾਲੀਆਂ ਸੰਸਥਾਵਾਂ ਤੇ ਪਾਬੰਦੀ ਲੱਗੇ। ਕਿਉਂਕਿ ਜਿੰਨੀਆਂ ਵੀ ਅਗਨ ਭੇਟ ਕਰਨ ਵਾਲੀਆਂ ਸੰਸਥਾਵਾਂ ਨੇ ਆਪਾਂ ਦੇਖਦੇ ਹਾਂ ਵੀ ਉੱਥੇ ਕੋਈ ਵੀ ਸਰੂਪ ਚਲਾ ਜਾਂਦਾ ਕਿ ਜੀ ਬਿਰਧ ਸਰੂਪ ਹੈ ਤੇ ਇਹਦਾ ਸੰਸਕਾਰ ਕਰ ਦਿਓ, ਤੇ ਨਵਾਂ ਸਰੂਪ ਲਿਆਉਣ ਦੀ ਖਾਤਰ ਸਰੂਪ ਦੀ ਜਿਲਦ ਮਾੜੀ ਜਿਹੀ ਖਰਾਬ ਹੋਈ, ਕੋਈ ਅੰਗ ਕੋਈ ਪੱਤਰਾ ਖਰਾਬ ਹੋ ਗਿਆ ਤੇ ਉਹਨੂੰ ਬਦਲਿਆ ਜਾ ਸਕਦਾ ਹੈ, ਜਿਲਦ ਨੂੰ ਬਦਲਿਆ ਜਾ ਸਕਦਾ ਹੈ। ਪਰ ਲੋਕ ਕੀ ਕਰਦੇ ਨੇ ਵੀ ਉਹਨਾਂ ਜਿੱਥੇ ਅਗਨ ਭੇਟ ਹੁੰਦੇ ਸਰੂਪ ਉੱਥੇ ਛੱਡ ਆਉਂਦੇ ਨੇ ਤੇ ਨਵਾਂ ਸਰੂਪ ਜਿਹੜਾ ਲੈ ਜਾਂਦੇ ਨੇ। ਸੋ ਇਸ ਕਰਕੇ ਸਾਡੀ ਇੱਕ ਇਹ ਵੀ ਮੰਗ ਹੈ ਵੀ ਜਿੰਨੀਆਂ ਵੀ ਭਾਵੇਂ ਕੋਈ ਬਾਬਾ ਹੈ, ਭਾਵੇਂ ਕੋਈ ਸੰਸਥਾ ਹੈ, ਭਾਵੇਂ ਕੋਈ ਪ੍ਰਾਈਵੇਟ ਸੰਸਥਾ ਹੈ, ਜਿਨ੍ਹਾਂ ਨੇ ਵੀ ਅੰਗੀਠਾ ਸਾਹਿਬ ਬਣਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਹੋਰ ਪੋਥੀਆਂ ਦੇ ਸੰਸਕਾਰ ਦੇ, ਉਹ ਬਿਲਕੁਲ ਬੰਦ ਹੋਣੇ ਚਾਹੀਦੇ ਨੇ। ਕੇਵਲ ਇੱਕੋ ਜਗ੍ਹਾ ਜਿਹੜੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸੰਸਕਾਰ, ਪੋਥੀਆਂ ਦੇ ਸੰਸਕਾਰ ਹੋਣੇ ਚਾਹੀਦੇ ਨੇ। ਮੁੱਖ ਕਾਰਨ ਕੀ ਆ? ਕਿਉਂਕਿ ਉੱਥੇ ਪੁਰਾਤਨ ਤੋਂ ਪੁਰਾਤਨ ਸਰੂਪ, ਪੁਰਾਤਨ ਤੋਂ ਪੁਰਾਤਨ ਇਤਿਹਾਸਕ ਪੋਥੀਆਂ ਉੱਥੇ ਆਉਂਦੀਆਂ ਨੇ। ਉੱਥੇ ਮੇਰੇ ਵਰਗੇ ਅਨਪੜ੍ਹ ਬੈਠੇ ਹੁੰਦੇ ਨੇ, ਚੁੱਕਦੇ ਨੇ, ਰੱਖਦੇ ਨੇ, ਦੇਸੀ ਘਿਓ ਪਾਇਆ ਤੇ ਸੰਸਕਾਰ ਕਰ ਦਿੱਤਾ। ਜਦੋਂ ਉਹ ਸਰੂਪ ਆਣਗੇ ਉਹਦੀ ਇਤਿਹਾਸਕਤਾ ਕੀ ਹੈ, ਉਸ ਪੋਥੀ ਦੀ ਸਰੂਪ ਦੀ ਮਹਾਨਤਾ ਕੀ ਹੈ, ਕਿੰਨਾ ਕੁ ਪੁਰਾਤਨ ਹੈ, ਉਹਦੀ ਜਾਣਕਾਰੀ ਵਾਸਤੇ ਇਹ ਇੱਕੋ ਜਗ੍ਹਾ ਹੀ ਹੋਵੇ। ਇਹਦੇ ਜਵਾਬ ਉਹਨਾਂ ਨੇ ਇਹਦਾ ਰਿਪਲਾਈ ਇਹ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੀਆਂ ਜਥੇਬੰਦੀਆਂ ਤੇ ਪਾਬੰਦੀ ਲਗਵਾਉਣ ਲਈ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਤਾਂ ਕਿ ਇਹਨਾਂ ਤੇ ਅੱਗੇ ਤੋਂ ਰੋਕ ਲੱਗ ਸਕੇ। ਇਹ ਜਿਹੜੇ ਤੁਸੀਂ ਸਵੇਰੇ ਸਾਨੂੰ 9 ਮੰਗਾਂ ਲਿਖ ਕੇ ਦਿੱਤੀਆਂ ਸੀ, ਇਹਨਾਂ ਵਿੱਚੋਂ 2-3 ਮੰਗਾਂ ਐਸੀਆਂ ਨੇ ਜਿਹੜੀਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਜਾਰੀ ਕਰਨਾ ਹੈ ਤੇ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਜਿੰਨੀਆਂ ਵੀ ਸੰਸਥਾਵਾਂ ਤੁਹਾਡੇ ਧਾਰਮਿਕ ਲਿਟਰੇਚਰ ਨੂੰ, ਤੁਹਾਡੀਆਂ ਧਾਰਮਿਕ ਪੋਥੀਆਂ ਨੂੰ ਬਿਨਾਂ ਪੜ੍ਹੇ ਬਿਨਾਂ ਵਾਚ ਕੀਤੇ ਸੰਸਕਾਰ ਕਰ ਦਿੰਦੀਆਂ ਸਨ, ਉਹਨਾਂ ਤੇ ਪੂਰਨ ਪਾਬੰਦੀ ਜਥੇਦਾਰ ਸਾਹਿਬ ਦਾ ਹੁਕਮਨਾਮਾ ਜਿਹੜਾ ਉਹ ਆਵੇਗਾ, ਆਦੇਸ਼ ਆਵੇਗਾ ਉਹਦੇ ਤੇ। ਪਰ ਮੈਂ ਇੱਕ ਬੇਨਤੀ ਛੋਟੀ ਜਿਹੀ ਨਾਲ ਕਰਦੇ ਹਾਂ, ਕਿਉਂਕਿ ਸਾਰੇ ਮੇਰੇ ਸਿਆਣੇ ਵੀਰ ਨੇ, ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਸੰਤੁਸ਼ਟੀ ਦਿੰਦੀਆਂ ਨੇ, ਪਰ ਜਿੰਨੀ ਦੇਰ ਤੱਕ ਇਹ ਜਾਰੀ ਜਾਂ ਲਾਗੂ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਮੇਰੇ ਖਿਆਲ ਦੇ ਵਿੱਚ ਲੱਕੜ ਦਾ ਮੁੰਡਾ ਕੀ ਸਾਬਤ ਹੋਣਗੀਆਂ। ਅਗਲੀ ਗੱਲ ਜੀ, 6ਵਾਂ ਨੰਬਰ ਜੀ, ਕੈਨੇਡਾ ਦੇ ਵਿੱਚ 450 ਪਾਵਨ ਸਰੂਪਾਂ ਦੀ ਨਰਾਦੀ ਕਰਨ ਵਾਲੇ ਦੋਸ਼ੀ ਸੰਗਤ ਸਾਹਮਣੇ ਲਿਆਓ। ਇਹਦਾ ਜਵਾਬ ਜਿਹੜਾ ਤੁਹਾਨੂੰ ਉਹ ਪਹਿਲਾਂ ਮਿਲ ਚੁੱਕਿਆ ਤੇ ਉਹਦਾ ਜਵਾਬ ਇਹਨਾਂ ਨੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਉਹ ਕਹਿੰਦੇ 414 ਸਰੂਪ ਨੇ, 450 ਸਰੂਪ ਨਹੀਂ। ਉਹ ਕਹਿੰਦੇ ਸਤਨਾਮ ਐਜੂਕੇਸ਼ਨ ਟਰਸਟ ਸਰੀ ਕੈਨੇਡਾ ਵਿਖੇ ਅੰਤਰਕ ਕਮੇਟੀ ਦੀ ਪ੍ਰਵਾਨਗੀ ਅਤੇ ਸਿੰਘ ਸਾਹਿਬ ਦੇ ਫੈਸਲੇ ਅਨੁਸਾਰ ਭੇਜੇ ਗਏ ਸਨ। ਉਹਨਾਂ ਨੇ ਅੱਗੋਂ ਜਿਹੜੀਆਂ ਸੰਸਥਾਵਾਂ ਜਾਂ ਗੁਰਦੁਆਰਾ ਸਾਹਿਬਾਨ ਨੂੰ ਦਿੱਤੇ ਨੇ ਉਹਨਾਂ ਦੇ ਵੇਰਵੇ ਮੰਗਵਾਏ ਗਏ ਨੇ। ਹੁਣ ਆਪਣੇ ਪਹਿਲਾਂ ਜਿਹੜਾ ਆਪਣੀ ਗੱਲ ਸੀ, ਇੱਥੋਂ ਵੇਰਵੇ ਇਕੱਠੇ ਕੀਤੇ ਜਾ ਰਹੇ ਨੇ ਤੇ ਅੱਗੋਂ ਵੇਰਵੇ ਮੰਗਵਾਏ ਜਾ ਰਹੇ ਨੇ। ਪਰ ਜੇ ਸਮਾਂ ਰਹਿੰਦੇ ਸਾਰੇ ਵੇਰਵੇ ਪਹਿਲਾਂ ਹੀ ਹੱਥ ਵਿੱਚ ਰੱਖੇ ਜਾਂਦੇ ਹੋਣ ਤੇ ਮੇਰੇ ਖਿਆਲ ਦੇ ਵਿੱਚ ਇੰਨਾ ਜਲੂਸ ਆਪਣਾ ਕਦੀ ਵੀ ਨਾ ਨਿਕਲਦਾ। ਸਭ ਤੋਂ ਵੱਡੀ ਗੱਲ ਇਹੀ ਹੈ ਵੀ ਜਿਹੜੀ ਅੱਜ ਅੰਦਰ ਮੈਂ ਅਗਲੇ ਪੁਆਇੰਟ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਕਹਾਂਗਾ, ਉਹਨਾਂ ਨੇ ਆਪ ਮੰਨੀ ਹੈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਜੇਕਰ ਇਹਨਾਂ ਨੇ 2 ਨੰਬਰ ਦਾ ਕੰਮ ਕੀਤਾ ਵੀ ਰਸੀਦ ਕੱਟੀ ਨਹੀਂ, ਪੈਸੇ ਜੇਬ 'ਚ ਪਾਏ ਤੇ ਸਰੂਪ ਜਿਹੜਾ ਉਹਨਾਂ ਨੂੰ ਦੇ ਦਿੱਤਾ। ਸੋ ਇਦਾਂ ਦੇ ਜਿਹੜੇ ਨੇ ਪਹਿਲਾਂ ਹੀ ਜਿਹੜਾ ਇਨਕੁਆਇਰੀ ਕੀਤੀ ਹੋਵੇ ਤੇ ਪਹਿਲਾਂ ਹੀ ਡਾਟਾ ਕੋਡ ਰੱਖਿਆ ਹੋਵੇ ਤੇ ਆਹ ਜਲੂਸ ਜਿਹੜੇ ਅੱਜ ਸਾਡਾ ਕੌਮ ਦਾ ਨਿਕਲਦਾ ਪਿਆ, ਸ਼੍ਰੋਮਣੀ ਕਮੇਟੀ ਦਾ ਵਿੱਚੇ ਨਿਕਲਦਾ ਪਿਆ, ਹਾਲਾਤ ਜਿਹੜੇ ਸਾਡੇ ਬਣੇ ਹੋਏ ਨੇ ਇਹ ਸ਼ਾਇਦ ਨਾ ਬਣਦੇ। ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ 36 ਪਰ ਕਾਰਵਾਈ 16 ਬੰਦਿਆਂ ਤੇ ਕਿਉਂ? ਹਾਂਜੀ, ਉਹਦਾ ਇਹਨਾਂ ਨੇ ਇਹ ਜਵਾਬ ਦਿੱਤਾ ਵੀ ਜਾਂਚ ਕਮਿਸ਼ਨ ਵੱਲੋਂ ਨਾਮਜ਼ਦ ਕੀਤੇ ਗਏ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਜੇਕਰ ਇਸ ਤੋਂ ਵੀ ਵੱਧ ਦੋਸ਼ੀ ਠਹਿਰਾਏ ਜਾਂਦੇ ਨੇ ਉਹਨਾਂ ਤੇ ਵੀ ਕਾਰਵਾਈ ਯਕੀਨਨ ਕੀਤੀ ਜਾਵੇਗੀ। ਇਸ ਤੋਂ ਇਲਾਵਾ 2016 ਦੀ ਅੰਤਰਕ ਕਮੇਟੀ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਤੀ 18 ਸਤੰਬਰ 2020 ਨੂੰ ਬੁਲਾਈ ਗਈ ਹੈ। ਇੱਥੇ ਮੈਂ ਥੋੜੀ ਜਿਹੀ ਬੇਨਤੀ ਕਰ ਦੇਣੀ ਚਾਹੁੰਦਾ ਹਾਂ, ਕਿਉਂਕਿ ਜਦੋਂ ਦੋਸ਼ੀਆਂ ਦੀ ਗੱਲ ਆਉਂਦੀ ਹੈ ਤੇ ਦੋਸ਼ੀਆਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਉੱਪਰ ਫੌਜਦਾਰੀ ਮੁਕੱਦਮੇ ਤੇ ਇਹਨਾਂ ਦੇ ਉੱਪਰ ਵਿਭਾਗੀ ਕਾਰਵਾਈ ਤੇ ਆਪਣੀ ਸੰਤੁਸ਼ਟੀ ਨਹੀਂ ਸੀ ਕੋਈ ਵੀ ਕਿਸੇ ਤੇ ਵਿਭਾਗੀ ਤੇ ਕਿਸੇ ਤੇ ਕਾਨੂੰਨੀ, ਸਾਰਿਆਂ ਦੇ ਉੱਪਰ ਕਾਨੂੰਨੀ ਕਿਉਂ ਨਾ ਹੋਵੇ। ਉਹਦੇ ਵਿੱਚ ਇਹਨਾਂ ਨੇ ਕਿਹਾ ਵੀ 18 ਤਰੀਕ ਦੀ ਅੰਤਰੰਗ ਕਮੇਟੀ ਬੁਲਾਈ ਗਈ ਹੈ। ਅੱਗੇ ਜੀ, ਅਗਲਾ ਸੀਗਾ ਜੀ 1000 ਪੰਨੇ ਵਾਲੀ ਜਿਹੜੀ ਰਿਪੋਰਟ ਹੈ ਉਹਨੂੰ ਜਨਤਕ ਕੀਤਾ ਜਾਵੇ। ਉਹਦਾ ਇਹਨਾਂ ਨੇ ਜਵਾਬ ਇਹ ਦਿੱਤਾ ਆ, ਜਾਂਚ ਕਮਿਸ਼ਨ ਵੱਲੋਂ ਜਿਹੜੀ ਫਾਈਨਲ 10 ਪੰਨਿਆਂ ਦੀ ਰਿਪੋਰਟ ਜਿਸ ਵਿੱਚ ਉਹਨਾਂ ਦੇ ਸੰਬੰਧਤ ਤੇ ਦੋਸ਼ ਤੈਅ ਕੀਤੇ ਗਏ ਨੇ
ਉਹ ਜਨਤਕ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਬਾਕੀ ਰਿਪੋਰਟ ਵਿੱਚ ਗਵਾਹਾਂ ਆਦਿਕ ਦੇ ਬਿਆਨ ਦਰਜ ਹਨ, ਉਹ ਵੀ ਵਿਚਾਰ ਕਰਨ ਮਗਰੋਂ ਜਨਤਕ ਕੀਤੇ ਜਾਣਗੇ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵਾਂ, ਰਿਪੋਰਟ ਹੁੰਦੀ ਹੈ ਜੀ 1149 ਪੰਨਿਆਂ ਦੀ, 1149 ਪੰਨਿਆਂ ਦੀ ਰਿਪੋਰਟ ਹੈ। SGPC ਨੇ ਆਪਣੀ ਵੈਬਸਾਈਟ ਤੇ ਪਾਈ ਹੈ ਜੀ 10 ਪੇਜਾਂ ਦੀ। ਉਹ ਕਹਿੰਦੇ ਜਿਹੜੇ ਮੇਨ ਮੁੱਖ ਦੋਸ਼ੀ ਨੇ ਉਹ ਵਿੱਚ ਪਾਏ ਗਏ ਨੇ, ਤੇ ਜਿਹੜੇ ਬਿਆਨ ਦਰਜ ਕਰਵਾਏ ਗਏ ਨੇ ਉਹ ਅਸੀਂ ਨਹੀਂ ਸੀ ਜਨਤਕ ਕੀਤੇ, ਪਰ ਅਸੀਂ ਵਿਚਾਰ ਕਰਕੇ ਤੇ ਉਹ ਵੀ ਆਪਣੀ ਵੈਬਸਾਈਟ ਦੇ ਉੱਪਰ ਪਾ ਦਿਆਂਗੇ। ਪਿੰਡਾਂ, ਸ਼ਹਿਰਾਂ, ਗੁਰਦੁਆਰਿਆਂ ਵਿੱਚ ਤੇ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਪਏ ਪਾਵਨ ਸਰੂਪ ਗੁਟਕਾ ਸਾਹਿਬ ਇਕੱਠੇ ਕੀਤੇ ਜਾਣ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਕਿਉਂਕਿ ਜੇਕਰ ਆਪਾਂ ਘਰਾਂ ਜਾਂਦੇ ਹਾਂ, ਅਕਾਲੀ ਜੀ ਨੇ ਕਿਹਾ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ 200 ਘਰ ਐਸੇ ਹੋਣਗੇ ਇੱਕ ਨੇੜੇ ਤੇੜੇ ਏਰੀਆ ਦੇ ਵਿੱਚ ਵੀ ਜਿੱਥੇ ਸਰੂਪ ਜਿਹੜੇ ਨੇ ਸਲੈਬਾਂ ਦੇ ਉੱਪਰ ਰੱਖੇ ਹੋਏ ਨੇ। ਇਹ ਹਾਲਾਤ ਨੇ। ਸੋ ਇਹ ਜਿਹੜਾ ਫਰਜ਼ ਹੈ ਇਹ ਸ਼੍ਰੋਮਣੀ ਕਮੇਟੀ ਦਾ ਹੈ, ਪਰ ਇਸ ਫਰਜ਼ ਨੂੰ ਸਤਿਕਾਰ ਕਮੇਟੀਆਂ ਨਿਭਾ ਰਹੀਆਂ ਸਨ। ਪਰ ਦੁੱਖ ਦੀ ਗੱਲ ਇਹ ਹੈ ਵੀ ਸਤਿਕਾਰ ਕਮੇਟੀਆਂ ਦੇ ਕੰਮ ਨੂੰ ਵੀ ਜਿਹੜਾ ਹੈ ਉਹ ਸ਼ੱਕ ਦੇ ਘੇਰੇ ਵਿੱਚ ਪ੍ਰਧਾਨ ਲੌਂਗੋਵਾਲ ਵੱਲੋਂ ਲਿਆਂਦਾ ਗਿਆ। ਸੋ ਇਹਦਾ ਜਵਾਬ ਉਹਨਾਂ ਨੇ ਦਿੱਤਾ ਵੀ ਪਿੰਡਾਂ, ਸ਼ਹਿਰਾਂ, ਗੁਰਦੁਆਰਾ ਸਾਹਿਬਾਨ ਵਿੱਚ ਵੱਡੀ ਗਿਣਤੀ ਵਿੱਚ ਬਿਰਾਜਮਾਨ ਪਾਵਨ ਸਰੂਪ ਅਤੇ ਗੁਟਕਾ ਸਾਹਿਬਾਨ ਇਕੱਤਰ ਕਰਨ ਲਈ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ। ਵੈਸੇ ਮੇਰੇ ਖਿਆਲ ਦੇ ਵਿੱਚ ਹੋਣਾ ਚਾਹੀਦਾ ਸੀ ਵੀ ਬੇਨਤੀ ਕਰ ਦਿੱਤੀ ਹੈ, ਪਰ ਉਹਨਾਂ ਨੇ ਇਹਨਾਂ ਲਿਖਿਆ ਵੀ ਬੇਨਤੀ ਕੀਤੀ ਜਾਵੇਗੀ। ਪਰ ਸਾਡਾ ਇੱਕ ਜਿੰਨੇ 7 ਮੈਂਬਰੀ ਕਮੇਟੀ ਗਈ ਸੀ, ਅਸੀਂ ਇੱਕੋ ਗੱਲ ਕੀਤੀ ਹੈ ਵੀ ਆਹ ਮੰਗ ਹੈ ਸੰਗਤ ਦੀ, ਤੁਹਾਡੇ ਅੱਗੇ ਰੱਖ ਦਿੱਤੀ, ਤੁਸੀਂ ਕਿੰਨੀ ਮੰਨੀ ਹੈ ਉਹ ਅਸੀਂ ਸੰਗਤ ਦੇ ਅੱਗੇ ਰੱਖ ਦਿਆਂਗੇ। ਪ੍ਰਵਾਨਗੀ ਸੰਗਤ ਨੇ ਦੇਣੀ ਹੈ। ਇਸ ਕਰਕੇ ਜੋ ਲਿਖਿਆ ਅਸੀਂ ਇਨ ਬਿਨ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ। ਉਹ ਪਿੰਡਾਂ, ਸ਼ਹਿਰਾਂ, ਗੁਰਦੁਆਰਾ ਸਾਹਿਬਾਨਾਂ ਵਿੱਚ ਵੱਡੀ ਗਿਣਤੀ ਵਿੱਚ ਬਿਰਾਜਮਾਨ ਪਾਵਨ ਸਰੂਪ ਅਤੇ ਗੁਟਕਾ ਸਾਹਿਬਾਨ ਇਕੱਤਰ ਕਰਨ ਲਈ ਕਹਿੰਦੇ ਕਿ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ। ਜੋ ਫੈਸਲਾ ਕਰਨਗੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਹਾਂਜੀ, ਸੋ ਅਗਲੀ ਬੇਨਤੀ ਜਿਹੜੀ ਹੈ ਉਹ ਮੈਂ ਆਪ ਜੀ ਨੂੰ ਦੱਸਣ ਲੱਗਿਆ ਵੀ ਮੋਰਚਾ ਜਿਹੜਾ ਹੈ ਇਹ ਚੁੱਕਿਆ ਨਹੀਂ ਜਾ ਰਿਹਾ। ਇਥੋਂ ਕੋਈ ਸਿੰਘ ਜਾਏਗਾ ਨਹੀਂ, ਕਿਉਂਕਿ ਜਿਹੜੀ ਸਾਡੀ ਪਹਿਲੀ ਮੰਗ ਸੀ ਕਿ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਨੂੰ ਅੱਜ ਹੀ FIR ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਹਦੇ ਵਾਸਤੇ ਸਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ। ਸੋ ਮਿੱਠੀਆਂ ਗੋਲੀਆਂ ਸਾਨੂੰ ਨਹੀਂ ਹਾਜ਼ਮ ਹੋਈਆਂ। ਸਾਡੀ ਜਿੰਨੀ 7 ਮੈਂਬਰੀ ਕਮੇਟੀ ਸੀ, ਝਬਾਲ ਸਾਹਿਬ ਸੀ, ਮਾਲਮ ਜੀ ਸੀ, ਦਿਲਬਾਗ ਸਿੰਘ ਜੀ ਸਨ, ਜਿੰਨੇ ਵੀਰ ਬੈਠੇ ਸੀ ਸਾਰਿਆਂ ਦਾ ਇੱਕੋ ਹੀ ਫੈਸਲਾ ਹੈ, ਸੰਗਤ ਦਾ ਵੀ ਇਹੀ ਫੈਸਲਾ ਹੈ ਕਿ ਜਦੋਂ ਤੱਕ ਉਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਨਹੀਂ ਹੋਵੇਗੀ, ਉਹਨਾਂ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਜਾਏਗਾ, ਇੱਥੋਂ ਜਿਹੜੀ ਸੰਗਤ ਹੈ ਨਹੀਂ ਉੱਠੇਗੀ। ਗੁਰੂ ਕੇ ਸਿੰਘ ਜਿਹੜੇ ਨੇ ਨਹੀਂ ਉੱਠਣਗੇ। ਵਾਹਿਗੁਰੂ ਜੀ ਕਾ ਖਾਲਸਾ। ਇੱਥੇ ਮੈਂ ਜਿਤਨੇ ਵੀਰ ਭਰਾ ਜੁੜੇ ਨੇ, ਜਕਾਰੇ ਦੀ ਆਵਾਜ਼ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਬੜਾ ਧਿਆਨ ਹੋ ਕੇ ਗੱਲ ਸੁਣੋ, ਕਿਉਂਕਿ ਆਪਣਾ ਇਖਲਾਕੀ ਫਰਜ਼ ਸੀ, ਉਹ ਆਪਾਂ ਆਪਣਾ ਫਰਜ਼ ਨਿਭਾਇਆ। ਤੇ ਇੱਕ ਬੇਨਤੀ ਜਿਵੇਂ ਮੇਰੇ ਤੋਂ ਪਹਿਲਾਂ ਸੱਜਣਾ ਨੇ ਤੁਹਾਨੂੰ ਕਰ ਦਿੱਤੀ ਹੈ, ਮੈਂ ਫਿਰ ਬੇਨਤੀ ਕਰਦੇ ਹਾਂ। ਮੋਰਚਾ ਲੰਮਾ ਚੱਲ ਰਿਹਾ ਹੈ। ਹੁਣ ਕਈਆਂ ਨੇ ਕਹਿਣਾ ਵੀ ਕਿਸ ਤਰੀਕੇ ਨਾਲ ਬਰਗਾੜੀ ਮੋਰਚੇ ਦੀ ਤਰਜ਼ ਦੇ ਉੱਪਰ ਕੁਝ ਸੰਗਤਾਂ ਰਹਿਣਗੀਆਂ, ਕੁਝ ਸੰਗਤਾਂ ਜਿਹੜੀਆਂ ਘਰ ਨੂੰ ਜਾਣਗੀਆਂ, ਅਵੇਸਲੇ ਘਰ ਜਾ ਕੇ ਨਹੀਂ ਖੋਣਾ। ਉਸ ਤੋਂ ਬਾਅਦ ਆਪਣੇ ਪਿੰਡਾਂ, ਸ਼ਹਿਰਾਂ ਦੇ ਵਿੱਚੋਂ ਸੰਗਤਾਂ ਨੂੰ ਪ੍ਰੇਰਿਤ ਕਰਕੇ, ਠੀਕ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮਾਮਲਾ ਹੈ, ਲੈ ਕੇ ਆਉਣਾ। ਤੇ ਇਹ ਕਿੰਨੀ ਦੇਰ ਤੱਕ ਹੋਵੇਗਾ? ਜਿੰਨੀ ਦੇਰ ਤੱਕ ਸਾਨੂੰ ਇਹ ਪਹਿਲੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਉੱਪਰ FIR ਕੱਟ ਕੇ ਸਾਡੇ ਹੱਥਾਂ ਦੇ ਵਿੱਚ ਨਹੀਂ ਫੜਾ ਦਿੰਦੇ, ਉਨੀ ਦੇਰ ਤੱਕ ਇਹ ਮੋਰਚਾ ਨਿਰੰਤਰ ਇਸੇ ਪ੍ਰਕਾਰ ਚੱਲਦਾ ਰਹੇਗਾ। ਪਹਿਲੀ ਲਾਈਨ ਦੇ ਮੁੱਖ ਦੋਸ਼ੀ ਕਿਹਨੂੰ ਕਹਿ ਰਹੇ ਹੋ? ਮੁੱਖ ਦੋਸ਼ੀ ਜਿਹੜੇ ਮੇਨ ਉੱਥੇ ਸੀ, ਜਿਨ੍ਹਾਂ ਦਾ ਇਹਨਾਂ ਨੇ ਨਾਮ ਵਿੱਚ ਪਾਇਆ, ਉਹ ਮੁੱਖ ਦੋਸ਼ੀ ਐਸੀ ਕਿਹਾ ਵੀ ਕਿਤਨੇ ਨੇ। ਇਹ ਕਹਿੰਦੇ ਵੀ ਸਾਡੇ 4 ਮੁੱਖ ਦੋਸ਼ੀ ਨੇ, ਤੇ 4 ਮੁੱਖ ਦੋਸ਼ੀਆਂ ਦੇ ਉੱਪਰ ਅਸੀਂ ਕਿਹਾ ਵੀ ਤੁਸੀਂ ਇੱਕ ਵਾਰੀ ਕਾਰਵਾਈ ਕਰੋ, ਤੇ ਉਸ ਤੋਂ ਬਾਅਦ ਅਗਲੇਰੀਆਂ ਕਾਰਵਾਈਆਂ ਜਿਹੜੀਆਂ ਨੇ ਨਾਲ ਦੀ ਨਾਲ ਆਪਣੇ ਆਪ ਹੁੰਦੀਆਂ ਜਾਣੀਆਂ। ਬਿਲਕੁਲ ਜੀ, ਜਦੋਂ ਤੁਸੀਂ 4 ਨੂੰ ਕਾਬੂ ਕਰ ਲੈਂਦੇ ਹੋ, ਫੋਰ ਐਗਜ਼ਾਮਪਲ ਮੰਨ ਲਓ ਜਦੋਂ ਮੈਂ ਕਾਬੂ ਆ ਜਾਵਾਂਗਾ, ਤੇ ਮੈਂ ਫਿਰ ਜਦੋਂ ਮੇਰੇ ਤੇ ਕਾਰਵਾਈ ਪਏਗੀ, ਮੈਂ ਤੇ ਚੀਕ ਮਾਰ ਕੇ ਕਹੂੰਗਾ ਮੇਰੇ ਨਾਲ ਅਕਾਲੀ ਵੀ ਸੀ, ਮੇਰੇ ਨਾਲ ਮਾਲਮ ਵੀ ਸੀ, ਮੈਨੂੰ ਆਹ ਬਿਆਨ ਦੇਣ ਲਈ ਫਲਾਣੇ ਨੇ ਉਕਸਾਇਆ, ਉਹਦੇ ਵਿੱਚ ਸਾਰਾ ਕੁਝ ਆ ਜਾਏਗਾ। ਇਸ ਮੁੱਦੇ ਬਾਰੇ ਰਹਿੰਦੀਆਂ ਜਿਹੜੀਆਂ ਨੇ ਉਹ ਜਾਣਕਾਰੀਆਂ ਤੁਹਾਨੂੰ ਦੇਣਗੇ ਸਾਡੇ ਵੀਰ,
ਸਰਦਾਰ ਮਨਜੀਤ ਸਿੰਘ ਜੀ ਝਬਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਜਦੋਂ ਕੋਈ ਵੀ ਕਾਰਜ ਜਾਂ ਕੋਈ ਕਤਲ ਹੋ ਜਾਂਦਾ ਜਾਂ ਕੋਈ ਵਾਰਦਾਤ ਹੋ ਜਾਂਦੀ ਆ, ਇਹ 11,000 ਪੰਨਿਆਂ ਦੀ ਜਿਹੜੀ ਰਿਪੋਰਟ ਆ 1100 ਦੀ ਮਾਫ ਕਰਨਾ। ਜਦੋਂ ਮੁੱਖ ਦੋਸ਼ੀਆਂ ਤੇ ਜਿਹੜੇ ਉਹ ਕਾਰਵਾਈ ਹੋ ਜਾਂਦੀ ਆ, ਉਹਦੇ ਵਿੱਚ ਕੀ ਹੁੰਦਾ ਜੀ, ਜੇ ਅੱਜ ਆਪਾਂ ਕਹੀਏ ਜਾਂ ਕੱਲ ਕਹੀਏ ਵੀ ਸਾਰੇ ਦੋਸ਼ੀਆਂ ਦੇ ਉਹਦੀ ਜਿਹੜੀ ਉਹਨੂੰ ਕਰਨ ਵਾਸਤੇ ਵਾਚਣ ਵਾਸਤੇ ਪੁਲਿਸ ਨੂੰ ਬੜਾ ਸਮਾਂ ਚਾਹੀਦਾ। ਇੱਕ ਬੰਦੇ ਦਾ ਜੋ ਪਰਚਾ ਕਰਦੇ ਆ ਤੇ ਉਹਨੂੰ 5 ਜਿਹੜੇ ਘੰਟੇ ਲੱਗ ਜਾਂਦੇ ਆ ਉਹ FIR ਲਿਖਣ ਤੇ, ਬਿਆਨਬਾਜ਼ੀ ਜੋ ਵੀ ਆ। ਜਦੋਂ ਮੁੱਖ ਦੋਸ਼ੀ ਸਾਧ ਸੰਗਤ ਜੀ 4 ਤੇ ਜਾਂ 5 ਤੇ ਜਿਹੜੇ ਮੁੱਖ ਦੋਸ਼ੀ ਨੇ ਉਹ ਆ ਗਏ, ਤੇ ਜਿਹੜੀ 1100 ਦੀ ਰਿਪੋਰਟ ਆ, ਉਹ ਜੋ 1100 ਦੇ ਰਿਪੋਰਟ ਦੇ ਵਿੱਚ ਜਿਹੜੇ ਦੋਸ਼ੀ ਪਾਏ ਜਾਣਗੇ, ਉਹ ਬਿਆਨਾਂ ਦੇ ਵਿੱਚ ਜਾਂਚ ਦੇ ਵਿੱਚ ਉਹ ਲੜੀ ਜਿਹੜੇ ਵਿੱਚ ਉਹ ਕਾਰਵਾਈ ਉਹਨਾਂ ਦੇ ਨਾਲ ਵੀ 120 ਦੀ ਵੀ ਇਹ ਵੀ ਨਾ ਸੰਜੋਗੀ ਤੇ ਆ ਵੀ ਹੈ। ਵੇਖੋ ਜੀ, 4 ਬੰਦੇ ਜਿਹੜੇ ਉਹਨਾਂ ਦਾ ਮੁੱਖ ਦੋਸ਼ੀ ਪਾਏ ਜਾਣਗੇ, ਉਹ ਰਿਪੋਰਟ ਦੇ ਵਿੱਚ ਆ, ਨਾ ਜਨਤਕ ਕਰਾਂਗੇ ਜਦੋਂ ਹੋਊਗਾ। ਵੇਖੋ ਜੀ, ਰਿਪੋਰਟ ਸਾਡੇ ਕੋਲ ਆ, ਪਰ ਅਸੀਂ ਇਸ ਗੱਲ ਨੂੰ ਵੀ ਕਿ ਮੁੱਖ ਦੋਸ਼ੀ ਜਿਹੜੇ ਇੱਕ ਕਵਲਜੀਤ ਆ ਜਾਂ ਹੋਰ ਆ, ਉਹ ਜਨਤਕ ਅਸੀਂ ਨਹੀਂ ਕਰਨੀ, ਉਹ ਰਿਪੋਰਟ ਕਰੇਗੀ। ਚਾਹੁੰਦੇ ਉਹ ਕਰ ਲਓ, ਸਾਡੇ ਤੇ ਪਰਚਾ ਆਵੇ ਤੇ ਉਹਦੇ ਵਿੱਚ ਕੀਤੇ ਵੇਖੋ ਜੀ, ਉਹਨਾਂ ਨੇ ਰਿਪੋਰਟ ਬਣਾਈ ਆ, ਉਹਨਾਂ ਦੀ ਆਧਾਰ ਤੇ ਹੀ ਉਹ ਜਨਤਕ ਕਰਨਗੇ ਵੀ ਕਿਹੜੇ ਮੁੱਖ ਦੋਸ਼ੀ ਆ। ਇਸ ਕਰਕੇ ਥੋੜੀ ਜਿਹੀ ਇੱਕ ਹੋਰ ਜਾਣਕਾਰੀ ਦੇ ਦਿਆਂ। ਹਾਂਜੀ, ਪਿੱਛੇ ਹੋ ਜੀ। ਇੱਥੇ ਇੱਕ ਹੋਰ ਜਾਣਕਾਰੀ ਦੇ ਦਈਏ, ਜਿਵੇਂ ਕਿ ਸਾਰੇ ਵੀਰ ਬੜੀ ਉਕਸੁਕਤਾ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਸੁਣਦੀਆਂ ਪਈਆਂ ਨੇ। ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਕੁਝ ਗੱਲਾਂ ਸਾਡੀਆਂ ਮੰਨੀਆਂ ਨੇ, ਮੈਂ ਮਨ ਦੇ ਵਿੱਚ ਸੋਚਦਾ ਵਾਂ ਵੀ 9 ਮੰਗਾਂ ਦੇ ਵਿੱਚੋਂ ਜਿਹੜੀਆਂ ਮੰਨੀਆਂ ਨੇ, ਉਹ ਸ਼ਾਇਦ ਸਾਡੀਆਂ ਜੇ 3 ਮਹੀਨੇ ਬਾਅਦ ਵੀ ਮੰਨੀਆਂ ਜਾਂਦੀਆਂ ਤੇ ਅਸੀਂ ਸੰਤੁਸ਼ਟੀ ਕਰ ਲੈਂਦੇ। ਪਰ ਜਿਹੜੀਆਂ ਸਾਡੀਆਂ ਪਹਿਲੀਆਂ 2 ਮੁੱਖ ਮੰਗਾਂ ਨੇ ਨਾ, ਉਹ ਪਹਿਲ ਦੇ ਆਧਾਰ ਦੇ ਉੱਪਰ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਅਸੀਂ ਤੁਹਾਡੇ ਅੱਗੇ ਰੱਖ ਚੁੱਕੇ ਹਾਂ। ਜਿਨ੍ਹਾਂ ਦੇ ਵਿੱਚੋਂ ਇੱਕ ਬਾਰੇ ਇਹਨਾਂ ਨੇ ਪ੍ਰਚਾਰਕਾਂ ਦੀ ਬਕਾਇਦਾ ਟੀਮ ਬਣਾ ਕੇ ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪੂਰੀ ਜਾਣਕਾਰੀ ਵੇਰਵੇ ਇਕੱਤਰ ਕਰਨ ਵਾਸਤੇ ਕਾਰਜ ਕਰ ਦਿੱਤਾ ਹੈ, ਜਿਹਦਾ ਤੁਹਾਨੂੰ ਦੱਸਿਆ ਸੀ ਬਲਜਿੰਦਰ ਸਿੰਘ ਪਰਵਾਨਾ ਜੀ ਨੇ ਵੀ 3 ਮਹੀਨੇ ਦਾ ਇਹਨਾਂ ਨੇ ਟਾਈਮ ਲਿਆ ਹੈ। ਵੀ ਪੰਜਾਬ ਦੇ 12,000 ਪਲੱਸ ਪਿੰਡ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੱਲੇ ਪੰਜਾਬ ਦੇ ਵਿੱਚ ਨਹੀਂ, ਉਹ ਹਰਿਆਣੇ, ਪੰਜਾਬ ਤੋਂ ਬਾਹਰ, ਇਹ ਸਾਰੇ ਪਾਸੇ ਪਾਵਨ ਸਰੂਪ ਗਏ ਨੇ। ਇਸ ਕਰਕੇ ਇਹਨਾਂ ਨੇ ਕਿਹਾ ਵੀ ਸਾਡਾ ਟਾਈਮ ਲੱਗੇਗਾ। ਔਰ ਮੈਂ ਚਾਹਾਂਗਾ ਪੂਰੇ ਵੇਰਵੇ ਵੀਰ ਸੁਖਜੀਤ ਸਿੰਘ ਖੋਸਾ ਨੇ ਆਪਣੇ ਕੋਲੋਂ ਬਹਿ ਕੇ ਸੁਣੇ ਨੇ। ਔਰ ਮੈਂ ਚਾਹਾਂਗਾ ਵੀਰ ਸੁਖਜੀਤ ਸਿੰਘ ਖੋਸਾ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਹੈ ਵੀ ਜਿੰਨੀ ਦੇਰ ਤੱਕ ਇਹ ਜਿਹੜੇ ਮੁੱਖ ਦੋਸ਼ੀ ਨੇ ਕਾਬੂ ਨਹੀਂ ਆਉਂਦੇ, ਇਹਨਾਂ ਤੇ ਪਰਚੇ ਨਹੀਂ ਕੱਟੇ ਜਾਂਦੇ, ਉਨੀ ਦੇਰ ਤੱਕ ਮੈਂ ਮੋਰਚਾ ਲਗਾਤਾਰ ਜਾਰੀ ਰੱਖਣਾ ਹੈ। 7 ਮੈਂਬਰੀ ਕਮੇਟੀ ਬਣੀ ਹੋਈ ਹੈ ਕਿ ਜੇ ਕਿਸੇ ਸਿੱਖ ਦੀ ਕੋਈ ਮਿਸਟੇਕ ਹੋਈ ਹੋਵੇ ਤੇ ਉਦੋਂ ਪਰਚੇ ਹੋਰ ਕਿਸਮ ਦੇ ਹੁੰਦੇ ਨੇ। ਪਰ ਇੱਥੇ ਮੈਂ ਛੋਟੀ ਜਿਹੀ ਬੇਨਤੀ ਕਰ ਦੇਣੀ ਚਾਹੁੰਦਾ ਮੈਂ ਵੀ ਜੇ ਕਿਤੇ ਇਸ ਤਰੀਕੇ ਨਾਲ ਮਸਲੇ ਹੱਲ ਹੋ ਜਾਣ, ਜਿਸ ਤੇ ਕਾਨੂੰਨੀ ਪ੍ਰਕਿਰਿਆ ਦੀ ਇਹਨਾਂ ਨੇ ਗੱਲ ਕੀਤੀ ਹੈ, ਤੇ ਫਿਰ ਮੇਰੇ ਖਿਆਲ ਦੇ ਵਿੱਚ ਮੋਰਚੇ ਧਰਨੇ ਲਾਉਣ ਦੀ ਲੋੜ ਵੀ ਨਹੀਂ ਰਹਿ ਜਾਂਦੀ। ਜੇ ਸਾਰਾ ਕਾਨੂੰਨੀ ਪ੍ਰਕਿਰਿਆ ਚੱਲਣ ਲੱਗ ਪਵੇ ਤੇ ਸਾਨੂੰ ਆਹ ਕੰਮ ਕਰਨ ਦੀ ਲੋੜ ਨਹੀਂ ਪੈਣੀ। ਫਿਰ ਤਾਂ ਅਸੀਂ ਫੋਨ ਕਰਾਂਗੇ ਵੀ ਭਾਈ ਸਾਨੂੰ ਆ ਜਿਹੜੀ ਚੀਜ਼ ਆ, ਤੁਸੀਂ ਜਿਹੜੇ ਪਰਚੇ ਦਰਜ ਕੀਤੇ ਨੇ, ਦੀ ਕਾਪੀ ਸਾਨੂੰ ਭੇਜ ਦਿਓ। ਔਰ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਵਾਂ, ਜੇ ਸਾਨੂੰ ਇਹ ਮੁੱਖ ਦੋਸ਼ੀਆਂ ਦੇ ਉੱਪਰ ਪਰਚੇ ਕਰਵਾ ਕੇ FIR ਸਾਡੇ ਹੱਥਾਂ ਦੇ ਵਿੱਚ ਦੇ ਦਿੰਦੇ ਨੇ, ਤੇ ਉਸ ਤੋਂ ਬਾਅਦ ਅਗਲੇਰਾ ਜਿਹੜਾ ਫੈਸਲਾ ਹੈ ਉਹ ਪੰਥ ਇੱਥੇ ਹੀ ਬਹਿ ਕੇ ਕਰੇਗਾ। ਆਓ ਵੀਰ ਸੁਖਜੀਤ ਸਿੰਘ ਖੋਸਾ ਦੇ ਵਿਚਾਰ ਸ਼ਰਵਣ ਕਰੀਏ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਗਏ ਸੀਗੇ, ਸਵੇਰ ਤੋਂ ਕੋਸ਼ਿਸ਼ਾਂ ਵੀ ਸੀ, ਗੱਲਬਾਤ ਹੋਣੀ ਚਾਹੀਦੀ ਆ, ਤਰ੍ਹਾਂ ਦੇ ਵਿਚਾਰ ਸੀਗੇ। ਪਰੰਤੂ ਮੇਰਾ ਮੰਨਣਾ ਆ ਕਿ ਜਦੋਂ ਬਾਬਾ ਬੁੱਢਾ ਜੀ ਮਹਾਰਾਜ ਦੀ ਪਦਵੀ, ਬਾਬਾ ਬੁੱਢਾ ਜੀ ਸਾਹਿਬ ਜੀ ਪਦਵੀ ਦੇ ਸਤਿਕਾਰਯੋਗ ਸਿੰਘ ਸਾਹਿਬ ਸਾਡੇ ਕੋਲ ਬੈਠੇ ਨੇ, ਫਿਰ ਸਾਨੂੰ ਇਹਨਾਂ ਦੀ ਰਾਏ ਲੈਣੀ ਚਾਹੀਦੀ ਆ ਕਿ ਇਸ ਮਸਲੇ ਤੇ ਅਸੀਂ ਕੀ ਕਰੀਏ। ਅੱਜ ਸਵੇਰੇ ਜਿਹੜਾ ਦਰਦਨਾਕ ਹਾਦਸਾ ਸਿੱਖ ਸੰਗਤ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਲੌਂਗੋਵਾਲ ਦੇ ਗੁੰਡਿਆਂ ਨੇ ਜਿਹੜਾ ਕੀਤਾ, ਉਹ ਇਹ ਜਗ੍ਹਾ ਹੈ ਨੇ ਮਤਲਬ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਦੁਮਾਲਿਆਂ ਦੀ ਬੇਅਦਬੀ ਕੀਤੀ। ਤੇ ਸਭ ਤੋਂ ਵੱਡਾ ਦੁੱਖ ਵੀ ਇੱਥੇ ਹੀ ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਦੁਮਾਲਾ, ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜਾ ਸਜਾਉਂਦੀਆਂ ਨੇ ਫਰਲਾ, ਉਹਨਾਂ ਦੀ ਬੇਅਦਬੀ ਜਿਹੜੀ ਆ ਜੁੱਤੀਆਂ ਦੇ ਨਾਲ ਮਤਲਬ ਥੱਲੇ ਸੱਟ ਕੇ ਸਿੰਘ ਨੂੰ ਦੇ ਦੁਮਾਲੇ ਦੇ ਉੱਪਰ ਜੁੱਤੀਆਂ ਇਹਨਾਂ ਨੇ ਮਤਲਬ ਮਾਰੀਆਂ ਤੇ ਉਹਦੇ ਫਰਲੇ ਦੀ ਬੇਅਦਬੀ ਕੀਤੀ। ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਵੀ ਜੇ ਤਾਂ ਕਿਤੇ ਕੋਈ ਗੱਲਬਾਤ ਕੋਈ ਹੋ ਜੇ ਤੇ ਨਿਹੰਗ ਸਿੰਘ ਫੌਜਾਂ ਚੜ੍ਹ ਕੇ ਚਲੀ ਜਾਂਦੀਆਂ ਨੇ, ਪਰ ਅੱਜ ਸਵੇਰ ਦੀ ਇੱਕ ਨਿਹੰਗ ਸਿੰਘ ਦੇ ਬਾਣੇ ਦੀ ਬੇਅਦਬੀ ਜਿਹੜੀ ਇੱਥੇ ਹੋਈ ਆ ਤੇ ਕੋਈ ਵੀ ਨਿਹੰਗ ਸਿੰਘ ਸੰਪਰਦਾ, ਕੋਈ ਨਿਹੰਗ ਸਿੰਘ ਜਥੇਬੰਦੀ ਜਿਹੜੀ ਆ ਉਹ ਅਜੇ ਤੱਕ ਇੱਥੇ ਨਹੀਂ ਪਹੁੰਚੀ। ਇਹ ਹਾਲਾਤ ਤੁਸੀਂ ਤੇ ਦੇਖ ਸਕਦੇ ਹੋ, ਇੱਥੇ ਬੀਬੀਆਂ ਭੈਣਾਂ ਜਿਹੜੇ ਬੱਚੇ ਨੇ ਇੱਕ ਵਾਰੀ ਇੱਥੇ
ਕਾਫੀ ਤਸ਼ੱਦਦ ਜਿਹੜਾ ਹੈ ਇਹਨਾਂ ਤੇ ਢਾਇਆ ਗਿਆ। ਸੋ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਭੈਣਾਂ ਵੀ ਇੱਥੇ, ਬੀਬੀਆਂ ਵੀ ਜਿਹੜੀਆਂ ਨੇ ਜਿਹੜੇ ਉਹ ਉਧਰ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਜਿਹੜੀ ਖੜੀ ਆ ਉਹ ਸਾਰੇ। ਸੋ ਇਦਾਂ ਇਹ ਹਾਲਾਤ ਜਿਹੜੇ ਨੇ ਇੱਥੇ ਇਹਨਾਂ ਨੇ ਬਣਾਏ ਹੋਏ ਨੇ। ਸੋ ਅਸੀਂ ਸੰਗਤ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਦੋਂ ਤੱਕ ਕੋਈ ਮਸਲਾ ਪ੍ਰੋਪਰ ਹੱਲ ਨਹੀਂ ਹੁੰਦਾ ਤੇ ਸਾਡਾ ਮਕਸਦ ਹੈ ਜਿਹੜਾ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਤੇ ਜਦੋਂ ਤੱਕ ਉਹ ਮਕਸਦ ਪੂਰਾ ਨਹੀਂ ਹੋਏਗਾ ਇੱਥੋਂ ਜਿੰਨੇ ਵੀ ਸਿੰਘ ਜਿਹੜੇ ਇੱਥੇ ਬੈਠੇ ਨੇ ਉਹ ਇੱਥੋਂ ਮਤਲਬ ਨਹੀਂ ਉੱਠਣਗੇ। ਧਰਨਾ ਜਿਹੜਾ ਹੈ ਮੋਰਚਾ ਕਹਿ ਸਕਦੇ ਹਾਂ, ਇਹ ਲਗਾਤਾਰ ਸਾਡਾ ਜਾਰੀ ਰਹੇਗਾ ਸੰਘਰਸ਼ ਸਾਡਾ। ਔਰ ਇਤਿਹਾਸ 'ਚ ਪਹਿਲੀ ਵਾਰ ਹੋਇਆ ਵੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਉਹਨਾਂ ਦਾ ਦਫ਼ਤਰ ਬੰਦ ਕਰ ਦਿੱਤਾ ਹੋਵੇ। ਸੋ ਦੁੱਖ ਇਸ ਗੱਲ ਦਾ ਹੈ 21 ਫਰਵਰੀ 1921 ਆਉਣ ਵਾਲੀ ਹੈ, 100 ਸਾਲ ਦਾ ਇਤਿਹਾਸ ਲਿਖਣ ਵਾਲਾ ਹੈ। 100 ਸਾਲ ਪਹਿਲਾਂ ਲਛਮਣ ਸਿੰਘ ਧਾਰੋਵਾਲੀ ਹਰਾਂ ਨੇ ਨਰੈਣੂ ਮਹੰਤੇ ਕੋਲੋਂ ਜਿਹੜੇ ਸਥਾਨ ਆਜ਼ਾਦ ਕਰਨ ਵਾਸਤੇ ਸ਼ਹਾਦਤਾਂ ਦਿੱਤੀਆਂ ਸੀ, ਤੇ ਅੱਜ ਸਾਨੂੰ ਆਪਣਿਆਂ ਕੋਲੋਂ ਹੀ ਇਹ ਨਰੈਣੂ ਮਹੰਤ ਦੀ ਔਲਾਦ ਗੰਦੀ ਬਣੇ ਫਿਰਦੇ ਨੇ, ਤੇ ਆਪਣਿਆਂ ਕੋਲੋਂ ਹੀ ਸਾਨੂੰ ਆਪਣੇ ਜਿਹੜੇ ਗੁਰਦੁਆਰੇ ਨੇ ਉਹ ਆਜ਼ਾਦ ਕਰਾਉਣੇ ਪੈਣੇ ਨੇ। ਆਜ਼ਾਦ ਤਾਂ ਹੀ ਹੋਣਗੇ ਜੇ ਜਿੰਨੇ ਕੁ ਨੌਜਵਾਨ ਪਹੁੰਚੇ ਨੇ ਆਪਣਾ ਸਾਰੇ ਫਰਜ਼ ਸਮਝ ਕੇ ਅਸੀਂ ਇੱਥੇ ਪਹੁੰਚਾਂਗੇ। तो परले पासे ਜਿਹੜਾ ਹੈ ਉਧਰ ਦੂਜੇ ਜਿਹੜੇ ਜਥੇ ਨੇ ਉਹ ਬੈਠੇ ਨੇ ਇੱਧਰ ਨਹੀਂ ਆਣ ਦਿੰਦੇ। ਅਸੀਂ ਕਿਸੇ ਤਰੀਕੇ ਕੋਈ ਕੰਮ ਕਹਿ ਕੇ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਸੀਂ ਇਧਰ ਪਾਸੇ ਇਹਨਾਂ ਪਰਿਵਾਰਾਂ ਕੋਲ ਇਹਨਾਂ ਵੀਰਾਂ ਭੈਣਾਂ ਭਰਾਵਾਂ ਦੇ ਕੋਲ ਅਸੀਂ ਆ ਕੇ ਉਹਨਾਂ ਦੇ ਵਿੱਚ ਬੈਠੇ ਆ। ਪਰ ਉਧਰਲੇ ਪਾਸੇ ਜਿਹੜੇ ਸਿੰਘਾਂ ਨੇ ਸ਼ੁਰੂ ਕੀਤਾ ਸੀ ਮੋਰਚਾ, ਸਾਰੇ ਸਿੰਘ ਜਿਹੜੇ ਅਸੀਂ ਉੱਪਰਲੇ ਪਾਸੇ ਜਿਵੇਂ ਹਾਲਾਤ ਬਣਦੇ ਨੇ ਅਜੇ ਤੱਕ ਇਹਨਾਂ ਨੇ ਦੀਵਾਰਾਂ ਚਾਈਨਾ ਦੀਆਂ ਜਿਹੜੀਆਂ ਨੇ ਖੜੀਆਂ ਕੀਤੀਆਂ ਹੋਈਆਂ ਨੇ। तो ये अपना जुलूस श्रोमणी गुरुद्वारा प्रबंधक कमेटी ਤੁਸੀਂ ਚੈਨਲਾਂ ਤੇ ਵੇਖ ਲਿਆ ਉਹਨਾਂ ਨੇ ਆਪ ਕੱਢਿਆ ਤੇ ਇਦਾਂ ਹੀ ਕੱਢੇਗਾ ਤੇ ਇਦਾਂ ਹੀ ਅੱਗੇ ਨਿਕਲੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੰਤਿਤਾ ਇੱਕੋ ਹੀ ਗੱਲ ਕਹਿਣੀ ਚਾਹਾਂਗੇ, ਸਿੱਖ ਕੌਮ ਨਾਲ ਇਸ ਵੇਲੇ ਜੋ ਕੁਝ ਵੀ ਵਾਪਰ ਰਿਹਾ ਉਹ ਜੱਗ ਜ਼ਾਹਿਰ ਹੈ ਕਿ ਕਿੱਦਾਂ ਆਪਣੇ ਹੀ ਗਾਤਰੇ ਚੋਲੇ ਪਾ ਕੇ ਆਪਣੇ ਉੱਤੇ ਅਤਿਆਚਾਰ ਕਰ ਰਹੇ ਨੇ, ਲਾਠੀਆਂ ਚੱਕ ਰਹੇ ਨੇ, ਡਾਂਗਾ ਵਰਾ ਰਹੇ ਨੇ, ਕਕਾਰਾਂ ਦੀ ਬੇਇੱਜ਼ਤੀ ਕਰ ਰਹੇ ਨੇ। ਹੁਣ ਸਮਾਂ ਆ ਗਿਆ ਹੈ ਕਿ ਸਿੱਖ ਕੌਮ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਇੱਕ ਮੁੱਠ ਹੋ ਜਾਵੇ ਤਾਂ ਜੋ ਅਜਿਹੇ ਮਸੰਦ ਜੋ ਸਿੱਖੀ ਭੇਖ ਵਿੱਚ ਸਿੱਖਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਜੋ ਅਸੀਂ ਇੱਕ ਠੋਕ ਕੇ ਕਹਿੰਦੇ ਹਾਂ ਕਿ ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ, ਉਸ ਦੀ ਸ਼ਾਨ ਬਰਕਰਾਰ ਰੱਖੀ ਜਾਵੇ। ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।